मेरी मम्मी कहती जा मेरे कन्यों कहती तू मर जा, मैं कहती ऐ समझ ली मेरे तो है ही नहीं गा, जा तू मर जा। ਉਹੀ ਗੱਲ ਬਾਈ ਜੀ ਮੇਰੇ ਦਿਮਾਗ ਦੇ ਵਿੱਚ ਆਈ ਵੀ ਯਾਰ ਇਹ ਮਾਂ ਨੇ ਐਡੀ ਗੱਲ ਕਹੀ ਤੀ ਵੀ ਉਹ ਵੀ ਨਸ਼ੇ ਦੇ ਵਿੱਚ। ਜੇ ਸੋਫੀ ਹੁੰਦਾ ਮੈਂ ਸੋਚਦਾ ਵੀ ਯਾਰ ਮੇਰੇ ਭਲੇ ਨੂੰ ਹੀ ਕਿਹਾ। ਮੈਂ ਗਿਆ ਜੀ ਖੇਤ, ਮੇਰੇ ਮੋਨੂ ਦਾ ਪਿਆ ਸੀਗਾ ਗੇਲਣ, ਜਾਇਆ ਜੀ ਮੈਂ ਜਾ ਕੇ ਕੋਕ ਦੇ ਵਿੱਚ ਪਾਈ, ਪਹਿਲਾਂ ਉਹ ਥੋੜੀ ਕੌੜੀ ਲੱਗੀ, ਫਿਰ ਮੈਂ ਫੈਂਟੇ ਦੇ ਵਿੱਚ ਲੈ ਕੇ ਆਇਆ ਦੁਕਾਨਾਂ ਤੋਂ। 3 ਗੇੜੇ ਮੈਂ ਦੁਕਾਨਾਂ ਤੇ ਵੀ ਲਾਏ ਉਹ ਫਲੇਵਰ ਬਦਲਣ ਵਾਸਤੇ। ਸਕੂਲ ਦੇ ਵਿੱਚ ਜਦੋਂ ਜਾ ਕੇ ਦੌਰਾ ਪੈ ਗਿਆ, ਮੇਰੀ ਬੇਟੀ ਇੰਨਾ ਜ਼ਿਆਦਾ ਰੋਈ ਵੀ ਛੱਡੀ ਗੱਲਾਂ ਦੇ ਵੀ ਪਾਪਾ ਮੇਰੀ ਬਹੁਤ ਬੱਚਿਆਂ ਦੇ ਵਿੱਚ ਬੇਇੱਜ਼ਤੀ। ਅਗਲਾ ਕਹਿੰਦਾ ਵੀ ਤੇਰਾ ਪਾਪਾ ਐਂ ਕਰਦਾ, ਕਿ ਉਹਨੂੰ ਪਤਾ ਸੀ ਵੀ ਨਸ਼ਾ ਕਰਦੇ ਨੇ ਪਾਪਾ, ਕਿਉਂ ਬੱਚੇ ਨੂੰ 12 ਸਾਲ ਦੇ ਨੂੰ ਸੁਰਤ ਹੁੰਦੀ ਆ ਹੀ ਜਾਂਦੀ ਆ, 11 ਸਾਲ ਦੇ ਨੂੰ ਪਤਾ ਹੀ ਲੱਗ ਜਾਂਦਾ ਵੀ ਪਾਪਾ ਨਸ਼ਾ ਕਰਦਾ। ਉਹ ਮੈਨੂੰ ਕਹਿ ਕਰਨ ਪਾਪਾ ਵੀ ਜਿਵੇਂ ਲੋਕਾਂ ਦੇ ਪੇਰੈਂਟਸ ਆ ਨਾ, ਬੱਚਿਆਂ ਦੇ ਪੇਰੈਂਟਸ ਐਂ ਬਣ ਕੇ ਆਉਂਦੇ ਆ, ਮੇਰੇ ਕਿਧਰੇ ਪੱਗ ਵੀ ਬਣਾਇਆ ਕਰਨ। ਪੱਗ ਉਦੋਂ ਤਾਂ ਬੰਨ੍ਹ ਕੇ ਵਗ ਜਾ ਕਰਾਂ ਜੀ ਮੈਂ ਸਭ ਕੁਛ ਬਣ ਕੇ, ਪਰ ਅੱਧੇ ਘੰਟੇ ਬਾਅਦ ਉਹੀ ਕਿੱਥੇ ਪੱਗ ਹੋਣੀ ਹੈ ਜੀ ਸਿਰ 'ਤੇ। ਪਹਿਲੀ ਮੇਰੇ ਕੋਲ ਇਸ ਟਾਈਮ 9 ਕਿੱਲੇ ਨੇ ਜੀ, 3 ਕਿੱਲੇ ਮੇਰੇ ਵਿਕ ਚੁੱਕੇ, 12 ਕਿੱਲੇ ਜ਼ਮੀਨ ਦੇ ਸੀ। 3 ਕਿੱਲੇ ਇਹ ਜਿਹੜੇ ਨਸ਼ੇ ਦੇ ਦੌਰ ਦੇ ਵਿੱਚ ਮੇਰਾ ਖਤਮ ਕਰਤੇ ਜੀ। ਮੈਂ ਵੀ ਲਓ ਮੰਮੀ ਮੈਂ ਜਮਾ ਹੀ ਨਹੀਂ ਸੋਡੀਆਂ ਸੌਹਾਂ ਖਾ ਲਈਆਂ, ਸਿਰ 'ਤੇ ਹੱਥ ਧਰਤਾ ਵੀ ਲੈ ਮੰਮੀ ਮੈਂ ਅੱਜ ਤੋਂ ਬਾਅਦ ਨਹੀਂ ਚੱਕਦਾ। ਉਹਨਾਂ ਨੂੰ ਚੱਲ ਮੇਰਾ ਪੁੱਤ ਮੇਰੀ ਸਹੁੰ ਖਾ ਗਿਆ। ਵਿਸ਼ਵਾਸ ਹੁੰਦਾ ਹੀ ਪੁੱਤ 'ਤੇ ਹੈ ਨਾ, ਇੱਕ ਤਰ੍ਹਾਂ ਦਾ ਮਾਂ ਨੂੰ ਵਿਸ਼ਵਾਸ ਹੀ ਹੁੰਦਾ ਵੀ ਮੇਰਾ ਪੁੱਤ ਗਲਤ ਨਹੀਂ ਹੁੰਦਾ, ਭਾਵੇਂ ਕਿੱਡਾ ਹੀ ਗਲਤ ਹੋਵੇ। ਉਹ ਮੈਂ ਬਥੇਰਾ ਵਿਸ਼ਵਾਸ ਦਵਾ ਕੇ ਫਿਰ ਬਾਈ ਜੀ ਦਿਨ ਚੜ੍ਹਿਆ ਕਰੇ, ਅਤੇ ਉਹੀ ਆਪਣਾ ਰੂਟੀਨ ਮੁਤਾਬਕ ਨਸ਼ਾ ਚੱਲਦਾ ਸੀਗਾ ਜੀ ਬਸ। ਕੋਈ ਯਾਰ ਦੋਸਤ ਨਹੀਂ ਹੁੰਦੇ, ਉਹ ਐਂ ਪਤਾ ਲੱਗਦਾ ਵੀ ਉਹ ਯਾਰ ਅੱਜ ਫਲਾਨਾ ਸਰੰਜ ਵਿੱਚ ਹੀ ਰਹੇਗੀ, ਉਹ ਤਾਂ ਮਰ ਗਿਆ। ਮੇਰੇ ਨਾਲ ਵੀ ਬਾਈ ਜੀ ਹੋਈ ਆ ਖੇਤ, 1-2 ਵਾਰੀ ਮੇਰੇ ਨਾਲ ਵੀ ਹੋਈ ਆ ਵੀ ਲਾਈ ਤੋਂ ਜਿਹੜੇ ਮੇਰੇ ਨਾਲ ਕੋਲੇ ਬੈਠੇ ਹੁੰਦੇ, ਜਦੋਂ ਮੈਂ ਬੇਹੋਸ਼ ਹੋ ਜਾਂਦਾ ਹੋਰ ਹੋ ਜਾਂਦਾ ਵੀ ਮੈਂ ਜਦੋਂ ਮਾੜੀ ਘਣੀ ਸੁਰਤ ਘਰੋਂ ਮੈਨੂੰ ਖੁਰਾਕ ਦਿੰਦੇ ਰਹਿੰਦੇ ਮੰਮੀ ਵਰਗੇ, ਅਤੇ ਉਹ ਜਦੋਂ ਮੈਨੂੰ ਹੋਸ਼ ਜੀ ਆਉਂਦੀ ਮੈਂ ਦੇਖਦਾ ਤਾਂ ਮੇਰੇ ਕੋਲ ਕੋਈ ਵੀ ਨਾ ਹੁੰਦਾ, ਫਿਰ ਕੱਢ ਕੇ ਸਰੰਜ ਐਂ ਕਰਦਾ ਵੀ ਯਾਰ ਕੱਲ੍ਹ ਨੂੰ ਨਹੀਂ ਆਪਾਂ ਯਾਰ ਇਹ। ਫਾਦਰ ਸਾਹਿਬ ਤਾਂ ਬਸ ਜੀ ਥੋੜ੍ਹੇ ਜਿਹੇ ਨਾ ਢਿੱਲੇ ਜਿਹੇ ਰਹਿੰਦੇ ਨੇਗੇ, ਢਿੱਲਾ ਰਹਿਣ ਕਰਕੇ ਵੀ ਖੇਤੀ ਖੂਤੀ ਸਾਡੀ ਬਾਹਰ ਠੇਕੇ 'ਤੇ ਹੁੰਦਾ ਸੀਗਾ, ਅਤੇ ਉਹ ਵੀ ਥੋੜ੍ਹਾ ਜਿਹਾ ਸਾਡੇ ਘਰੇ ਨਾ ਬਾਈ ਜੀ ਅਸਲ ਸੱਚ ਮੈਂ ਜ਼ਿੰਦਗੀ 'ਚ ਹੁਣ ਇਹ ਪ੍ਰਣ ਲਿਆ ਵੀ ਜਿਹੜੀ ਜ਼ਬਾਨ 'ਚੋਂ ਨਿਕਲੂ ਮੈਂ ਸੱਚ ਹੀ ਕਹੂੰਗਾ। ਥੋੜ੍ਹਾ ਜਿਹਾ ਉਹ ਵੀ ਨਸ਼ਾ ਪੱਤਾ ਕਰਦੇ ਸੀਗੇ, ਠੀਕ ਹੈ ਨਾ, ਉਹਦੇ ਕਰਕੇ ਮੈਨੂੰ ਐਂ ਹੋਗਾ ਵੀ ਜਦੋਂ ਇਹ ਆਪ ਕਰਦੇ ਆ ਫਿਰ ਆਪਾਂ ਨੂੰ ਕੌਣ ਰੋਕ ਦੂਗਾ। ਨਸ਼ਿਆਂ ਨੇ ਰੋਲਤੀ ਜਵਾਨੀ ਚੜ੍ਹਦੀ, ਕੁੱਖਾਂ ਮਾਵਾਂ ਦੀਆਂ ਹੋਈਆਂ ਸੁਨਸਾਨ ਮਾਲਕਾ, ਭਟਕਿਆਂ ਰਾਹੀਆਂ ਨੂੰ ਤੂੰ ਪਾ ਦੇ ਸਿੱਧੇ ਰਾਹੇ, ਬਸ ਇੱਕੋ ਕਰ ਅਹਿਸਾਨ ਮਾਲਕਾ, ਬਸ ਇੱਕੋ ਕਰ ਅਹਿਸਾਨ ਮਾਲਕਾ। ਸਤਿ ਸ਼੍ਰੀ ਅਕਾਲ, ਤੁਸੀਂ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਹਾਂ ਜਸ ਕਰੇਵਾਲ। ਭੂਮਿਕਾ ਤੋਂ ਪਹਿਲਾਂ ਜੋ 17 ਮੈਂ ਤੁਹਾਡੇ ਰੂਬਰੂ ਕੀਤੀਆਂ ਨੇ, ਇਹ 17 ਪੰਜਾਬ ਦੇ ਹਰ ਘਰ ਦੀ ਨਹੀਂ ਕਹਿ ਸਕਦੇ, ਪਰ ਪੰਜਾਬ ਦੇ ਬਹੁਤਿਆਂ ਘਰਾਂ ਦੀ ਕਹਾਣੀ ਆ ਇਹ 17। ਬਹੁਤੀਆਂ ਮਾਵਾਂ ਦੇ ਪੁੱਤ ਜਿਹੜੇ ਆ ਜਹਾਨੋਂ ਤੁਰ ਗਏ ਇਸ ਨਸ਼ੇ ਦੇ ਕਾਰਨ, ਬਹੁਤੀਆਂ ਭੈਣਾਂ ਦੇ ਸੁਹਾਗ ਤੁਰ ਗਏ ਆ, ਘਰ ਦੇ ਵਿੱਚ ਜਿਹੜਾ ਆ ਹਨੇਰਾ ਛਾਇਆ ਪਿਆ ਆ। ਇਸ ਨਸ਼ੇ ਦੀ ਦਲਦਲ ਨੇ ਪੰਜਾਬ ਨੂੰ ਕਿਸ ਕਦਰ ਖਾਲੀ ਕੀਤਾ ਆ ਇਹ ਦੱਸਣ ਦੀ ਜ਼ਰੂਰਤ ਨਹੀਂ ਆ। ਜਦੋਂ ਆਏ ਦਿਨ ਖਬਰਾਂ ਸੁਣਦੇ ਆ, ਖਬਰਾਂ ਦੇ ਵਿੱਚ ਫੋਟੋ ਆਉਂਦੀ ਆ, ਕਿਸੇ ਦੇ ਮੂੰਹ ਦੇ ਵਿੱਚੋਂ ਝੱਗ ਨਿਕਲੀ ਪਈ ਆ, ਕਿਸੇ ਦੀਆਂ ਬਾਹਾਂ 'ਤੇ ਟੀਕੇ ਜਿਉਂ ਦੇ ਤਿਉਂ ਲੱਗੇ ਰਹਿ ਜਾਂਦੇ ਆ। ਜਦੋਂ ਕਦੇ ਇੱਦਾਂ ਦੇ ਇਨਸਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਿਰਫ ਇੱਕੋ ਜਵਾਬ ਹੁੰਦਾ ਕਿ ਬਾਈ ਅਸੀਂ ਇਸ ਦਲਦਲ ਦੇ ਵਿੱਚ ਫਸ ਗਏ ਹਾਂ, ਹੁਣ ਬਾਹਰ ਨਹੀਂ ਆ ਸਕਦੇ। ਅਸੀਂ ਸਮੇਂ-ਸਮੇਂ 'ਤੇ ਆਪਣੇ ਮਾਧਿਅਮ ਦੇ ਜ਼ਰੀਏ ਇੱਦਾਂ ਦੀ ਕਵਰੇਜ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ ਕਿ ਜੇਕਰ ਇਨਸਾਨ ਚਾਹੇ ਸੱਚੇ ਮਨ ਦੇ ਨਾਲ ਚਾਹੇ ਤਾਂ ਪੋਸੀਬਲ ਹੋ ਸਕਦਾ ਆ। ਵੱਡੀ ਗੱਲ ਇਹ ਆ ਕਿ ਕਿਸੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਆ। ਜੇਕਰ ਤੁਸੀਂ ਆਪਣੇ ਆਪ ਨੂੰ ਇੰਨਾ ਕੁ ਸਟਰੋਂਗ ਕਰੋ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਇੱਦਾਂ ਦੀਆਂ ਸਟੋਰੀਆਂ 15-15 ਸਾਲ ਮੁੰਡਿਆਂ ਨੇ ਨਸ਼ਾ ਕੀਤਾ, ਉਸ ਤੋਂ ਬਾਅਦ ਜਿਹੜਾ ਅੱਜ ਆਪਣੀ ਜ਼ਿੰਦਗੀ ਚੰਗੇ ਢੰਗ ਦੇ ਨਾਲ ਬਤੀਤ ਕਰ ਰਹੇ ਆ। 12-12 ਸਾਲ 18-18 ਸਾਲ ਨਸ਼ਾ ਕੀਤਾ। ਅੱਜ ਦੀ ਕਵਰੇਜ ਵੀ ਇਸ 'ਤੇ ਆਧਾਰਿਤ ਆ। ਅੱਜ ਜਿਸ ਇਨਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ, ਜਿਸ ਮੁੰਡੇ ਦੇ ਨਾਲ ਮੁਲਾਕਾਤ ਕਰਵਾਵਾਂਗੇ, ਉਹ ਸਲਾਮ ਦਾ ਹੱਕਦਾਰ ਆ, ਸਲਿਊਟ ਦਾ ਹੱਕਦਾਰ ਆ। 19-20 ਸਾਲ ਉਸ ਦਲਦਲ ਦੇ ਵਿੱਚ ਉਸ ਦੇ ਪੈਰ ਪਏ ਰਹੇ, ਤਾਂ ਉਸ ਤੋਂ ਬਾਅਦ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਇੰਨਾ ਕੁ ਸਟਰੋਂਗ ਕੀਤਾ ਕਿ ਉਸ ਦਲਦਲ ਦੇ ਵਿੱਚੋਂ ਬਾਹਰ ਆਇਆ। ਦਲਦਲ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਅੱਜ ਮੁੰਡਾ ਬੋਡੀ ਬਿਲਡਿੰਗ ਕਰ ਰਿਹਾ ਆ, ਜਿਹੜੀ ਸਭ ਤੋਂ ਵੱਡੀ ਗੱਲ ਆ। ਕਿਉਂਕਿ ਜਦੋਂ ਇੱਦਾਂ ਦੀਆਂ ਕਹਾਣੀਆਂ ਦੇਖਦੇ ਆ ਤਾਂ ਕਿਹਾ ਜਾਂਦਾ ਕਿ ਮੁੰਡਿਆਂ ਦੇ ਸਾਰੀ ਉਮਰ ਤੱਕ ਨਾ ਤਾਂ ਹੱਡ ਦੁਖਦੇ ਰਹਿੰਦੇ ਆ ਅਤੇ ਹੱਥ ਜਿਹੜੇ ਆ ਉਹ ਕੰਬਦੇ ਰਹਿੰਦੇ ਆ। ਅੱਜ ਅਸੀਂ ਰਾਮਪੁਰੇ ਦੇ ਵਿੱਚ ਖੜ੍ਹੇ ਹਾਂ, ਮੇਰੇ ਨਾਲ ਬਾਈ ਸੁਖਵੀਰ ਸਿੱਧੂ ਹੋਰੀ ਹੋਣਗੇ, ਨਾਲ ਉਹਨਾਂ ਦੇ ਕੋਚ ਸਾਹਿਬ ਦੇ ਨਾਲ ਗੱਲਬਾਤ ਕਰਵਾਵਾਂਗੇ ਜਿਨ੍ਹਾਂ ਦੇ ਅੰਡਰ ਜਿਹੜੇ ਬਾਈ ਆ ਕੋਚਿੰਗ ਲੈ ਰਹੇ ਆ। ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਾਂਗੇ। ਸੋ ਗੱਲਬਾਤ ਇਸ ਬਾਬਤ ਰਹੇਗੀ ਕਿ ਉਸ ਦਲਦਲ ਦੇ ਬਾਰੇ, ਉਸ ਜ਼ਿੰਦਗੀ ਦੇ ਬਾਰੇ, ਜਿਹੜੀ ਜ਼ਿੰਦਗੀ ਦੇ ਵਿੱਚ ਉਸਨੇ ਆਪਣਾ ਆਪ ਤਬਾਹ ਕਰ ਲਿਆ,
ਜਿਹੜੀ ਜ਼ਿੰਦਗੀ ਦੇ ਵਿੱਚ ਉਹ ਅੰਦਰੋਂ ਖੋਖਲਾ ਹੋ ਗਿਆ ਸੀ, ਪਰ ਉਸ ਤੋਂ ਬਾਅਦ ਆਪਣੇ ਆਪ ਨੂੰ ਇੰਨਾ ਕੁ ਸਟਰੋਂਗ ਕੀਤਾ ਕਿ ਅੱਜ ਮੈਂਟਲੀ ਤੌਰ ਤੇ ਸਟਰੋਂਗ ਆ ਤੇ ਆਪਣੀ ਬਾਡੀ ਨੂੰ ਵੀ ਜਿਹੜਾ ਆ ਸਟਰੋਂਗ ਕਰ ਰਿਹਾ। ਸੁਖਵੀਰ ਸਿੱਧੂ ਮੇਰੇ ਨਾਲ ਆ। ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਹਾਂ। ਬਾਈ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਬਾਈ ਜੀ। ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਪੰਜਾਬ ਦੀ ਜਵਾਨੀ ਦਾ ਦਰਦ ਨੂੰ ਮਹਿਸੂਸ ਕੀਤਾ ਵੀ ਪੰਜਾਬ ਦੇ ਵਿੱਚ ਕਿੱਡਾ ਨਸ਼ਾ ਹੈਗਾ। ਬਾਕੀ ਆਪਣੇ ਕਰਮਜੀਤ ਸਿੰਘ ਜਿਉਂਦ ਬਾਈ ਨੇ ਜਿਨ੍ਹਾਂ ਨੇ ਤੁਹਾਨੂੰ ਸਾਡੇ ਤੱਕ ਪਹੁੰਚਾਇਆ ਹੈ ਨਾ, ਉਹਨਾਂ ਨੂੰ ਪੰਜਾਬ ਦੀ ਜਵਾਨੀ ਦਾ ਦਰਦ ਸੀਗਾ ਤੇ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਇਸ ਲਾਇਕ ਸਮਝਿਆ। ਠੀਕ ਹੈ ਨਾ ਜੀ। ਸਿੱਧੂ ਸਾਹਿਬ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਪਰਸਨਲੀ ਤੌਰ ਤੇ ਤੁਹਾਨੂੰ ਸਲਾਮ ਕਰਦਾ, ਮੇਰਾ ਅਦਾਰਾ ਤੁਹਾਨੂੰ ਸਲਾਮ ਕਰਦਾ, ਸੈਲੂਟ ਕਰਦਾ। ਪੰਜਾਬ ਦੀ ਹਰ ਉਹ ਮਾਂ ਸਲਾਮ ਕਰਦੀ ਆ ਜਿਸ ਮਾਂ ਦਾ ਪੁੱਤ ਚਲਿਆ ਗਿਆ ਜਾਂ ਜਿਸ ਮਾਂ ਦਾ ਪੁੱਤ ਇਸ ਦਲਦਲ ਦੇ ਵਿੱਚ ਆ। ਉਹ ਆਪਦੇ ਪੁੱਤ ਨੂੰ ਡੇਲੀ ਕਹਿੰਦੇ ਆ ਕਿ ਪੁੱਤ ਇੱਥੋਂ ਨਿਕਲਿਆ, ਸਾਡੇ ਕੋਲੇ ਥੋੜੀ ਥੋੜੀ ਪੈਲੀ ਆ, ਉਹ ਵੀ ਵੇਚ ਰਹੇ ਆ, ਠੇਕਾ ਆਉਂਦਾ ਸੀ ਉਹ ਵੀ ਤੇਰੇ ਤੇ ਲਾ ਰਹੇ ਆ। ਉਹ ਮਾਂ ਵੀ ਤੁਹਾਨੂੰ ਸਲਾਮ ਕਰਦੀ ਆ, ਸੈਲੂਟ ਕਰਦੀ ਆ ਕਿ ਤੁਸੀਂ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲੇ ਜੀ। ਵੀਰ ਜੀ, ਇਹਦੇ ਵਿੱਚ ਨਾ ਕੋਈ ਪਤਾ ਹੀ ਨਹੀਂ ਲੱਗਦਾ ਵੀ ਜਦੋਂ ਚੜ੍ਹਦੀ ਜਵਾਨੀ ਹੁੰਦੀ ਹੈ, ਚੜ੍ਹਦੀ ਜਵਾਨੀ ਦੇ ਵਿੱਚ ਨਾ ਕੋਈ ਬੰਦਾ ਸ਼ੌਂਕਿਆ ਤੌਰ ਤੇ ਲੱਗ ਜਾਂਦਾ ਵੀ ਯਾਰ ਸ਼ੌਂਕਿਆ ਤੌਰ ਤੇ ਕੋਈ ਛੋਟਾ ਮੋਟਾ ਨਸ਼ਾ ਕਰ ਲਿਆ, ਉਹਨੂੰ ਐ ਹੁੰਦਾ ਵੀ ਚੱਲ ਇੱਕ ਦਿਨ ਕਰ ਲਿਆ ਕਿੱਡੀ ਗੱਲ ਹੈਗੀ। ਹੌਲੀ ਹੌਲੀ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਦੋਂ ਦਲਦਲ ਦੇ ਵਿੱਚ ਧਸ ਗਿਆ। ਅੱਛਾ, ਤੁਹਾਡੀ ਜਿਵੇਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਲਗਭਗ 2000 ਤੋਂ ਸ਼ੁਰੂਆਤ ਹੋਈ ਹੈ ਤੁਹਾਡੀ ਨਸ਼ੇ ਦੇ ਵਿੱਚ, ਉਦੋਂ ਸ਼ੀਸ਼ੀਆਂ ਚੱਲਦੀਆਂ ਸ਼ੀਸ਼ੀਆਂ ਚੱਲਦੀਆਂ। ਅੱਛਾ, ਸ਼ੁਰੂਆਤ ਕਿਵੇਂ ਹੋਈ? ਕਿੰਨੀ ਕੁ ਉਮਰ ਸੀ ਉਦੋਂ? ਉਮਰ ਮੇਰੀ ਉਦੋਂ ਵੀਰ ਜੀ 19 ਸਾਲ ਦੀ ਉਮਰ ਸੀਗੀ। 2083 ਦਾ ਮੇਰਾ 83 ਦਾ ਜਨਮ, 1983 ਦਾ ਜਨਮ ਹੈ ਜੀ। ਤੇ ਸ਼ੀਸ਼ਿਆਂ ਦੇ ਵਿੱਚੋਂ ਬਸ ਐਂ ਕੰਮ ਧੰਦਾ ਕਰਦੇ ਜੀ, ਖੇਤੀ ਦਾ ਕਰਨ ਲੱਗ ਗਿਆ ਸੀਗਾ ਮੈਂ ਵੀ। ਉਹ ਲਾ ਕੇ ਵੀ ਕੰਮ ਥੋੜ੍ਹਾ ਜਿਹਾ ਵੱਧ ਬੰਦਾ ਮਹੀਨਾ 2 ਮਹੀਨੇ ਕਰਦਾ ਜੀ, ਉਹਦੇ ਨਾਲ ਵੱਧ ਬਾਹਲਾ ਚਿਰ ਤਾਂ ਕਰਦਾ ਨਹੀਂ। ਉਹ ਸ਼ੀਸ਼ਿਆਂ ਤੇ ਮੈਂ ਇਹੋ ਜਿਹਾ ਲੱਗਿਆ ਜੀ, ਬਸ ਕਰਦੇ ਕਰਾਉਂਦੇ ਵੀ ਮੈਨੂੰ ਐਂ ਨਹੀਂ ਪਤਾ ਲੱਗਿਆ ਵੀ ਕਦੋਂ ਮੈਂ ਜਮਾਂ ਦਲਦਲ ਦੇ ਵਿੱਚ ਫਸ ਗਿਆ ਜੀ। ਸ਼ੀਸ਼ੀਆਂ ਤੋਂ ਬਾਅਦ ਦੌਰ ਅੱਗੇ ਕਿਵੇਂ ਵੱਧਦਾ ਹੈ? ਸ਼ੀਸ਼ੀਆਂ ਤੋਂ ਬਾਅਦ ਕਿਸ ਚੀਜ਼ ਤੇ ਆਉਂਦੇ ਹੋ, ਕਿਸ ਨਸ਼ੇ ਤੇ ਲੱਗਦੇ ਹੋ? ਇਹ ਵੀ ਵੀਰ ਜੀ ਨਾ ਹੌਲੀ ਹੌਲੀ ਜਿਵੇਂ ਪੰਜਾਬ ਦੇ ਹਨਾ ਖੇਡਾਂ ਦਾ ਉਵੇਂ ਇਹ ਇੱਕ ਤਰ੍ਹਾਂ ਦਾ ਨਸ਼ਾ ਵੀ ਬਦਲਦਾ ਰਹਿੰਦਾ। ਪਹਿਲਾਂ ਸ਼ੀਸ਼ੀਆਂ ਆਈਆਂ ਜੀ, ਉਦੋਂ ਬਾਅਦ ਸਮੈਕ ਆ ਗਈ, ਉਦੋਂ ਥੋੜ੍ਹਾ ਜਿਹਾ ਉੱਚਾ ਨਸ਼ਾ ਆ ਗਿਆ। ਉਹ ਸਮੈਕ ਦੇ ਵਿੱਚ ਮੈਂ ਬਹੁਤ ਸਾਲ ਸਮੈਕ ਦੇ ਵਿੱਚ ਕੀਤੇ ਜੀ। ਫਿਰ ਮੇਰੀ ਲੱਤ ਵੀ ਟੁੱਟੀ, ਮੇਰੀ ਬਾਂਹ ਵੀ ਟੁੱਟੀ, ਉਂਗਲਾਂ ਵੀ ਟੁੱਟੀਆਂ ਹੈ ਨਾ। ਤੇ ਵੀ ਉਹ ਟੁੱਟਣ ਉਦੋਂ ਬਾਅਦ ਫਿਰ ਵੀਰ ਜੀ ਜਮਾਂ ਨਰਕ ਤਾਂ ਹੈ ਨਾ, ਜ਼ਿੰਦਗੀ ਨੂੰ ਖਤਮ ਕਰਨ ਵਾਲਾ ਚਿੱਟਾ ਆ ਗਿਆ। ਪਰਿਵਾਰ ਦੇ ਵਿੱਚ ਕੌਣ ਕੌਣ ਸੀ ਉਸ ਸਮੇਂ ਦੀ ਜੇ ਗੱਲ ਕਰਾਂ? ਚਲੋ ਅੱਜ ਤੁਸੀਂ ਵਿਆਹੇ ਹੋਏ ਹੋ, ਉਸ ਸਮੇਂ ਪਰਿਵਾਰ ਦੇ ਵਿੱਚ ਕੌਣ ਕੌਣ? ਉਸ ਟਾਈਮ ਜੀ ਮੇਰੇ ਸਿਸਟਰ ਸੀਗੇ, ਉਹਨਾਂ ਦੀ ਮੈਰਿਜ ਨਹੀਂ ਸੀ ਹੋਈ। ਮੇਰੇ ਮੰਮੀ ਪਾਪਾ ਸੀਗੇ ਦੋਵੇਂ ਜਣੇ, ਅਸੀਂ 4 ਜਣਿਆਂ ਦੀ ਫੈਮਿਲੀ ਸੀਗੀ ਜੀ। ਤੇ ਘਰਦਿਆਂ ਨੂੰ ਕਦੋਂ ਪਤਾ ਲੱਗਦਾ ਹੈ? 2000 ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ, ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਸੀ। ਘਰਦਿਆਂ ਨੂੰ ਕਦੋਂ ਪਤਾ ਲੱਗਦਾ ਹੈ ਕਿ ਸਾਡਾ ਪੁੱਤ ਇਸ ਦਲਦਲ ਵੱਲ ਵੱਧ ਰਿਹਾ ਹੈ? ਉਸ ਦਲਦਲ ਵੱਲ ਜਿਸ ਦਲਦਲ ਤੋਂ ਸ਼ਾਇਦ ਵਾਪਸ ਆਉਣਾ ਬੜਾ ਮੁਸ਼ਕਿਲ ਆ। ਜਿਵੇਂ ਕਹਿ ਲਈਏ ਕਿ 100 ਦੇ ਵਿੱਚੋਂ 10% ਤਾਂ ਬਹੁਤਾ ਕਹਿਤਾ, 5-4% ਲੋਕ ਆ ਜਿਹੜੇ ਵਾਪਸ ਆਉਣ ਦਾ ਜਜ਼ਬਾ ਰੱਖਦੇ ਆ। ਇਹ ਨਾ ਬਾਈ ਜੀ, ਜੇ ਮੈਂ ਖੇਤੀ ਕਰਨ ਲੱਗ ਗਿਆ, ਬਸ ਇੱਕ ਤਰ੍ਹਾਂ ਦਾ ਬਹਾਨਾ ਬਣ ਗਿਆ ਮੈਨੂੰ। ਮੈਂ ਪੜ੍ਹਦੇ ਜਦੋਂ ਵੀ ਘਰੇ ਵੀ ਪੁੱਛਣ ਲੱਗ ਗਏ ਵੀ ਤੂੰ ਬਾਹਰ ਰਹਿਣਾ, ਫਿਰ ਮੈਂ ਖੇਤੀ ਕਰਨ ਲੱਗ ਗਿਆ। ਖੇਤੀ ਦੇ ਵਿੱਚ ਐਂ ਹੋਣ ਲੱਗਾ ਵਧੀਆ ਕੰਮ ਕਰਦਾ। ਖੇਤੀ ਦੇ ਵਿੱਚ ਖੇਤ ਜਾ ਕੇ ਉੱਥੇ ਸ਼ੀਸ਼ੀਆਂ ਲੈ ਆਉਣੀਆਂ ਜੀ, ਘੜਾ ਨੱਪ ਲਿਆ, ਘੜਾ ਭਰ ਕੇ ਰੱਖ ਲੈਣਾ ਉਹਦੇ ਵਿੱਚ ਵੀ ਮੁੱਕਣੀ ਨਾ ਦੇਣਾ। ਤੇ ਬਸ ਜਦੋਂ ਮੈਂ ਘਰੇ ਆਉਂਦਾ ਅੱਖਾਂ ਲਾਲ ਹੋਣ ਲੱਗ ਗਿਆ। ਸਾਲ 6-7 ਮਹੀਨੇ ਤਾਂ ਮੰਮੀ ਪਾਪਾ ਜੇ ਕੋਈ ਕਹਿੰਦਾ ਵੀ ਤੇਰਾ ਪੁੱਤ ਗਲਤ ਹੋ ਗਿਆ, ਉਹਨਾਂ ਦੇ ਗਲ ਪੈ ਜਾ ਕਰਨ ਵੀ ਨਹੀਂ ਇਹ ਕਿਵੇਂ ਹੋ ਸਕਦਾ। ਮੈਂ ਪੜ੍ਹਾਈ ਦੇ ਵਿੱਚ ਵੀ ਥੋੜ੍ਹਾ ਹੁਸ਼ਿਆਰ ਸੀਗਾ, ਕਬੱਡੀ ਦਾ ਵੀ ਮੈਨੂੰ ਸ਼ੌਂਕ ਸੀ, ਜਿੰਮ ਦਾ ਵੀ ਰਿਹਾ ਸ਼ੌਂਕ ਤਾਂ ਥੋੜ੍ਹਾ ਜਿਹਾ ਵੀ ਉਹ ਉਹਨਾਂ ਦੇ ਗਲ ਪੈ ਜਾ ਕਰਨ ਵੀ ਨਹੀਂ ਯਾਰ ਸਾਡਾ ਪੁੱਤ ਇਹੋ ਜਿਹਾ ਨਹੀਂ। ਜਦੋਂ ਮੈਂ ਘਰੋਂ ਫਿਰ ਬੇਹੋਸ਼ ਹੋਣ ਲੱਗ ਗਿਆ ਜੀ, ਦੱਸਣ ਲੱਗ ਗਏ, ਉਦੋਂ ਉਹਨਾਂ ਨੂੰ ਫਿਰ ਮੰਨਤੇ ਵੀ ਯਾਰ ਇਹ ਤਾਂ ਬਹੁਤ ਵੱਡੀ ਗਲਤੀ ਇਹਨੇ ਕਰ ਲਈ। ਤੇ ਫਿਰ ਮੇਰਾ ਪਿੱਛਾ ਵੀ ਕੀਤਾ। ਫਿਰ ਉਦੋਂ ਬਾਅਦ ਬਾਈ ਜੀ ਮੈਂ ਤਾਂ ਦਲਦਲ ਦੇ, ਮੈਨੂੰ ਤਾਂ ਸਿਰਫ ਨਸ਼ਾ ਹੀ ਮੇਨ ਹੋ ਗਿਆ ਸੀਗਾ। ਮੋਹ ਪਿਆਰ ਮੇਰਾ ਸਭ ਤੋਂ ਟੁੱਟ ਗਿਆ ਸੀਗਾ। ਇਹ 12ਵੀਂ ਦੀ ਗੱਲ ਆ ਜਦੋਂ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੁਰੂਆਤ ਕਰਤੀ ਸੀ? ਉਦੋਂ ਪੜ੍ਹਦੇ ਸੀ ਜਾਂ ਫਿਰ? ਹਾਂਜੀ, ਮੈਂ ਉਦੋਂ +2 ਦੇ ਵਿੱਚ ਮੰਡੀ ਕਲਾਂ ਪੜ੍ਹਦਾ ਹੁੰਦਾ ਸੀਗਾ ਜੀ। ਵੀ ਮੈਨੂੰ ਅੱਧ ਵਿਚਾਲੇ ਮੈਨੂੰ ਹਟਣਾ ਵੀ ਪੈ ਗਿਆ ਉਦੋਂ, ਵੀ +2 ਮੈਂ ਪੂਰੀ ਨਹੀਂ ਕਰ ਸਕਿਆ। ਵੀ ਨਸ਼ੇ ਦੇ ਦੌਰ ਦੇ ਵਿੱਚ ਮੈਂ ਅੱਧ ਵਿਚਾਲੇ ਹਟ ਕੇ ਵੀ ਖੇਤੀ ਕਰਨ ਲੱਗ ਗਿਆ ਸੀਗਾ ਜੀ। ਮਤਲਬ ਤੁਸੀਂ ਹੁਸ਼ਿਆਰ ਸੀ ਪਰ ਨਸ਼ੇ ਦੇ ਕਾਰਨ ਆਪਣੀ ਪੜ੍ਹਾਈ ਵੀ ਛੱਡਤੀ ਜੀ। ਮੇਰੀ ਕਬੱਡੀ ਦੀ ਗੇਮ ਸੀ, ਕਬੱਡੀ ਦੀ ਗੇਮ ਵੀ ਛੱਡੀ ਗਈ ਮੇਰੀ। ਤੇ ਬਸ ਵੀ ਮੈਨੂੰ ਪਾਪਾ ਜੀ ਮੇਰੇ ਵੀ ਜਦੋਂ ਜਾਇਆ ਕਰਨਾ, ਉਹਨਾਂ ਨੂੰ ਕੋਈ ਬਹਾਨਾ 100 ਨਸ਼ੇੜੀਆਂ ਕੋਲ ਬਹਾਨੇ ਹੁੰਦੇ ਜੀ, ਮੈਂ ਅੱਜ ਐਂ ਕਰ ਦੂੰ, ਉਹ ਕਰਨਾ ਕੰਮ ਆਹ ਕਰਨਾ, ਕਰਦੇ ਕਰਾਉਂਦੇ ਜੀ ਬਸ ਪੱਕੇ ਹੋ ਗਏ ਜੀ ਬਾਈ ਜੀ। ਫਾਦਰ ਸਾਹਿਬ ਕੀ ਕੰਮ ਕਰਦੇ? ਫਾਦਰ ਸਾਹਿਬ ਤਾਂ ਬਸ ਜੀ ਥੋੜ੍ਹੇ ਜਿਹੇ ਨਾ ਢਿੱਲੇ ਜਿਹੇ ਰਹਿੰਦੇ ਨੇਗੇ, ਢਿੱਲਾ ਜਿਹਾ ਰਹਿਣ ਕਰਕੇ ਵੀ ਖੇਤੀ ਖੂਤੀ ਸਾਡੀ ਬਾਹਨ ਠੇਕੇ 'ਤੇ ਹੁੰਦਾ ਸੀਗਾ। ਤੇ ਉਹ ਵੀ ਥੋੜ੍ਹਾ ਜਿਹਾ ਸਾਡੇ ਘਰੇ ਨਾ ਬਾਈ ਜੀ ਅਸਲ ਸੱਚ ਮੈਂ ਜ਼ਿੰਦਗੀ 'ਚ ਹੁਣ ਇਹ ਪ੍ਰਣ ਲਿਆ ਵੀ ਜਿਹੜੀ ਜ਼ਬਾਨ 'ਚੋਂ ਨਿਕਲੂ ਮੈਂ ਸੱਚ ਹੀ ਕਹੂੰਗਾ। ਥੋੜ੍ਹਾ ਜਿਹਾ ਉਹ ਵੀ ਨਸ਼ਾ ਪੱਤਾ ਕਰਦੇ ਸੀਗੇ, ਠੀਕ ਹੈ ਨਾ। ਉਹਦੇ ਕਰਕੇ ਮੈਨੂੰ ਐਂ ਹੋਗਾ ਵੀ ਜਦੋਂ ਇਹ ਆਪ ਕਰਦੇ ਆ ਫਿਰ ਆਪਾਂ ਨੂੰ ਕੌਣ ਰੋਕ ਦੂਗਾ। ਤੇ ਵੀ ਮੈਂ ਐਂ ਕਹਿਣਾ ਵੀ ਆਪਦੇ ਜਦੋਂ ਤੁਹਾਡਾ ਧੀ ਪੁੱਤ ਜਵਾਨੀ ਦੇ ਵਿੱਚ ਪੈਂਦਾ ਨਾ, ਉਹਦਾ ਰੱਖੋ ਵੀ ਇਹ ਕਿਹੜੇ ਯਾਰਾਂ ਦੋਸਤਾਂ 'ਚ ਪੈਂਦਾ ਹੈ, ਕਿਹਦੇ ਕੋਲੇ ਖੜਦਾ ਹੈ, ਲੇਟ ਕਿਉਂ ਆਉਂਦਾ ਹੈ, ਉਹ ਸਾਰਾ ਉਹਨਾਂ ਦਾ ਪਤਾ ਹੋਣਾ ਚਾਹੀਦਾ ਜੀ। ਤੇ ਫੇਰ ਹੀ ਤੁਸੀਂ ਜਾ ਕੇ ਆਪਦੇ ਧੀ ਪੁੱਤ ਨੂੰ ਕਰੋ। 2000 ਦੇ ਵਿੱਚ ਸਿੱਧੂ ਬਾਈ ਪੈਰ ਪੈਂਦੇ ਆ ਇਸ ਦਲਦਲ ਦੇ ਵਿੱਚ,
ਕਦੋਂ ਪਤਾ ਲੱਗਦਾ ਕਿ ਹੁਣ ਮੈਂ ਇਸ ਦਲਦਲ ਦੇ ਵਿੱਚ ਇਸ ਕਦਰ ਧਸ ਚੁੱਕਿਆ ਕਿ ਗਲ ਤੱਕ ਮੇਰੇ ਦਲਦਲ ਆ ਚੁੱਕੀ ਆ, ਹੁਣ ਬਾਹਰ ਨਿਕਲਣਾ ਔਖਾ ਆ? ਕਦੋਂ ਇਸ ਚੀਜ਼ ਦਾ ਤੁਹਾਨੂੰ ਅਹਿਸਾਸ ਹੋਇਆ ਕਿ ਯਾਰ ਹੁਣ ਤਾਂ ਮੈਂ ਪੂਰੀ ਤਰ੍ਹਾਂ ਵਿੱਚ ਧਸ ਚੁੱਕਿਆ ਆ? ਜਾਂ ਉਹ ਨਸ਼ਾ ਕਦੋਂ ਲੱਗਿਆ ਜਿਹੜੇ ਨਸ਼ੇ ਬਿਨਾਂ ਕਹਿੰਦੇ ਆ ਕਿ ਮੁੰਡਾ ਤੜਫਦਾ ਹੀ ਰਹਿੰਦਾ, ਜਿਹੜਾ ਨਸ਼ੇ ਬਿਨਾਂ ਬਸ ਐਂ ਵੱਲੋਂ ਵੀ ਜਾਂ ਤਾਂ ਫਿਰ ਜ਼ਿੰਦਗੀ ਗਈ ਜਾਂ ਫਿਰ ਨਸ਼ਾ ਮਿਲੇ? ਮੈਂ ਨਾ ਬਾਈ ਜੀ ਵੀ ਛੁੱਟੀਆਂ ਦੇ ਵਿੱਚ ਮੈਂ ਮੇਰੇ ਨਾਨਕੇ ਗਿਆ, ਵੀ ਦਿਲੋਂ ਐਂ ਜੇ ਹੋ ਗਿਆ ਵੀ ਯਾਰ ਉੱਥੇ ਸਮਾਇਕ ਬਹੁਤ ਜ਼ਿਆਦਾ ਸੀਗੀ ਜੀ। ਇਹ ਕਿਹੜੇ ਸੰਨ ਦੀ ਗੱਲ ਆ? ਇਹ 2003 ਦੀ ਸਾਲ ਦੀ ਗੱਲ ਹੈ ਜੀ। 3 ਸਾਲਾਂ ਬਾਅਦ ਪਹਿਲਾਂ ਮੈਂ ਸ਼ੀਸ਼ੀਆਂ ਜਾਂ ਪੀਂਦਾ ਰਹਿੰਦਾ ਜੀ, 2-2.5 ਸਾਲ ਸ਼ੀਸ਼ੀਆਂ ਤੇ ਲਾਏ ਜੀ ਮੈਂ। ਉਸ ਤੋਂ ਬਾਅਦ ਜਦੋਂ ਸਮੈਕ ਦਾ ਪਤਾ ਲੱਗ ਗਿਆ ਵੀ ਮੈਂ ਉੱਥੇ, ਮੈਨੂੰ ਖਿੱਚ ਹੋਈ ਵੀ ਬਾਪਾ ਆਹ ਤਾਂ ਦੇਖੀ ਯਾਰ ਵੱਡਾ ਨਸ਼ਾ ਕੀ ਹੁੰਦਾ। ਮੈਂ ਮੇਰੇ ਨਾਨਕੇ ਗਿਆ ਜੀ, ਮੇਰੇ ਨਾਨਕੇ ਜਾ ਕੇ ਉੱਥੇ ਮੈਂ ਸਮੈਕ ਵਗੈਰਾ ਪੀਤੀ। ਉਹ ਚੜ੍ਹਦੀ ਜਵਾਨੀ 'ਚ ਬਾਈ ਥੋੜ੍ਹਾ ਜਿਹਾ ਨਾ ਇੱਕ ਤਰ੍ਹਾਂ ਦਾ ਵੀ ਬੈਲਪਣਾ ਵੀ ਲਾ ਲਓ ਆਪਾਂ, ਹੈ ਨਾ, ਵੀ ਯਾਰ ਉਹ ਦਲੇਰੀ ਬੰਦੇ ਨੂੰ ਦੇਣੀ। ਮਹੀਨਾ 1.5 ਮਹੀਨਾ ਦਲੇਰੀ ਆਉਂਦੀ, ਖੂਨ ਸੁੱਕਣ ਲੱਗ ਜਾਂਦਾ ਫਿਰ ਵੀ ਉਹ ਮੈਂ ਉਸ ਦੇ ਵਿੱਚ ਸਮੈਕ ਦੇ ਵਿੱਚ ਲੱਗ ਗਿਆ। ਤੇ ਜਦੋਂ ਮੈਂ ਆਇਆ ਆ ਕੇ ਫਿਰ ਮੈਨੂੰ ਉਹੀ ਚਾਹਨਾ ਹੋਈ ਵੀ ਆਪਾਂ ਉਹੀ ਕਰੀਏ ਯਾਰ। ਜਦੋਂ 15-20 ਦਿਨਾਂ ਬਾਅਦ ਵੀ ਮੇਰੇ ਕੋਲੇ ਪੈਸੇ ਪੂਸੇ ਘਟਣ ਲੱਗ ਗਏ ਜੀ, ਤੇ ਮੈਂ ਦੇਖਿਆ ਵੀ ਤੋੜ ਦੀ ਤਾਂ ਬਹੁਤ ਜ਼ਿਆਦਾ ਵੱਧ ਗਈ ਜੀ। ਫਿਰ ਮੈਂ ਘਰੋਂ ਪਾਪੇ ਨੂੰ ਲੜ ਵੀ, ਪਰ ਮੈਨੂੰ ਘਰੋਂ ਸਿੱਖਿਆ ਇਹ ਜੀ ਸੀ, ਨਾ ਤਾਂ ਮੈਂ ਮਾਂ ਪਿਓ ਦੇ ਮੂਹਰੇ ਬੋਲਿਆ ਸੀਗਾ ਜੀ, ਤੇ ਨਾ ਮੈਂ ਕਿਤੇ ਹੱਥ ਚੱਕਣਾ ਤਾਂ ਬਹੁਤ ਦੂਰ ਦੀ ਗੱਲ ਆ। ਮੈਂ ਤੁਹਾਨੂੰ ਫੇਮ ਲੈਣ ਦਾ ਮਾਰਾ ਮੈਂ ਕਹੀ ਜਾਵਾਂ ਹੱਥ ਜੀ ਚੱਕ ਲਿਆ, ਮੈਂ ਕਹਿੰਦਾ ਨਹੀਂ ਜੀ। ਮੇਰੇ ਪਰਿਵਾਰ ਦੀ ਸਿੱਖਿਆ ਚੰਗੀ ਸੀ ਮੈਨੂੰ ਵੀ ਮੈਂ ਲੜ ਭਿੜ ਕੇ ਜਾ, ਮੈਂ ਆਪਦੇ ਆੜਤੀਆਂ ਨਾਲ ਲੜ ਭਿੜ ਕੇ ਮੈਂ ਉਹਨਾਂ ਤੋਂ ਪੈਸੇ ਲੈਂਦਾ, ਲੈ ਕੇ ਆਪਦਾ ਨਸ਼ੇ ਦਾ ਘਰ ਪੂਰਾ ਕਰਦਾ ਜੀ। ਤੇ ਉਦੋਂ ਬਾਅਦ ਥੋੜ੍ਹਾ ਜਿਹਾ ਮੰਡੀ ਦੇ ਵਿੱਚ ਸਾਡੇ ਵੀ ਥੋੜ੍ਹਾ ਗੈਂਗਸਟਰ ਲਾ ਲਓ, ਗੈਂਗਸਟਰ ਹੁੰਦੇ ਆ ਜਿਹੜੇ, ਹੈ ਨਾ, 2-3 ਮੁੰਡੇ, ਉਹਨਾਂ ਨਾਲ ਹੋ ਗਿਆ। ਅਸੀਂ ਬੈਲਪਣਾ ਚੜ੍ਹਦੀ ਜਵਾਨੀ ਚ ਲਾ ਲਓ, ਹੈ ਨਾ, ਮੁੱਛ ਫੁੱਟਦੀ ਸੀਗੀ, ਮੁੱਛ ਖੂਨ ਖੋਲਦਾ ਸੀਗਾ। ਉਹ ਆਪ ਨੂੰ ਤਾਂ ਸਾਨੂੰ ਪਤਾ ਨਹੀਂ ਵੀ ਅਸੀਂ ਆਪ ਵੀ ਗਲਤ ਆਂਗੇ। ਜਿਹੜੇ ਕੋਈ ਆਹ ਸੱਟਾ ਲਵਾਉਣ ਵਾਲੇ ਹੁੰਦੇ ਆ, ਕੋਈ ਨਸ਼ਾ ਵੇਚਣ ਵਾਲੇ ਹੁੰਦੇ ਆ, ਅਸੀਂ ਉਹਨਾਂ ਤੋਂ ਹਫ਼ਤੇ ਲੈਣ ਲੱਗ ਗਏ ਜੀ। ਹਫ਼ਤੇ ਲੈ ਲੂ ਕੇ ਆਪਦਾ ਕਿਵੇਂ ਨਾ ਕਿਵੇਂ ਵੀ ਅਸੀਂ ਆਪਦਾ ਤੜਕੇ ਦਾ ਕੋਟਾ ਪੂਰਾ ਕਰ ਲੈਂਦੇ ਸੀ ਵੀ ਆਪਾਂ ਨੂੰ ਤੜਕੇ ਨੂੰ ਇੰਨੇ ਪੈਸਿਆਂ ਦੀ ਲੋੜ ਹੋਊਗੀ ਤੇ ਆਪਾਂ ਉਨੇ ਕੁ ਪੈਸੇ ਆਪਾਂ ਕਰ ਲੈਂਦੇ ਸੀ ਇਕੱਠੇ ਜੀ। ਅਸੀਂ ਜਦੋਂ ਸ਼ੀਸ਼ੀਆਂ ਦੀ ਸ਼ੁਰੂਆਤ ਹੁੰਦੀ ਉਦੋਂ ਕੀ ਰੇਟ ਦੀ ਹੁੰਦੀ ਸੀ? ਕਿੰਨੇ ਕੁ ਦਾ ਇੱਕ ਦਿਨ ਦਾ ਨਸ਼ਾ ਹੋ ਜਾਂਦਾ ਸੀ? 2000 ਦੀ ਗੱਲ ਕਰ ਰਿਹਾ ਮੈਂ, ਜਦੋਂ ਤੁਸੀਂ +2 ਦੇ ਵਿੱਚ ਹੁੰਦੇ ਸੀ, ਕਿਉਂਕਿ ਤੁਸੀਂ ਪੜ੍ਹਦੇ ਹੁੰਦੇ ਸੀ ਤਾਂ ਪੜ੍ਹਦਿਆਂ ਨੂੰ ਸਾਨੂੰ ਇੰਨੇ ਪੈਸੇ ਵੀ ਨਹੀਂ ਮਿਲ ਪਾਉਂਦੇ ਹੁੰਦੇ, ਹੈ ਨਾ, ਤਾਂ ਉਦੋਂ ਕਿੰਨੇ ਕੁ ਦਾ ਨਸ਼ਾ ਇੱਕ ਦਿਨ ਦੇ ਵਿੱਚ ਕਰ ਜਾਂਦੇ ਸੀ? ਉਦੋਂ ਜੀ ਵੀਰੇ 150 ਰੁਪਏ ਦੀਆਂ 2 ਸ਼ੀਸ਼ੀਆਂ ਤੇ 2 ਪੱਤੇ ਆ ਜਾਂਦੇ ਸੀਗੇ ਉਦੋਂ ਇੱਥੇ ਸਾਡੇ। ਹੁਣ ਨਾ ਤਾਂ ਕੀ ਲੈਣਾ ਜੀ, ਮੈਡੀਕਲਾਂ ਤੋਂ ਆਮ ਹੀ ਮਿਲ ਜਾਂਦੀਆਂ ਸੀ ਉਹ ਚੀਜ਼ਾਂ, ਆਮ ਹੀ ਮਿਲ ਜਾਂਦੀਆਂ। ਉਹ ਚੱਲ ਲੈ ਕੇ ਅਸੀਂ ਫਿਰ 3-4 ਮੇਰੇ ਨਾਲ ਇਕੱਠੇ ਹੋ ਗਏ, ਅਸੀਂ ਲਿਆ ਕੇ ਇਕੱਠਾ ਜਿਵੇਂ ਸਟਾਕ ਮੈਡੀਕਲ 'ਚ ਰੱਖਦੇ ਹੁੰਦੇ ਆਪਾਂ, ਇਕੱਠਾ ਸਟਾਕ ਰੱਖ ਲਿਆ ਕਰੀਏ। ਘਰੋਂ ਬਹਾਨਾ ਮਾਰਦਾ ਕਿ ਜੀ ਅੱਜ ਤਾਂ ਮੈਂ ਰੇਹ ਪਾਉਣੀ ਆ ਖੇਤ, ਅੱਜ ਤਾਂ ਜੀ ਮੈਂ ਐਂ ਕਰਨਾ ਖੇਤ, ਉਹ ਕਰਨਾ, ਉਹ ਇਕੱਠੇ ਘਰੋਂ ਪੈਸੇ ਫੜਦੇ ਲਿਆ ਕੇ ਆਪਦਾ ਉਹ ਰੱਖ ਲਾਂਦੇ। ਕਿਉਂ ਬਜ਼ੁਰਗ ਥੋੜ੍ਹੇ ਜਿਹੇ ਢਿੱਲੇ ਰਹਿਣ ਕਰਕੇ ਪਾਪਾ ਜੀ ਮੇਰੇ ਖੇਤ ਖੂਤ ਜਾਂਦੇ ਨੇ, ਉਹਨਾਂ ਨੂੰ ਪਤਾ ਲੱਗਦਾ ਵੀ ਕੀ ਹੋਇਆ ਕੀ ਨਹੀਂ ਹੋਇਆ। ਉਹ ਜਿਹੜਾ ਵੀ ਕੋਈ ਖਰਚਾ ਹੁੰਦਾ ਫਸਲ ਦਾ ਹੁੰਦਾ ਉਹ ਮੈਂ ਆਪਦੇ ਨਸ਼ੇ ਰਾਹੀਂ ਦੀ ਕੱਢ ਦਿੰਦਾ, ਤੇ ਉਹ ਫਸਲ ਨੇ ਤਾਂ ਤੁਹਾਨੂੰ ਪਤਾ ਫਿਰ ਹੋਣਾ ਹੀ ਕੀ ਸੀਗਾ। ਤੇ ਉਦੋਂ ਬਾਅਦ ਵੀ ਮੇਰੇ ਤੇ ਕਰਜ਼ਾ ਵੀ ਚੜ੍ਹਦਾ ਗਿਆ ਹੌਲੀ ਹੌਲੀ, ਤੇ ਚੜ੍ਹਨਾ ਹੀ ਸੀਗਾ ਜੀ ਜਦੋਂ ਮੈਂ ਖੇਤੂ ਹੀ ਨਹੀਂ ਸੀ ਚੱਜ ਦੀ ਕਰਦਾ ਹੁੰਦਾ। ਤੇ ਬਸ ਐਂ ਕਰਦੇ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਜੀ ਵੀ ਮੈਂ ਕਿਹੜੇ ਟਾਈਮਾਂ 'ਚ ਹੋ ਗਿਆ। ਇੱਕ ਦਿਨ ਦਾ 150 ਦਾ ਨਸ਼ੇ ਤੋਂ ਸ਼ੁਰੂਆਤ ਹੁੰਦੀ ਹੈ ਜੀ। ਐਂਡ ਕਿੱਥੇ ਤੱਕ ਗਿਆ ਵੀ ਇੱਕ ਦਿਨ ਦਾ ਯਾਰ ਇੰਨਾ? ਇੱਕ ਦਿਨ ਦਾ ਵੀਰ ਜੀ ਮੈਂ 4500 ਰੁਪਈਆ ਚਿੱਟੇ ਤੇ ਇੱਕ ਦਿਨ ਦਾ ਵੀ ਕਰ ਲਿਆ। ਕਰਨ ਸਾਰ ਮੈਂ ਫੇਰ ਵੀ ਕਰਨ ਸਾਰ ਵੀ ਮੈਂ ਆਪਦੀਆਂ ਨਾੜਾਂ ਨੂੜਾਂ ਸਾਰੀਆਂ ਇਹ ਖਤਮ ਹੀ ਕਰਤੀਆਂ ਸੀਗੀਆਂ ਜਮਾ। ਇੱਥੋਂ ਪੁੜਪੜੀਆਂ ਲਾ ਕੇ ਸ਼ੀਸ਼ਾ ਲਾ ਕੇ ਪੁੜਪੜੀ ਦੇ ਵਿੱਚ ਵੀ ਲਾ ਕੇ ਮੈਂ ਦੇਖਦਾ ਵੀ ਚਲੋ ਵੀ ਦੇਖੀਏ। ਹਾਂਜੀ ਹਾਂ। ਫਿਰ ਮੈਨੂੰ ਘਰੋਂ ਵੀ ਥੋੜ੍ਹਾ ਜਿਹਾ ਕੌਂਸਣ ਲੱਗ ਗਏ ਵੀ ਨਹੀਂ ਅਸੀਂ ਤਾਂ ਤੈਨੂੰ ਦਿੰਦੇ ਨਹੀਂ, ਜਾ ਤੂੰ ਕਿੱਥੇ ਕਰਨਾ ਕਰ, ਮਰ ਜਾ, ਸਾਡੇ ਕੰਨੇ ਹੋ ਜਾ ਉਹ ਹੋ ਜਾ। ਫਿਰ ਬਾਈ ਜੀ ਮੈਂ ਸਪਰੇਅ ਵੀ ਪੀਤੀ। ਸਪਰੇਅ ਪੀ ਕੇ ਵੀ ਮੈਨੂੰ, ਕਦੋਂ ਦੀ ਗੱਲ ਆ ਇਹ ਹੈਗੀ ਆ ਜੀ 2013-14 ਦੇ ਲਗਭਗ ਜੀ ਹੋ ਸਕਦੀ। ਮਤਲਬ ਸੁਸਾਈਡ ਕਰਨ ਦੀ ਕੋਸ਼ਿਸ਼ ਵੀ ਜ਼ਿੰਦਗੀ ਤਾਂ ਖਤਮ ਹੈ ਹੁਣ, ਪੈਸੇ ਹੀ ਮਿਲਣੋਂ ਹਟ ਗਏ ਆਪਾਂ ਨੂੰ, ਤੇ ਇੱਕ ਤਰ੍ਹਾਂ ਦੀ ਮੌਤ ਹੀ ਆਪਣੇ ਸਾਹਮਣੇ। ਮੈਂ ਆਪਦੀ ਮੌਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਮੈਨੂੰ 21-22 ਦਿਨਾਂ ਬਾਅਦ ਹੋਇਆ ਡਾਕਟਰ ਬਾਂਸਲ ਨੇ ਰਾਮਪੁਰੇ, ਉਹ ਪਹਿਲਾਂ ਪੁਰਾਣਾ ਫਾਟਕ ਹੁੰਦਾ ਜਿਹੜਾ ਆਪਣੇ ਪੁਰਾਣੇ ਫਾਟਕਾਂ ਤੇ ਉੱਥੇ ਸੀਗਾ, ਹੁਣ ਬਾਹਰ ਹਸਪੀਟਲ ਵਗ ਗਿਆ ਜੀ। ਉੱਥੇ ਮੈਂ ਜਾ ਕੇ ਥੋੜ੍ਹਾ ਜਿਹਾ ਇਲਾਜ ਕਰਵਾਇਆ ਜੀ ਘਰਦਿਆਂ ਨੇ ਮੇਰਾ। ਸੁਖਵੀਰ ਬਾਈ 4500 ਰੁਪਈਆ, ਹਾਂਜੀ ਹਾਂਜੀ, ਜੇਕਰ ਆਪਾਂ ਗੱਲ ਸਿੱਧੀ ਜੀ ਕਰ ਲਈਏ ਇਹਦੇ 'ਚ ਤਾਂ ਕੋਈ ਐਤਵਾਰ ਵੀ ਨਹੀਂ ਹੈਗਾ ਬਈ ਯਾਰ ਐਤਵਾਰਾ ਚੱਲ ਅੱਜ ਨਾ ਹੋਊਗਾ। 1,20,000 ਬਣਦਾ। ਹਾਂਜੀ ਹਾਂਜੀ ਬਣਦਾ ਜੀ, ਸੁੱਕਾ ਫੁੱਕਾ ਜਦੋਂ ਵੱਧ ਹੀ ਜਾਂਦਾ ਬਣਦਾ ਜੀ। ਫਿਰ 1,20,000 ਜੇ ਇੱਕ ਕਿਸਾਨ ਦਾ ਪੁੱਤ 1,20,000 ਪੂਰਾ ਕਿਵੇਂ ਕਰਦਾ ਸੀ? ਪੂਰਾ ਤਾਂ ਕਰਿਆ ਤਾਂ ਹੁਣੇ ਹੋ ਤੁਸੀਂ ਕਿਹਾ ਮੈਂ ਭਾਈ 4500 ਦਾ ਪੀ ਜਾਂਦਾ ਸੀ, ਇਹ ਪੂਰਾ ਕੀਤਾ ਇਹ ਕਿਵੇਂ? ਫਿਰ ਉਸ ਦੌਰ ਦੇ ਵਿੱਚ ਇਹ ਪੈਸੇ ਪੂਰੇ ਹੋਏ ਇੱਕ ਮਹੀਨੇ? ਤੁਹਾਨੂੰ ਮੈਂ ਦੱਸਦਾ ਜੀ, ਉਹ ਪੂਰਾ ਨਾ ਥੋੜਾ ਜਿਹਾ ਕਿੱਥੇ ਤਾਂ ਹੁਣ ਐ ਨਾ ਵੀ ਮੇਰੇ ਦੇਖਣ ਵਾਲੇ ਕਹਿਣ ਵੀ ਆਪਦੇ
ਪਾਪਾ ਨੂੰ ਥੋੜਾ ਜਿਹਾ ਹੋਣਾ ਵੀ ਕਿਤੇ ਤਾਂ ਉਹਨਾਂ ਨੇ ਮੈਨੂੰ ਸਮਝਾਉਣਾ ਸੀ ਵੀ ਨਹੀਂ ਬੇਟਾ ਆਪਾਂ ਯਾਰ ਕੋਈ ਮੇਰੇ ਤੇ ਕੇਸ ਹੋ ਗਿਆ, ਕੋਈ ਲੜਾਈ ਪੜਾਈ ਕਿਸੇ ਨਾਲ ਮੇਰੇ ਤੇ ਪਰਚਾ ਹੋ ਗਿਆ, ਕਿਤੇ ਉਹਨਾਂ ਨੇ ਸਮਝਾਉਣਾ ਸੀ ਵੀ ਨਹੀਂ ਯਾਰ ਆਪਾਂ ਤੂੰ ਇਹ ਕੰਮਾਂ 'ਚ ਗਲਤ ਹੈ ਜਾਂ ਮੈਨੂੰ ਕਿਤੇ ਸੈਂਟਰ 'ਚ ਸੱਟਦੇ ਹੋਰ ਕਰਦੇ। ਉਹ ਕਿੱਥੇ ਜਾ ਕੇ ਜੋ ਥਾਣੇ 'ਚ ਛਡਾਉਣ ਜਾਂਦੇ ਜਾਂ ਹੋਰ ਨਾਲ ਪਿੰਡ ਦੀ ਪੰਚਾਇਤ ਹੁੰਦੀ ਵੀ ਇਹਨੂੰ ਮੁੰਡੇ ਨੂੰ ਕੁਛ ਹੋਣਾ ਨਹੀਂ ਚਾਹੀਦਾ, ਮੈਂ ਅੱਧੀ ਕਨਾਲ ਵੇਚ ਦੂੰ ਆਪਦੀ। ਅੱਛਾ ਜੀ। ਕਨਾਲ ਮੈਂ ਵੇਚ ਦੂੰ, ਮੇਰੇ ਮੂੰਹ ਕਿਉਂ ਲਾੜਪਣੇ ਜੇ 'ਚ ਹੁੰਦਾ ਜੀ ਅੱਜ ਕੱਲ੍ਹ ਧੀ ਪੁੱਤ ਲਾੜਪਣੇ 'ਚ ਹੀ ਵਿਗੜਦੇ ਆ, ਉਹ ਨਹੀਂ ਵਿਗੜਦੇ ਉਹ ਬਾਹਲੇ ਲਾੜ ਜੇ 'ਚ ਹੋ ਜਾਣ। ਮੈਨੂੰ ਐਂ ਹੋ ਗਿਆ ਵੀ ਚੱਲ ਵੱਧ ਤੋਂ ਵੱਧ ਕਰਜ਼ਾ ਹੀ ਹੈ, ਕਿੱਲਾ ਵੇਚ ਕੇ ਲਾ ਦੇਣਗੇ, ਪਰਮਾਤਮਾ ਤਾਂ ਮੇਰੇ ਕੋਲੇ ਵਧੀਆ ਜ਼ਮੀਨ ਜਾਇਦਾਦ ਗੁਜ਼ਾਰੇ ਜੋਗੀ ਹੈਗੀ ਹੈ ਜੀ ਹੈ ਨਾ। ਬਸ ਇਹ ਹੁੰਦਾ ਜੀ ਫਿਰ ਮੈਨੂੰ 2 ਕਿੱਲੇ ਆਖਰ ਵੇਚ ਕੇ ਉਹ ਕਰਜ਼ਾ ਵੀ ਲਾਉਣਾ ਪਿਆ ਜੀ। ਹਾਂ ਭੈਣ ਦਾ ਵਿਆਹ ਵੀ ਉਹਦੇ ਵਿੱਚ ਹੀ ਕੀਤਾ ਮੈਂ ਤੇ ਮੇਰਾ ਕਰਜ਼ਾ ਵੀ ਲੈਂਦਾ ਰਿਹਾ। ਪਹਿਲੀ ਮੇਰੇ ਕੋਲ ਇਸ ਟਾਈਮ 9 ਕਿੱਲੇ ਨੇ ਜੀ, 3 ਕਿੱਲੇ ਮੇਰੇ ਵਿਕ ਚੁੱਕੇ, 12 ਕਿੱਲੇ ਜ਼ਮੀਨ ਦੇ ਸੀ। 3 ਕਿੱਲੇ ਇਹ ਜਿਹੜੇ ਨਸ਼ੇ ਦੇ ਦੌਰ ਦੇ ਵਿੱਚ ਮੇਰਾ ਖਤਮ ਕਰਤੇ ਜੀ ਮੈਂ। ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਸ਼ਾਦੀ ਹੁੰਦੀ ਹੈ, ਜਦੋਂ ਪਤਾ 2000 ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਹੈ, ਕਿਹੜੇ ਸਾਲ ਦੇ ਵਿੱਚ ਸ਼ਾਦੀ ਹੁੰਦੀ ਹੈ? ਸ਼ਾਦੀ ਮੇਰੀ ਵੀਰ ਜੀ 2009 ਦੇ ਵਿੱਚ ਹੋਈ ਸੀਗੀ। 9 ਦੇ ਵਿੱਚ ਸ਼ਾਦੀ ਹੋਈ ਸੀਗੀ ਮੇਰੀ। ਜਦੋਂ ਆਪਣੇ ਪਰਿਵਾਰਾਂ ਦੇ ਵਿੱਚ ਵਿਆਹ ਕਰਦੇ ਆ ਨਾ, ਤੁਹਾਨੂੰ ਪਤਾ ਹੋਣਾ ਕਿ ਯਾਰ 7 ਪਿੰਡਾਂ ਤੋਂ ਪਤਾ ਕੀਤਾ ਜਾਂਦਾ ਕਿ ਮੁੰਡਾ ਕੁਝ ਕਰਦਾ ਤਾਂ ਨਹੀਂ ਭਾਈ, ਮੁੰਡੇ ਕੋਲੇ ਪੈਲੀ ਦੇ ਲਈ ਇੱਥੋਂ ਤੱਕ ਪਟਵਾਰੀਆਂ ਤੱਕ ਨੂੰ ਕਹਿ ਦਿੱਤਾ ਜਾਂਦਾ ਕਿ ਭਾਈ ਪੈਲੀ ਦੇਖ ਇੰਨੀ ਆ ਕਿਤੇ ਗੱਪ ਸੜਾ ਪਤਾ ਨਹੀਂ ਮਾਰਦਾ। 2000 ਦੇ ਵਿੱਚ ਸ਼ੁਰੂਆਤ ਹੁੰਦੀ ਆ, 9 ਦੇ ਵਿੱਚ ਜਾਂਦੇ ਜਾਂਦੇ ਦਲਦਲ ਦੇ ਵਿੱਚ ਅੱਧੇ ਤੌਰ ਤੇ ਫਸ ਚੁੱਕੇ ਸੀ, ਜਾਂ ਮੈਂ ਕਹਿੰਦਾ ਵੀ ਢਿੱਡ ਤੱਕ ਤਾਂ ਫਸ ਚੁੱਕੇ ਸੀ ਹਨਾ। ਤਾਂ ਫਿਰ ਸ਼ਾਦੀ ਦੇ ਲਈ ਕਿਵੇਂ ਹਾਂ ਆਉਂਦੀ ਆ, ਹਾਂ ਪੱਖੀ ਜਿਹੜਾ ਜਵਾਬ ਕਿਵੇਂ ਆਉਂਦਾ ਜਦੋਂ ਮੁੰਡੇ ਦਾ ਪਤਾ ਲੱਗਦਾ ਕਿ ਵੀ ਮੁੰਡਾ ਤਾਂ ਨਸ਼ੇ ਪੱਤੇ ਕਰਦਾ, 12ਵੀਂ ਵੀ ਨਹੀਂ ਪੂਰੀ ਕੀਤੀ, ਉਹ ਵੀ ਖੇਤੀਬਾੜੀ ਕਰਦਾ ਆ, ਉਸ ਤੋਂ ਬਾਅਦ ਨਸ਼ੇ ਪੱਤੇ ਕਰਦਾ ਆ, ਤੇ ਬਾਪ ਵੀ ਜਿਹੜਾ ਆ ਇਸ ਤਰ੍ਹਾਂ ਦੇ ਵਿੱਚ ਰਹਿ ਚੁੱਕਿਆ ਬੈਕਗ੍ਰਾਉਂਡ ਆ। ਤਾਂ ਫਿਰ ਉਹ ਨਾ ਜਦੋਂ ਮੇਰੀ ਸ਼ਾਦੀ ਹੋਈ ਜੀ, ਮੇਰੀ ਸ਼ਾਦੀ ਦੇ ਵੇਲੇ ਮੈਂ ਕੁਛ ਕੁ ਥੋੜਾ ਜਿਹਾ ਟਾਈਮ ਉਹ ਮੋਮੋਟੈਲ ਗੋਲੀਆਂ ਜਿਹੀਆਂ ਹੁੰਦੀਆਂ, ਉਹ ਮੋਮੋਟੈਲ ਜਿਹੀਆਂ ਗੋਲੀਆਂ ਜਿਹੀਆਂ ਮੈਂ ਖਾਣ ਲੱਗ ਗਿਆ ਜੀ। ਚੱਲ ਘਰਦਿਆਂ ਨੂੰ ਆ ਹੋ ਗਿਆ ਵੀ ਇਹ ਸੌਦਰ ਗਿਆ, ਤੇ ਜਿਹੜਾ ਵਿੱਚ ਵਿਚੋਲਾ ਸੀ ਪੂਰਾ ਪੜਦਾ ਰੱਖਿਆ ਜੀ। ਜਿੱਦੇ ਅਸੀਂ ਮੇਰੀ ਮੈਰਿਜ ਸੀਗੀ ਦੇਖਣ ਗਏ, ਅਸੀਂ ਥੋੜੇ ਕੁ ਦਿਨਾਂ ਬਾਅਦ ਹੀ ਮੈਰਿਜ ਦਾ ਰੱਖ ਲਿਆ। ਅੱਛਾ, ਥੋੜੇ ਕੁ ਦਿਨਾਂ ਬਾਅਦ ਹੀ ਰੱਖ ਕੇ ਵੀ ਉਹ ਮੇਰੇ ਸਹੁਰਾ ਸਾਹਿਬ ਦੀ ਡੈਥ ਹੋਈ ਹੈ ਜੀ। ਫਿਰ ਤੁਹਾਨੂੰ ਪਤਾ ਤਾਂ ਇਹ ਚਾਚਾ ਦਾ ਹਨਾ ਹੁੰਦਾ ਹੀ ਆ ਵੀ ਅੱਜ ਕੱਲ੍ਹ ਆਪਾਂ ਹੁਣ ਬੋਲਣਾ ਚਾਹੁੰਦੇ, ਤੇ ਵੀ ਉਹਨਾਂ ਨੂੰ ਵੀ ਚਲੋ ਆਪਾਂ ਵਿਆਹ ਕਰਤਾ। ਸਾਡੇ ਪਿੰਡੋਂ ਭਾਨੀਆਂ ਵੀ ਵੱਜੀਆਂ ਕਈ ਮੇਰੇ ਤੇ, ਪਰ ਮੇਰੇ ਨਾ ਸਹੁਰਾ ਸਾਹਿਬ ਨੇ ਵੀ ਜਿਹੜੇ ਇਹਨਾਂ ਦੇ ਤਾਇਆ ਜੀ ਨੇਗੇ, ਉਹ ਕਹਿੰਦੇ ਵੀ ਜੇ ਤਾਂ ਯਾਰ ਇਹ ਨਸ਼ਾ ਕਰਦਾ ਹੋਊਗਾ, ਜੇ ਸਾਡੀ ਕੁੜੀ ਦੀ ਕਿਸਮਤ ਚੰਗੀ ਹੋਈ ਤਾਂ ਵੀ ਛੱਡ ਜੂਗਾ, ਜੇ ਨਾ ਕਰਦਾ ਹੋਇਆ ਸਾਡੀ ਕੁੜੀ ਦੀ ਕਿਸਮਤ ਮਾੜੀ ਹੋਈ ਤਾਂ ਇਹ ਲੱਗ ਵੀ ਜਾਊਗਾ। ਉਹ ਕਰਦੇ ਕਰਾਉਂਦੇ ਜੀ ਮੇਰੀ ਚੱਲ ਸ਼ਾਦੀ ਹੋ ਗਈ। ਮੇਰੀ ਮਿਸੇਜ ਨੂੰ 5-4 ਮਹੀਨੇ ਤਾਂ ਨਹੀਂ ਮੈਂ ਪਤਾ ਲੱਗਣ ਦਿੱਤਾ। ਉਸ ਤੋਂ ਬਾਅਦ ਤਾਂ ਫਿਰ ਬਾਈ ਜੀ ਐਂ ਪਤਾ ਲੱਗਿਆ ਕਿ ਵੀ ਕੈਂਟਰ ਤੇ ਲਈ ਆਉਂਦੇ ਆ ਜਾਂ ਪੀਟਰ ਰੇੜੇ ਤੇ ਛੱਡ ਕੇ ਗਏ ਆ। ਉਹ ਫਿਰ ਉਹਨਾਂ ਦੇ ਦਿਲ ਹਨਾ 11 ਸਾਲ ਵੀ 12 ਸਾਲ ਉਹਨੇ ਬਹੁਤ ਉਹਨੇ ਹਨਾ। ਜਦੋਂ ਜੀਵਨ ਸਾਥਣ ਨੂੰ ਇਹ ਪਤਾ ਲੱਗਦਾ ਹੈ ਕਿ ਜਿਹਦੇ ਨਾਲ ਮੈਂ ਆਪਣੀ ਰਹਿੰਦੀ ਉਮਰ ਜਿਹੜੀ ਆ ਉਹ ਲੰਘਾਉਣੀ ਆ ਹਨਾ, ਕਿ ਮੇਰਾ ਕਿਉਂਕਿ ਪਿਛਲਾ ਘਰ ਉਦੋਂ ਟੁੱਟ ਜਾਂਦਾ ਆ, ਪਲੱਸ ਤੁਸੀਂ ਕਿਹਾ ਕਿ ਉਹਨਾਂ ਦੇ ਫਾਦਰ ਸਾਹਿਬ ਵੀ ਨਹੀਂ ਆ ਹਨਾ, ਤਾਂ ਇਹੀ ਘਰ ਹੁੰਦਾ ਆ। ਹੁਣ ਦੁਖੜੇ ਆ ਸੁਖੜੇ ਆ ਤੇ ਇਸ ਘਰ ਹੀ ਹੋਣਗੇ, ਕਿਉਂਕਿ ਆਖਿਆ ਜਾਂਦਾ ਕਿ ਹੁਣ ਧੀਏ ਤੇਰੀ ਡੋਲੀ ਅਸੀਂ ਦੇ ਚੁੱਕੇ ਹਾਂ, ਹੁਣ ਇਸ ਤੋਂ ਬਾਅਦ ਤੇਰੀ ਅਰਥੀ ਉੱਠੂ ਤਾਂ ਇਸੇ ਘਰੋਂ ਉੱਠੂ। ਤਾਂ ਉਦੋਂ ਤੁਹਾਨੂੰ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਣੀ ਆ, ਤਾਂ ਉਹ ਕੀ ਕਹਿੰਦੇ ਹੁੰਦੇ ਸੀ? ਮੈਨੂੰ ਬਹੁਤ ਜ਼ਿਆਦਾ ਸਮਝਾਉਂਦੇ ਸੀ। ਮੇਰੇ ਨਾ ਸਾਲ ਕੁ ਬਾਅਦ ਬੇਟੀ ਹੋਊਗੀ ਜੀ, ਬੇਟੀ ਹੋਣ ਕਾਰਨ ਵੀ ਉਹ ਮੈਨੂੰ ਬਹੁਤ ਸਮਝਾਇਆ ਕਰਨ ਵੀ ਆਪਣੀ ਬੇਟੀ ਹੋਊਗੀ ਜੀ ਦੇਖੋ ਹਨਾ, ਪਰ ਮੈਨੂੰ ਆਪਦਾ ਨਸ਼ਾ ਪੂਰਾ ਨਾ ਕੋਈ ਬੇਟੀ ਦਾ ਪਿਆਰ ਨਾ, ਬਸ ਮੈਨੂੰ ਆਊਗਾ ਵੀ ਚੱਲ ਤਾਂ ਬੱਚਾ ਹੋ ਗਿਆ ਆਪਣੇ। ਹੁਣ ਮੈਨੂੰ ਥੋੜਾ ਫਿਰ ਉਦੋਂ ਵੀ ਜ਼ਿਆਦਾ ਹੋ ਗਈ ਵੀ ਹੁਣ ਆਪਾਂ ਨੂੰ ਕੌਣ ਉਹ ਕਰਨ ਵਾਲਾ। ਤੇ ਉਹਨੂੰ ਜਦੋਂ 1-2 ਵਾਰੀ ਲੈ ਕੇ ਵੀ ਗਏ ਆ ਜੀ, ਵੀ ਛੱਡ ਸਮਾਨ ਸਹੁਰਾ ਪਰਿਵਾਰ ਲੈ ਵੀ ਗਏ ਉਹਨੂੰ ਲੈ ਕੇ ਜਾ ਕੇ, ਪਰ ਉਹ ਕਹਿੰਦੀ ਵੀ ਜਦੋਂ ਲੈ ਕੇ 10 ਦਿਨਾਂ ਬਾਅਦ ਮੈਨੂੰ ਪਤਾ ਲੱਗਿਆ ਵੀ ਛੱਡ ਕੇ ਨਹੀਂ ਜਾਂਦੇ ਇਹ। ਅੱਛਾ, ਤੇ ਉਹ ਕਹਿੰਦੀ ਵੀ ਇੱਕ ਵਾਰੀ ਮੈਨੂੰ ਵੀ ਉੱਥੇ ਰਾਮਪਰੇ ਮੈਨੂੰ ਮਿਲਾਉਣਾ ਉਹਨਾਂ ਦੇ ਨਾਲ, ਮਿਲਾ ਦਿਓ ਮੈਨੂੰ। ਜਦੋਂ ਉਹ ਰਾਮਪਰੇ ਮੈਨੂੰ ਮਿਲਣ ਆਈ ਵੀ ਉਹ ਕਹਿੰਦੀ ਵੀ ਆ ਵੀ ਇਸ ਕਰੋ ਮੇਰੀ ਅਰਥ ਹੀ ਉੱਠੂ। ਐਂ ਲਾ ਲਓ ਵੀ ਉਹਨਾਂ ਨੇ ਘਰਾਂ ਪਰਵਿਸ਼ ਚੰਗੀ ਹੋਈ ਸੀ, ਪਤਾ ਨਹੀਂ ਉਹਦੀ ਸਿੱਖਿਆ ਚੰਗੀ ਮਿਲੀ ਹੋਈ ਸੀ ਉਹਨੂੰ ਹਨਾ, ਵੀ ਉਹ ਮੇਰੇ ਸਟੈਂਡ ਤੇ ਖੜੀ ਰਹੀ। ਕਹਿੰਦੀ ਵੀ ਇਸ ਘਰੇ ਮੇਰੀ ਡੋਲੀ ਆਈ ਤਾਂ ਮੇਰੇ ਇਸੇ ਘਰੋਂ ਅਰਥ ਹੀ ਉੱਠੂਗੀ। ਵੀ ਉਹਨੇ ਮੇਰੇ ਪਿੱਛੇ ਬਹੁਤ ਜ਼ਿਆਦਾ ਸਟੈਂਡ ਜੀ, ਮੈਨੂੰ ਮਾਲਸ਼ਾਂ ਕਰ ਮੇਰੀਆਂ ਵੀ ਕਿਵੇਂ ਤਾਂ ਲੈਣ ਤੇ ਆਓ। ਪਰ ਬਾਈ ਜਿੰਨਾ ਚਿਰ ਮਨ ਨਹੀਂ ਨਾ ਅੰਦਰੋਂ ਮੰਨਿਆ, ਕੋਈ ਮੈਨੂੰ ਸੈਂਟਰਾਂ ਸੱਟ ਦਵਾਈਆਂ ਲੈ ਮੇਰਾ ਖੂਨ ਬਦਲ ਹਨਾ ਸਾਰਾ ਕੁਛ ਕਰੀ ਗਿਆ। ਹੁਣ ਮੇਰੀਆਂ 2 ਬੇਟੀਆਂ ਨੇ ਜੀ, 2 ਬੇਟੀਆਂ ਕਰਕੇ ਹੁਣ ਪ੍ਰਮਾਤਮਾ ਨੇ ਮੇਰੇ ਤੇ ਐਡੇ ਵਧੀਆ ਵੀ ਸਵਰਗ ਬਣ ਗਿਆ ਮੇਰਾ ਘਰ। ਸਭ ਤੋਂ ਪਹਿਲਾਂ ਇਹ ਉਦਮ ਕਿਹਨੇ ਚੁੱਕਿਆ ਸੀ? ਮਾਂ ਨੇ ਤਾਂ ਚੁੱਕਿਆ ਹੀ ਹੋਣਾ। ਚਲੋ ਤੁਸੀਂ ਕਿਹਾ ਵੀ ਪਿਤਾ ਦਾ ਉਸ ਹਿਸਾਬ ਨਾਲ ਸਾਥ ਨਹੀਂ ਦਿੱਤਾ ਵੀ ਜਿਵੇਂ ਕਹਿੰਦੇ ਤੂੰ ਛੱਡ ਦੇ ਪੁੱਤ ਇਹ ਕਰਦੇ ਹਨਾ, ਬਾਅਦ ਦੇ ਵਿੱਚ ਹਾਲਾਂਕਿ ਉਹਨਾਂ ਨੂੰ ਮਹਿਸੂਸ ਜ਼ਰੂਰ ਹੋਇਆ ਹੋਣਾ ਕਿ ਯਾਰ ਮੈਂ ਆਪਣੇ ਪੁੱਤ ਨੂੰ ਗਲਤ ਰਾਹੇ ਪਾਲਿਆ, ਜਾਂ ਇਦਾਂ ਕਹਿ ਲਈਏ ਕਿ ਕੱਲਾ ਕਿ ਆਪਾਂ ਕਹਿੰਦੇ ਯਾਰ ਮੁੰਡਾ ਤੁਹਾਡਾ ਚੰਬਲ ਗਿਆ। ਹਾਂਜੀ ਚੰਬਲ ਲਾੜਪਣੇ ਚ ਹਨਾ ਜੀ। ਮੈਨੂੰ ਕਬੱਡੀ ਦਾ ਸ਼ੌਂਕ ਹੁੰਦਾ, ਨਹੀਂ ਤੇਰੀ ਉਹ ਲੱਤ ਟੁੱਟ ਜੂਗੀ, ਨਹੀਂ ਮੈਂ ਖੇਡਣ ਦਿੰਦਾ। ਮੈਨੂੰ ਸ਼ੌਂਕ ਸੀ ਮੈਂ ਗਰਾਊਂਡ 'ਚ ਜਾਵਾਂ, ਉਹ ਤੇਰੀ ਲੱਤ ਟੁੱਟ ਜੂ, ਉਹ ਲੱਤ ਮੇਰੀ ਤਾਂ ਵੀ ਟੁੱਟ ਗਈ ਜੀ। ਠੀਕ ਹੈ ਨਾ, ਜੇ ਮੈਨੂੰ ਉਹਦੀ ਥੋੜਾ ਜਿਹਾ ਮੈਨੂੰ ਗਰਾਊਂਡ ਕਰਨੀ ਧਿਆਨ ਕਰਦੇ, ਜਾਂ ਮੇਰੇ ਪਿੱਛੇ ਮੇਰੇ ਸਕੂਲ ਦੇ ਵਿੱਚ ਗੇੜਾ ਮਾਰਦੇ ਵੀ ਪੜ੍ਹਦਾ ਕਿ ਨਹੀਂ ਪੜ੍ਹਦਾ। ਖੇਤ ਮੈਂ ਜਦੋਂ ਖੇਤੀ ਕਰਨ ਲੱਗਿਆ, ਖੇਤ ਮੇਰੇ ਕੋਲ ਜਾ ਕੇ ਦੇਖਦੇ ਵੀ ਇਹ ਖੇਤ ਹੈਗਾ ਕਿ ਨਹੀਂ ਹੈਗਾ। ਸ਼ਾਇਦ ਮੈਨੂੰ ਆਪਦੇ ਆਪ ਤੇ ਇੰਨਾ ਮਾਣ ਸੀਗਾ ਜੀ, ਮੈਂ ਸ਼ਾਇਦ ਨਾ ਹੀ ਇਹ ਦਲਦਲ ਦੇ ਵਿੱਚ ਜਾਂਦਾ। ਮੈਨੂੰ ਥੋੜ੍ਹਾ ਜਿਹਾ ਘਰੋਂ ਆਇਆ ਵੀ ਚੱਲ ਪੈਸਾ ਟਕਾ ਹੈਗਾ, ਜ਼ਮੀਨ ਹੈਗੀ ਹੈ, ਵੀ ਚੱਲ ਕਿੱਡੀ ਗੱਲ ਹੈ, ਕੋਈ ਨਾ ਵਾਪਸ ਆ ਜਾਵਾਂਗੇ। ਪਰ ਵਾਪਸ ਤਾਂ ਕਿਹੜਾ ਆਉਣਾ ਸੀਗਾ ਜੀ, ਵੀ ਮੈਂ ਤਾਂ ਅੰਦਰੋਂ ਅੰਦਰ ਧੱਸਦਾ ਹੀ ਤੁਰਿਆ ਗਿਆ।
ਅੱਛਾ, ਫਿਰ ਮਾਪਿਆਂ ਨੇ ਕਦੋਂ ਕਹਿਣਾ ਸ਼ੁਰੂ ਕਰਤਾ? ਇਹ ਵੀ ਹੁੰਦਾ ਕਿ ਮਾਪੇ ਕਹਿੰਦੇ ਕਿ ਯਾਰ ਤੂੰ ਤਾਂ ਪੁੱਤ ਸਾਡੇ ਲਈ ਉਦੋਂ ਬਾਅਦ ਮਰ ਚੁੱਕਿਆ, ਤੂੰ ਹੁਣ ਨਹੀਂ ਕਰਤਾ। ਇਹ ਚੀਜ਼ਾਂ ਦੀਆਂ ਕਦੋਂ ਹੋਈਆਂ, ਕਿਹੜੇ ਸੰਨ ਦੇ ਵਿੱਚ ਸ਼ੁਰੂ ਹੋਈਆਂ? ਇਹ ਬਾਈ ਜੀ ਬਸ 2002 ਦੇ ਵਿੱਚ ਮੈਂ ਨਸ਼ਾ ਲੱਗ ਗਿਆ ਸੀ ਕਰਨ। 2004-5 ਦੇ ਵਿੱਚ ਵੀ ਉਹ ਲਾ ਕੇ ਜਦੋਂ ਮੇਰੇ ਤੇ ਕੋਈ ਪਰਚਾ ਲੜਾਈ ਦਾ ਹੋ ਗਿਆ, ਕੋਈ ਅੱਜ ਤੱਕ ਵੀ ਮੈਂ ਇੰਨੀ ਕੁ ਮੇਰੀ ਬਚਤ ਰਹੀ ਵੀ ਨਸ਼ੇ ਕੰਨਿਓ ਮੇਰੀ ਬਚਤ ਰਹੀ ਹੈ, ਕੋਈ ਨਸ਼ੇ ਦਾ ਪਰਚਾ ਹੋਰ ਵਗੈਰਾ। ਕਿਉਂ ਆਪਦਾ ਮੈਂ ਖਾਣ ਪੀਣ ਕਰਦਾ ਸੀ ਆਪਾਂ ਵੀ, ਨਾ ਕੋਈ ਵੇਚਣ ਦਾ, ਕੋਈ ਨਾ 2 ਨੰਬਰ ਦਾ ਇਹੋ ਜਿਹਾ ਵੀ ਲੜਾਈਆਂ ਪੜਾਈਆਂ ਜਦੋਂ ਪਰਚੇ ਹੋਣ ਲੱਗ ਗਏ ਤੇ ਉਹ ਜਿੰਨਾ ਜੋ ਪਿੰਡ ਦੀ ਪੰਚਾਇਤ ਜਾਇਆ ਕਰੇ ਉੱਥੇ ਜਾ ਕੇ ਮੇਰੇ ਪਾਪਾ ਹੀ ਕਿਹਾ ਕਰਨ ਯਾਰ ਇਦੋਂ ਤਾਂ ਸਾਡੇ ਕੰਨਿਓ ਮਰ ਜਾ। ਪਰ ਉੱਥੇ ਤਾਂ ਕਿਹਾ ਕਰਨ ਮੈਨੂੰ ਬਸ਼ਰਮੀ ਜੀ ਦਿਆ ਕਰਨ, ਘਰੇ ਆ ਕੇ ਉਹੀ ਗੱਲਾਂ ਜੀ। ਜਦੋਂ ਮੇਰੀ ਲੱਤ ਟੁੱਟੀ ਬਾਈ ਜੀ, ਮੇਰੀ ਲੱਤ ਟੁੱਟੀ ਦੇ ਵਿੱਚ ਵੀ ਮੈਂ ਸੁਧਰ ਸਕਦਾ ਸੀਗਾ ਵੀ ਮੈਨੂੰ ਗੱਡੀ ਸਪੈਸ਼ਲ ਕਰਾ ਕੇ ਲੈ ਕੇ ਦਿੱਤੀ। ਅੱਛਾ, ਮੈਂ ਜਦੋਂ ਲੱਤ ਟੁੱਟ ਗਈ ਮੈਂ ਮੋਟਰਸਾਈਕਲ ਦੀ ਕਿੱਕ ਮਾਰ ਲੱਗਿਆ, ਮੈਨੂੰ ਕਹਿੰਦੇ ਕਿੱਕ ਨਾ ਮਾਰ ਤੂੰ ਯਾਰ, ਮੈਂ ਤੈਨੂੰ ਗੱਡੀ ਕਿਰਾਏ ਤੇ ਮੈਨੂੰ ਗੱਡੀ ਕਰਵਾ ਕੇ ਲਿਆ ਕੇ ਦਿੱਤੀ। ਗੱਡੀ ਕਰਵਾ ਕੇ ਫਿਰ ਮੈਂ ਉਹਦੇ ਨਾਲ ਆਪਦਾ ਨਸ਼ੇ ਦਾ ਕੀਤਾ ਜੀ। ਤੇ ਵੀ ਬਸ ਮੈਂ ਥੋੜਾ ਜਿਹਾ ਨਾ ਵੀ ਪੇਰੈਂਟਸ ਨੂੰ ਇਹ ਅੱਜ ਕੱਲ੍ਹ ਦੇ ਹਨਾ ਵੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ, ਤੁਸੀਂ ਆਪਦੇ ਧੀਆਂ ਪੁੱਤਾਂ ਨੂੰ ਐਂ ਦੇਖੋ ਵੀ ਇਹ ਜਾਂਦਾ ਕਿੱਥੇ ਹੈ, ਆਉਂਦਾ ਕਿੱਥੇ ਹੈਗਾ, ਕਿਹੜੇ ਕਿਹੜੇ ਇਹਦੇ ਯਾਰ ਦੋਸਤ ਹੈ, ਕਿਹੜੇ ਕਿਹੜੇ ਕਿਵੇਂ ਆ, ਉਹਨੂੰ ਪਿੰਡ ਦੇ ਵਿੱਚ ਦੇਖੋ ਜੀ ਉਹਨਾਂ ਨੂੰ। ਅੱਛਾ, 12 ਕਿੱਲੇ ਕੁੱਲ ਪੈਲੀ ਦੇ ਆ। ਹਾਂਜੀ। ਜਦੋਂ ਬਈ 24 ਘੰਟੇ ਹੁੰਦੇ ਆ ਆਪਣੇ ਕੋਲ, ਇੱਕ ਸਮਾਂ ਇਹੋ ਜਿਹਾ ਹੁੰਦਾ ਕਿ ਜਦੋਂ ਲੋਰ ਹੁੰਦੀ ਹੈ ਨਹੀਂ ਪਤਾ ਲੱਗਦਾ, ਪਰ ਜਦੋਂ ਨਾਰਮਲ ਹੁੰਦੇ ਉਦੋਂ ਤਾਂ ਇਹ ਸੋਚ ਆਉਂਦੀ ਹੋਣੀ ਹੈ ਕਿ ਯਾਰ 12 ਕਿੱਲੇ ਪੈਲੀ ਦੇ ਆ, ਸਿਰਫ ਖੇਤੀ ਕਰਦਾ, ਹੋਰ ਕੋਈ ਧੰਦਾ ਹੈ ਨਹੀਂਗਾ। ਤਾਂ ਫਿਰ ਜੇ ਨਸ਼ਾ ਕਰੀ ਗਿਆ ਤਾਂ ਫਿਊਚਰ ਬਾਰੇ ਕੀ ਹੋਊਗਾ, ਆਉਣ ਵਾਲੇ ਕੱਲ੍ਹ ਬਾਰੇ ਕੀ ਹੋਊਗਾ? ਮੇਰਾ ਵਿਆਹ ਵੀ ਹੋ ਗਿਆ, ਉਸ ਤੋਂ ਬਾਅਦ ਮੈਂ ਆਪਣੀ ਬੇਟੀ ਨੂੰ ਵੀ ਵਿਆਹੁਣਾ ਆ, ਹੈ ਨਾ। ਤਾਂ ਆਉਣ ਵਾਲੇ ਕੱਲ੍ਹ ਬਾਰੇ ਕਦੇ ਸੋਚ ਆਉਂਦੀ ਸੀ ਉਸ ਦੌਰ ਦੇ ਵਿੱਚ? ਕਦੇ ਸੋਚ ਆਈ ਸੀ ਤੁਹਾਡੀ? ਉਹ ਨਾ ਬਾਈ ਜੀ ਦੌਰ ਦੇ ਵਿੱਚ ਮੈਂ ਵੀ ਤੁਹਾਨੂੰ ਦਿਲੋਂ ਕਹਿਣਾ ਹੈ ਨਾ ਵੀ ਮੈਨੂੰ ਕਿਤੇ ਵੀ ਨਹੀਂ ਸੀ ਐਂ ਦੌਰ ਦੇ ਵਿੱਚ ਆਏ ਵੀ ਸੋਚ ਆਈ ਹੋਵੇ। ਬਸ ਮੇਰੇ ਤਾਂ ਦਿਮਾਗ ਦੇ ਵਿੱਚ ਸੀ ਵੀ ਚੰਗੇ ਸਰਦਾਰਾਂ ਦੇ ਮੁੰਡੇ ਆ, ਕੋਈ ਗੱਲ ਨਹੀਂ, ਕਰਜ਼ਾ ਚੜ੍ਹ ਜੂ, ਕਿੱਲਾ ਵੇਚ ਦਾਂਗੇ, ਕੋਈ ਗੱਲ ਨਹੀਂ, ਕਿਉਂ ਕਿੱਲਾ ਵੇਚ ਦਾਂਗੇ। ਬਸ ਇਹ ਗੱਲਾਂ ਦੇ ਵਿੱਚ ਹੁੰਦੇ ਤੇ ਹੁਣ ਜਾ ਕੇ ਵੀ ਮੈਨੂੰ ਆਪਦੇ ਆਪ ਨੂੰ ਐਂ ਹੁੰਦਾ ਵੀ ਮੈਂ ਉਹ 20 ਸਾਲ ਜੇ ਜ਼ਿੰਦਗੀ ਦੇ ਨਾਂ ਵੀ ਖਰਾਬ ਕਰਦਾ ਨਾ, ਵੀ ਮੈਂ ਅੱਜ ਕੋਈ ਪ੍ਰਮਾਤਮਾ ਦੀ ਮੇਰੇ ਤੇ ਕਿਰਪਾ ਹੁੰਦੀ ਸ਼ਾਇਦ ਮੇਰੇ ਸਟਾਰ ਲੱਗੇ ਹੁੰਦੇ। ਕਿਉਂ ਸਾਡੇ ਰਿਸ਼ਤੇਦਾਰ ਤਕੜੇ ਨੇ ਜੀ। ਇੱਕ ਮੇਰੇ ਬਰਾਦਰ ਪੁਲਿਸ ਦੇ ਵਿੱਚ ਵਾਗੇ, ਉਹਨਾਂ ਨੂੰ ਦੇਖ ਕੇ ਮੇਰੇ ਤਾਇਆ ਜੀ ਦਾ ਬੇਟਾ ਜੀ, ਤੇ ਉਹਨਾਂ ਨੂੰ ਦੇਖ ਕੇ ਮੈਂ ਜਦੋਂ ਚੰਗਾ ਪੜ੍ਹਨ ਲੱਗ ਗਿਆ ਫਿਰ ਥੋੜ੍ਹਾ ਜਿਹਾ ਦੂਜਿਆਂ ਨੂੰ ਹੁੰਦਾ ਹੈ ਨਾ ਸਰੀਕਾ ਹੋ ਜਾਂਦਾ ਵੀ ਯਾਰ ਇਹ ਸਾਥੋਂ ਅੱਗੇ ਨਾ ਨਿਕਲ ਜੇ ਕਿਤੇ। ਉਹ ਮੈਨੂੰ ਕਹਿੰਦੇ ਯਾਰ ਤੂੰ ਛੱਡ ਕਿਹੜਿਆਂ ਤੂੰ ਪੜ੍ਹਦਾ, ਤੂੰ ਚੰਗਾ ਟਰੈਕਟਰ ਲੈ ਲੈ, ਚੰਗੀ ਖੇਤੀ ਕਰ, 2 ਤੇਰੇ ਨਾਲ ਨੌਕਰ ਫਿਰਦੇ ਹੋਣਗੇ, ਬਾਂਹ ਠੇਕੇ ਤੇ ਲਿਆ ਕਰ, ਕੁਛ ਐਂ ਕਰਿਆ ਕਰ। ਉਹ ਮੇਰੇ ਦਿਮਾਗ 'ਚ ਇਹ ਹੋਰ ਵੀ ਉਹ ਕਰਤਾ ਵੀ ਸਰਦਾਰੀ ਦਾ ਹਵਾ ਭਰਤੀ ਮੇਰੇ ਦਿਮਾਗ 'ਚ, ਸਰਦਾਰੀ ਫੋਕੀ ਸਰਦਾਰੀ ਵਾਲੀ। ਕੋਈ ਜੱਦੀ ਹੈ ਨਾ, ਜੱਦੀ ਸਰਦਾਰ ਹੈਗੇ ਆ ਜੀ ਅਸੀਂ, ਵੀ ਜੱਦੀ ਸਰਦਾਰ ਫੂਲ ਕੇ ਸਰਦਾਰ ਵੀ ਹੈਗੇ ਆ ਅਸੀਂ ਵੀ, ਪਰ ਉਹ ਮੇਰੇ ਕੋਲ ਐਡੀ ਪੂੰਜੀ ਹੈ ਨਹੀਂ ਸੀ ਵੀ ਜਿਹੜੀ ਮੇਰੇ ਵਿੱਚ ਉਹ ਹਵਾ ਭਰੀ ਗਈ। ਠੀਕ ਹੈ ਨਾ, ਸੁਪਨਿਆਂ ਦੇ ਵਿੱਚ ਸਰਦਾਰ ਦਿਖਾਤਾ। ਉਹ ਬਸ ਮੈਂ ਜ਼ਮੀਨ ਦੇ ਉੱਤੇ ਛਾਲਾ ਮਾਰ ਲਾ ਗਿਆ ਵੀ ਆਪਾਂ ਕੋਈ ਗੱਲ ਨਹੀਂ, ਜੇ ਬਾਲਾ ਰੇਟ ਹੈਗਾ ਰੋਡ ਦੇ ਹੈਗੀ ਆ ਵੇਚ ਦਾਂਗੇ, ਅੱਧੀ ਕਨਾਲ ਵੇਚ ਦਾਂਗੇ, ਕਨਾਲ ਵੇਚ ਦਾਂਗੇ। ਪਰ ਬਾਈ ਜੀ ਉਹ ਗੱਲਾਂ ਸਾਰੀਆਂ ਐਵੇਂ ਕੀ ਹੈ ਨਾ, ਉਹ ਗੱਲਾਂ ਕੁਝ ਨਹੀਂ ਹੈਗਾ, ਉਹ ਪੱਲੇ ਕੁਝ ਨਹੀਂ ਉਹ ਗੱਲਾਂ 'ਚ ਹੈਗਾ ਵੀ ਆਪਣੀ ਬਦਨਾਮੀ ਹੈ ਇੱਕ ਤਰ੍ਹਾਂ ਦੀ। ਇਹ ਉਹ ਕਹਿ ਦਿੰਦੇ ਨਾ ਵੀ ਆਪਾਂ ਜ਼ਮੀਨ ਇੱਕ ਆਪਦੀ ਮਾਂ ਹੁੰਦੀ ਹੈ, ਕੋਈ ਆਪਣੀ ਮਾਂ ਨੂੰ ਮਾੜਾ ਜਿਹਾ ਕੋਈ ਉਹ ਬੋਲਦਾ ਤਾਂ ਆਪਾਂ ਕਿੰਨਾ ਉਹਨੂੰ ਉਹ ਕਰਦੇ ਹਾਂ, ਤੇ ਉਹ ਇੱਕ ਤਰ੍ਹਾਂ ਦੀ ਜਦੋਂ ਆਪਣੀ ਥੋੜਾ ਜਿਹਾ ਜਗ੍ਹਾ ਵੀ ਵੇਚੀ ਗਈ, ਇੱਕ ਤਰ੍ਹਾਂ ਐਂ ਕਹਿ ਲਓ ਵੀ ਆਪਣੀ ਮਾਂ ਨੂੰ ਕੋਈ ਹੱਥ ਪਾ ਰਿਹਾ ਹੈ ਨਾ। ਹੁਣ ਉਹ ਦਿਮਾਗ ਦੇ ਵਿੱਚ ਗੱਲਾਂ ਆਉਂਦੀਆਂ ਨੇ ਜੀ, ਪਹਿਲਾਂ ਨਹੀਂ ਸੀ, ਪਹਿਲਾਂ ਤਾਂ ਆਪਦਾ ਸਿਰਫ ਨਸ਼ੇ ਤੱਕ ਧਿਆਨ ਸੀਗਾ ਜੀ ਮੇਰਾ। ਸੈਂਟਰ ਦੇ ਵਿੱਚ ਕਿਹੜਾ ਸੰਨ ਸੀ ਜਦੋਂ ਪਹਿਲੀ ਵਾਰੀ ਤੁਹਾਨੂੰ ਸੈਂਟਰ ਦੇ ਵਿੱਚ ਲਿਜਾਇਆ ਗਿਆ, ਜਾਂ ਤੁਹਾਨੂੰ ਨਸ਼ਾ ਛਡਾਉਣ ਦੇ ਲਈ ਕਿਸੇ ਤਰ੍ਹਾਂ ਦੀ ਦਵਾਈ ਜਿਹੜੀ ਆ ਤੁਹਾਨੂੰ ਦਿੱਤੀ ਗਈ, ਉਹ ਕਿਹੜਾ ਸਮਾਂ ਸੀ? ਉਹ ਸਮਾਂ ਜੀ ਵੀਰੇ 2008 ਦੇ ਵਿੱਚ ਮੈਨੂੰ ਡਾਕਟਰ ਸ਼ੈਣੀ ਨੇ ਜਲੰਧਰ, ਉੱਥੋਂ ਮੈਨੂੰ ਵੀ ਸਾਰੀ ਤਰ੍ਹਾਂ ਦੀ ਦਵਾਈ ਟੀਕੇ ਟੂਕੇ ਜੇ ਵੀ ਲਵਾਏ, ਹੋਰ ਕੀਤੇ ਵੀ ਮੈਨੂੰ ਘਰੇ 21-22 ਦਿਨ ਘਰੇ ਬੰਨ੍ਹ ਕੇ ਵੀ ਰੱਖਿਆ ਮੈਨੂੰ ਪੂਰਾ ਜ਼ਿਆਦੇ, ਵੀ ਮੇਰੇ ਤੇ ਪੂਰਾ ਰਾਖੀ ਕਰਦੇ ਹੋਰ ਕਰਦੇ। ਜਿਹੜੇ ਮੇਰੇ ਨਾਲ ਦੇ ਘਰਾਂ ਦੇ ਮੁੰਡੇ ਨਸ਼ਾ ਕਰਦੇ ਸੀਗੇ, ਉਹ ਜਦੋਂ ਨੰਗਿਆ ਕਰਨਾ ਨਾ, ਉਹ ਮੈਨੂੰ ਐਂ ਦਿਖਾ ਜਾਇਆ ਕਰਨਾ ਵੀ ਯਾਰ ਅਸੀਂ ਤਾਂ ਜਾਂਦੇ ਹਾਂ। ਉਹ ਮੈਨੂੰ ਐਂ ਹੋ ਗਿਆ ਵੀ ਇਹ ਲੰਘ ਤੇ ਮੈਂ ਮਾਂ ਪਿਓ ਨੂੰ ਆਸੇ ਪਾਸੇ ਦੇਖਾਂ ਵੀ ਕਿਵੇਂ ਲੰਘਾਂ। 15-20 ਦਿਨ ਤਾਂ ਮੇਰੇ ਲੰਘੇ ਜੀ ਔਖੇ ਸੌਖੇ, ਉਹ ਦਵਾਈਆਂ ਦਾ ਨਸ਼ਾ ਸੀਗਾ, ਉਹ ਅਸਰ ਰਹਿੰਦਾ ਸੀਗਾ। ਜਦੋਂ ਮੇਰੀ ਉਹ ਦਵਾਈ ਪੂਰੀ ਹੋ ਗਈ ਜੋ ਲੰਘੇ, ਤੇ ਮੈਂ ਉਹਨਾਂ ਦੇ ਪਿੱਛੇ ਭੱਜ ਕੇ ਬਸ ਉਹ ਨਸ਼ਾ ਫੇਰ ਵੀ ਮੈਂ ਵਿੱਚ 15-20 ਦਿਨ ਛੋਟੇ ਜਿਹੇ ਵੀ ਭੁੱਕੀ ਦਾ ਚਮਚਾ ਖਾ ਲਿਆ, ਫੀਮ ਦਾ ਚਮਚਾ ਖਾ ਲਿਆ, ਘਰੇ ਐਂ ਹੋ ਜਾਂਦਾ ਵੀ ਯਾਰ ਇਹ ਤਾਂ ਹੁਣ ਸੈੱਟ ਹੋ ਗਿਆ, ਮੇਰੇ ਘਰਦਿਆਂ ਨੂੰ ਵੀ ਸੈੱਟ ਹੋ ਗਿਆ, ਮੇਰੇ ਤੇ ਧਿਆਨ ਘੱਟ ਜਾਂਦਾ ਉਹਨਾਂ ਦਾ। ਫਿਰ ਉਹੀ ਮੈਂ ਛੱਡਿਆ ਤਾਂ ਹੈ ਹੀ ਨਹੀਂ ਸੀਗਾ ਜੀ, ਵੀ ਕਿਤੇ ਭੁੱਕੀ ਖਾ ਲਈ, ਕਿਤੇ ਫੀਮ ਖਾ ਲਈ, ਕਿਤੇ ਗੋਲੀ ਖਾ ਲਈ, ਕੋਈ ਇਹੋ ਜਿਹਾ ਕੁਛ ਕਰਦਾ ਹੀ ਰਹਿੰਦਾ ਸੀਗਾ ਜੀ। ਅੱਛਾ, ਚਲੋ ਬਾਪ ਦੀ ਤੁਸੀਂ ਗੱਲ ਦੱਸਤੀ, ਮਾਂ ਕੀ ਆਖਦੀ ਹੁੰਦੀ ਜਦੋਂ ਮਾਂ ਨੂੰ ਪਤਾ ਲੱਗਿਆ ਕਿ ਲਾਡਾਂ ਦੇ ਨਾਲ ਪਾਲਿਆ ਹੋਇਆ ਪੁੱਤ ਹੁਣ
ਵੱਧ ਰਿਹਾ ਹੈ, ਹੋਰ ਹੀ ਪਾਸੇ ਵੱਧ ਰਿਹਾ, ਜਾਂ ਇਹ ਕਰੀਏ ਵੀ ਕਰਾਹੇ ਪੈ ਰਿਹਾ, ਤਾਂ ਉਦੋਂ ਮਾਂ ਕੀ ਆਖਦੀ ਹੁੰਦੀ ਸੀ ਜਦੋਂ ਆਥਣ ਵੇਲੇ ਰੋਟੀ ਖਾਂਦੇ ਸੀ, ਸਵੇਰ ਵੇਲੇ ਮਾਂ ਰੋਟੀ ਬਣਾਉਂਦੀ ਸੀ, ਜਦੋਂ ਮਾਂ ਕਦੇ ਚਾਹ ਫੜਾਉਣ ਆਉਂਦੀ ਆ ਸਾਨੂੰ ਮੰਜੇ ਤੇ ਬੈਠਿਆਂ ਨੂੰ, ਕੁਰਸੀ ਤੇ ਬੈਠਿਆਂ ਨੂੰ, ਉਦੋਂ ਮਾਂ ਕੀ ਸਮਝਾਉਂਦੀ ਹੁੰਦੀ? ਮਾਂ ਤਾਂ ਵੀਰ ਜੀ ਹਨਾ ਦੇਖੋ ਮਾਂ ਹੀ ਹੁੰਦੀ ਆ ਅਸਲ ਹਨਾ, ਵੀ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਬਹੁਤ ਜ਼ਿਆਦਾ ਵੀ ਮੈਂ ਜਦੋਂ ਸੁਖਬੀਰ ਗੁਰਦੁਆਰਾ ਸਾਹਿਬ ਜਾਂਦੀ ਹਾਂ, ਮੱਥਾ ਟੇਕਣ ਜਾਂਦੀ ਹਾਂ, ਘਰਾਂ ਦੇ ਵਿੱਚ ਬੁੜੀਆਂ ਹੁੰਦੀਆਂ ਤੇਰਾ ਪੁੱਤ ਨਸ਼ੇੜੀ ਹੈ ਐਂ ਕਰਦਾ, ਕਹਿੰਦੇ ਮੈਨੂੰ ਥਾਂ ਥਾਂ ਤੇ ਸੁਖਬੀਰ ਝੁਕਣਾ ਪੈਂਦਾ ਹਰੇਕ ਦੇ, ਕਿਉਂ ਮੈਂ ਆਪ ਗਲਤ ਸੀਗਾ ਜੀ, ਉਹਨਾਂ ਨੂੰ ਫਿਰ ਥਾਂ ਥਾਂ ਤੇ ਝੁਕਣਾ ਹੀ ਪੈਂਦਾ ਸੀਗਾ। ਉਹ ਬਥੇਰੇ ਮੇਰੇ ਹੱਥ ਵੀ ਬੰਨਿਆ ਕਰਨ ਵੀ ਪੁੱਤ ਤੂੰ ਛੱਡ ਇਹ ਗੱਲਾਂ ਨੂੰ, ਕੀ ਲੈਣਾ ਤੂੰ ਦੱਸ ਤੈਨੂੰ ਚਾਹੀਦਾ ਕੀ ਹੈ, ਤੂੰ ਘਰੇ ਰਹਿ, ਕੋਈ ਚੰਗਾ ਕੰਮ ਕਰ, ਹੋਰ ਕਰ। ਤੇ ਬਸ ਜੀ ਮੈਨੂੰ ਕੋਈ ਪਤਾ ਹੀ ਨਹੀਂ ਲੱਗਿਆ ਬਾਈ ਜੀ ਵੀ ਮੈਂ ਕੀ ਹੋਈ ਜਾਂਦਾ ਮੇਰੀ ਜ਼ਿੰਦਗੀ 'ਚ। ਉਹਨਾਂ ਨੂੰ ਬਥੇਰਾ ਮੈਂ ਇੱਕ ਤਰ੍ਹਾਂ ਦਾ ਉਹਦਾ ਜਚਾ ਦਿਆ ਕਰਾਂ ਵੀ ਲਓ ਮੰਮੀ ਮੈਂ ਜਮਾ ਹੀ ਨਹੀਂ ਤੁਹਾਡੀਆਂ ਸੌਹਾਂ ਖਾ ਲਈਆਂ, ਸਿਰ 'ਤੇ ਹੱਥ ਧਰਤਾ ਵੀ ਲੈ ਮੰਮੀ ਮੈਂ ਅੱਜ ਤੋਂ ਬਾਅਦ ਨਹੀਂ ਚੱਕਦਾ। ਉਹਨਾਂ ਨੂੰ ਆਇਆ ਚੱਲ ਮੇਰਾ ਪੁੱਤ ਮੇਰੀ ਸਹੁੰ ਖਾ ਗਿਆ, ਵਿਸ਼ਵਾਸ ਹੁੰਦਾ ਹੀ ਪੁੱਤ 'ਤੇ ਹੈ ਨਾ, ਇੱਕ ਤਰ੍ਹਾਂ ਦਾ ਮਾਂ ਨੂੰ ਵਿਸ਼ਵਾਸ ਹੀ ਹੁੰਦਾ ਵੀ ਮੇਰਾ ਪੁੱਤ ਗਲਤ ਨਹੀਂ ਹੁੰਦਾ, ਭਾਵੇਂ ਕਿੱਡਾ ਹੀ ਗਲਤ ਹੋਵੇ। ਉਹ ਮੈਂ ਬਥੇਰਾ ਵਿਸ਼ਵਾਸ ਦਵਾ ਕੇ ਫਿਰ ਬਾਈ ਜੀ ਦਿਨ ਚੜ੍ਹਿਆ ਕਰੇ ਅਤੇ ਉਹੀ ਆਪਣਾ ਰੂਟੀਨ ਮੁਤਾਬਕ ਨਸ਼ਾ ਚੱਲਦਾ ਸੀਗਾ ਜੀ ਬਸ। ਤੇ ਕੋਈ ਇਹੋ ਜਿਹਾ ਸਮਾਂ ਵੀ ਹੈ ਜਦੋਂ ਮਾਂ ਨੇ ਕਿਹਾ ਕਿ ਪੁੱਤ ਤੂੰ ਤਾਂ ਮੇਰੀ ਕੁੱਖ ਨੂੰ ਹੀ ਦਾਗ ਲਾਤਾ, ਤੂੰ ਮੇਰੀ ਕੁੱਖੋਂ ਜੰਮਦਾ ਹੀ ਨਾ? ਹਾਂਜੀ ਮੈਂ ਇਹ ਵੀ ਗੱਲ ਸੀਗੀ ਵੀ ਜਦੋਂ ਮੈਂ ਸਪਰੇਅ ਪੀਤੀ ਹੈਗੀ ਆ ਹੁਣ ਜੇ ਮੈਂ, ਤੇ 2015-16 ਦੀ ਗੱਲ ਹੈਗੀ ਆ ਲਗਭਗ, ਵੀ ਮੈਂ ਪੱਕਾ ਜਾਂ ਨਹੀਂ ਯਾਦ ਜੀ। ਤੇ ਮੈਂ ਐਂ ਜਿੱਦ ਜੀ ਕਰਦੇ ਨੇ ਮੈਂ ਮੰਮੀ ਨਾ ਮਹਾਂ ਤੁਸੀਂ ਮੈਨੂੰ ਪੈਸੇ ਦਿਓ, ਐਂ ਕਰੋ। ਉਹ ਕਹਿੰਦੇ ਵੀ ਸਾਡੇ ਕੋਲ ਹੈ ਹੀ ਨਹੀਂ, ਅਸੀਂ ਤੈਨੂੰ ਰੋਜ਼ ਇੰਨੇ ਪੈਸੇ ਕਿੱਥੋਂ ਦੇ ਦਈਏ, ਵੀ ਆੜਤੀਆ ਵੀ ਹੁਣ ਆਪਣੀ ਜ਼ਮੀਨ ਕਿੰਨੀ ਝਾਕੂਗਾ ਆੜਤੀਆ ਜੀ, ਹੁੰਦਾ ਹੀ ਹੈ ਹੈ ਨਾ। ਪਰ ਮੇਰੇ ਥੋੜ੍ਹੇ ਜਿਹੇ ਸੇਠ ਹੋਰ ਹਿਸਾਬ ਦੇ ਸੀਗੇ ਜੀ, ਠੀਕ ਹੈ ਨਾ, ਮੈਨੂੰ ਪੈਸਾ ਟਕਾ ਦਿੰਦਾ, ਸਮਝਾਉਂਦੇ ਮੈਨੂੰ ਬਹੁਤ ਜ਼ਿਆਦਾ ਵੀ ਨਹੀਂ ਸੁਖਬੀਰ ਗਲਤ ਰੱਖਿਆ ਇਹ ਕੰਮਾਂ 'ਚ, ਕੀ ਆ ਬਾਈ ਵੀ ਅਸੀਂ ਤੈਨੂੰ ਦੇਵਾਂਗੇ ਪੈਸਾ, ਇਕੱਲੀ ਤੇਰੀ ਜ਼ਮੀਨ ਨੂੰ ਦੇਵਾਂਗੇ, ਹੋਰ ਤਾਂ ਅਗਲਾ ਕੋਈ ਦਿੰਦਾ ਵੀ ਨਹੀਂ ਜੇ ਵਿਆਜ 'ਤੇ ਦੇਊਗਾ ਹੈ ਨਾ ਜੀ। ਜਦੋਂ ਕਰਦੇ ਕਰਾਉਂਦੇ ਮੇਰੀ ਮੰਮੀ ਕਹਿੰਦੀ ਜਾ ਮੇਰੇ ਕੰਨਿਓ, ਕਹਿੰਦੀ ਤੂੰ ਮਰ ਜਾ, ਮੈਂ ਕਹਿੰਦੀ ਐਂ ਸਮਝ ਲਈ ਮੇਰੇ ਤਾਂ ਹੈ ਹੀ ਨਹੀਂਗਾ, ਜਾਂ ਤੂੰ ਮਰ ਜਾ। ਉਹੀ ਗੱਲ ਬਾਈ ਜੀ ਮੇਰੇ ਦਿਮਾਗ ਦੇ ਵਿੱਚ ਆਈ ਵੀ ਯਾਰ ਇਹ ਮਾਂ ਨੇ ਐਡੀ ਗੱਲ ਕਹੀ ਤੀ ਵੀ ਉਹ ਵੀ ਨਸ਼ੇ ਦੇ ਵਿੱਚ। ਜੇ ਸੋਫੀ ਹੁੰਦਾ ਮੈਂ ਸੋਚਦਾ ਵੀ ਯਾਰ ਮੇਰੇ ਭਲੇ ਨੂੰ ਹੀ ਕਿਹਾ। ਮੈਂ ਗਿਆ ਜੀ ਖੇਤ, ਮੇਰੇ ਮੋਨੂ ਦਾ ਪਿਆ ਸੀਗਾ ਗੇਲਣ, ਜਾਇਆ ਜੀ ਮੈਂ ਜਾ ਕੇ ਕੋਕ ਦੇ ਵਿੱਚ ਪਾਈ, ਪਹਿਲਾਂ ਉਹ ਥੋੜ੍ਹੀ ਕੌੜੀ ਲੱਗੀ, ਫਿਰ ਮੈਂ ਫੈਂਟੇ ਦੇ ਵਿੱਚ ਲੈ ਕੇ ਆਇਆ ਦੁਕਾਨਾਂ ਤੋਂ, 3 ਗੇੜੇ ਮੈਂ ਦੁਕਾਨਾਂ 'ਤੇ ਵੀ ਲਾਏ ਉਹ ਫਲੇਵਰ ਬਦਲਣ ਵਾਸਤੇ, ਤੇ ਉਹ ਪੀਤੀ 3 ਵਾਰੀ 'ਚ ਮੈਂ ਸਪਰੇਅ ਦਾ ਵੀ ਜਿਵੇਂ ਆਪਾਂ ਕਹਿ ਦਈਏ ਵੀ 30 ਹਿੱਸਾ ਗਲਾਸ ਦਾ ਹੈ ਨਾ, ਉਹ ਪੀਤਾ। ਫਿਰ ਜਾ ਕੇ ਮੈਂ ਨਸ਼ੇ ਓਵਰਡੋਜ਼ ਹੋਣ ਕਰਕੇ ਮੈਨੂੰ ਉਹਨੇ ਅਸਰ ਨਹੀਂ ਕੀਤਾ ਜੀ। ਮੈਂ ਘੰਟਾ 15-20 ਮਿੰਟ ਲਾ ਲਓ, ਅੱਧਾ ਘੰਟਾ ਲਾ ਲਓ ਹੈ ਨਾ, ਟਰੈਕਟਰ 'ਤੇ ਬੈਠਾ ਰਿਹਾ। ਫਿਰ ਮੇਰੇ ਸੀਰੀ ਨੂੰ ਜਦੋਂ ਮੈਂ ਡਿੱਗ ਪਿਆ ਉਦੋਂ ਮੈਂ ਸਮੈਲ ਆਈ ਮੂੰਹ 'ਚੋਂ ਵੀ ਇਹ ਤਾਂ ਵੀ ਬਾਈ ਨੇ ਗਲਤ ਕੰਮ ਕਰ ਲਿਆ, ਸਪਰੇਅ ਪੀ ਲਈ। ਤੇ ਫਿਰ ਡਾਕਟਰ ਬਾਂਸਲ ਦੇ ਲੈ ਕੇ ਆਏ ਜੀ ਉਦੋਂ। ਫਿਰ ਪਰ ਮੇਰੀ ਮੰਮੀ ਜਦੋਂ ਹਸਪਤਾਲ ਦੇ ਵਿੱਚ ਗਏ, ਡਾਕਟਰ ਕਹਿੰਦੇ ਵੀ ਅਸੀਂ ਕੁਛ ਨਹੀਂ ਕਰ ਸਕਦੇ ਇਹਦਾ, ਇਹ ਤਾਂ ਖਤਮ ਹੈ, ਵੀ ਇਹਨੂੰ ਜਾਂ ਆਦੇਸ਼ 'ਚ ਲੈ ਜਾਓ, ਇਹ ਤਾਂ ਆਦੇਸ਼ ਵੀ ਨਹੀਂ ਜਾਂਦਾ। ਫਿਰ ਉਦੋਂ ਮੇਰੀ ਸੁਣਦੇ ਗੱਲਾਂ ਕਿ ਮੈਂ ਤਾਂ ਮੰਜੇ 'ਤੇ ਪਿਆ ਸੀਗਾ ਜੀ, ਵੀ ਇੱਕ ਤਰ੍ਹਾਂ ਦਾ ਬੇਹੋਸ਼ ਹੋ ਗਏ। ਮੇਰਾ ਪਾਪਾ ਵੀ ਬੇਹੋਸ਼ ਹੋਇਆ, ਪੌੜੀਆਂ 'ਚੋਂ ਡਿੱਗੇ, ਸੱਟਾਂ ਵਾਹਵਾ ਮੇਰੀ ਮੰਮੀ ਦੇ ਹਜੇ ਵੀ ਮੈਂ ਯਾਦ ਕਰਕੇ ਮੈਨੂੰ ਰੋਣ ਆ ਜਾਂਦਾ ਵੀ ਮੈਂ ਜਦੋਂ ਗਲਤ ਸੀ ਹੈ ਨਾ। ਤੇ ਵੀ ਮਾਂ ਤਾਂ ਬਾਈ ਇੱਕ ਰੱਬ ਦਾ ਰੂਪ ਹੀ ਹੁੰਦੀ ਹੈ ਨਾ, ਵੀ ਮੈਂ ਮਾਂ ਦਾ ਦੇਣਾ ਨਹੀਂ ਦੇ ਸਕਦਾ। ਮੈਨੂੰ ਮਾਂ ਨੇ ਬਹੁਤ ਜ਼ਿਆਦਾ ਮੇਰੀ ਨੇ ਬਹੁਤ ਲਾਡਾਂ ਨਾਲ ਪਾਲਿਆ। ਹੁਣ ਮੈਂ ਇੰਨੀ ਗੱਲ ਕਹੀ ਆ, ਮਾਂ ਜਿਹੜਾ ਮੈਂ ਤੈਨੂੰ ਦਰਦ ਦੇਤਾ, ਮੈਂ ਉਹ ਉਦੋਂ ਵੀ ਜ਼ਿਆਦਾ ਤੈਨੂੰ ਤੇਰਾ ਬੀਬਾ ਪੁੱਤ ਬਣ ਕੇ ਦਿਖਾਊਂਗਾ। ਹੁਣ ਫਿਰ ਜਦੋਂ ਮਾਂ ਨੂੰ ਪਤਾ ਲੱਗਦਾ ਹੈ ਕਿ ਮੇਰਾ ਪੁੱਤ ਹੁਣ ਬੋਡੀ ਬਿਲਡਿੰਗ ਵਾਲੇ ਪਾਸੇ ਪੈ ਗਿਆ, ਉਹ ਦਲਦਲ ਦੇ ਵਿੱਚੋਂ ਬਾਹਰ ਨਿਕਲਿਆ 18-19 ਸਾਲ ਦਾ, ਫਿਰ ਹੁਣ ਮਾਂ ਕੀ ਕਹਿੰਦੀ ਹੈ? ਹੁਣ ਮਾਂ ਜੀ ਵੀ ਇੱਕ ਤਰ੍ਹਾਂ ਦਾ ਮੈਂ ਕਹਿੰਦਾ ਵੀ ਮੰਮੀ ਤੁਸੀਂ ਅੱਗੇ ਜਾਣਾ ਉਹਨਾਂ ਨੇ ਜਮਾਂ ਬੰਦ ਕਰਤਾ ਸੀ ਉਹਨਾਂ ਨੇ, ਵੀ ਕਿਸੇ ਦੇ ਜਾਂਦੇ ਤਾਂ ਉਹਨੇ ਇੱਕ ਤਾਨੇ ਮਿਹਣੇ ਹੁੰਦੇ ਸੀਗੇ, ਘਰਾਂ 'ਚ ਜਾਣਾ ਹੋਰ ਕਰਨਾ ਤਾਨੇ ਮਿਹਣੇ ਮਿਲਦੇ ਹੁੰਦੇ। ਤੇ ਹੁਣ ਉਹ ਹੁੱਬ ਕੇ ਵੀ ਮੇਰਾ ਪੁੱਤ ਸਹੀ ਲਾਈਨ 'ਤੇ ਲੱਗਿਆ। ਮੈਨੂੰ ਫੋਨ ਆਉਂਦੇ ਆ ਬਾਈ ਜੀ ਮੇਰੇ ਯਾਰ ਦੋਸਤ, ਹੁਣ ਜੇ ਮੈਂ ਨਾਂ ਲੈਣ ਲੱਗ ਜਾਂਦਾ ਬਹੁਤ ਮੇਰੇ ਘਰਾਂ ਦੇ 1-2 ਮੁੰਡੇ ਉਦੋਂ ਮੇਰੇ ਮਾੜੇ ਟਾਈਮ 'ਚ ਮੈਨੂੰ ਦਵਾਈਆਂ ਵੀ ਦਵਾਈਆਂ, ਹੋਰ ਵੀ ਕੀਤਾ ਹੈ ਨਾ, ਵੀ ਉਹਨਾਂ ਨੇ ਮੇਰਾ ਸਾਥ ਵੀ ਦਿੱਤਾ। ਹੁਣ ਮੈਂ ਮੰਮੀ ਨੂੰ ਕਹਿੰਦਾ ਵੀ ਜਾਣਦੀ ਆ ਹੁੱਬ ਕੇ ਭਾਈ ਮੇਰੇ ਮੁੰਡੇ ਦਾ। ਹੁਣ ਮੈਨੂੰ ਜਦੋਂ ਫੋਨ ਆਉਂਦੇ ਵੀ ਸਾਡੇ ਮੁੰਡੇ ਨੂੰ ਵੀ ਵੇਟ ਲਿਫਟਿੰਗ ਵਾਸਤੇ ਇਹਨੂੰ ਨਾਲ ਲੈ ਕੇ ਜਾਓ, ਮੇਰੇ ਨਾਲ ਵੀ ਜਾਂਦੇ ਨੇ ਜੀ ਬਾਈ ਜੀ, ਮੈਨੂੰ ਕੋਚਿੰਗ ਦਿੰਦੇ ਆ। ਇਹਨਾਂ ਤੋਂ ਕੋਚਿੰਗ ਸਿੱਖ ਕੇ ਮੈਂ ਸਾਰੀ ਲੈ ਕੇ ਮੈਂ ਉਹਨਾਂ ਨੂੰ ਮੁੰਡਿਆਂ ਨੂੰ ਇਹਨਾਂ ਤੋਂ ਹਜੇ ਮੈਂ ਇਹ ਬੈਠੇ ਨੇ ਇਹਨਾਂ ਤੋਂ ਮੈਂ ਚੋਰੀ ਪੜਦਾ ਰੱਖ ਲੈਣਾ, ਉਹੀ ਉਹਨਾਂ ਨੂੰ ਦੱਸਦਾ ਠੀਕ ਹੈ ਨਾ, ਵੀ ਤੁਸੀਂ ਐਂ ਲਵਾਓ, ਬਾਈ ਨੇ ਮੈਨੂੰ ਐਂ ਲਵਾਇਆ ਸੀ ਤੁਸੀਂ ਵੀ। ਮੈਨੂੰ ਜੀ ਨਸ਼ਾ ਛੱਡ ਕੇ 4-5 ਮਹੀਨੇ ਮੈਂ 5-6 ਮਹੀਨੇ ਘਰੇ ਰਿਹਾ ਠੀਕ ਹੈ ਨਾ। ਫਿਰ ਮੈਨੂੰ ਸ਼ੌਂਕ ਜਦੋਂ ਸ਼ੁਰੂ ਤੋਂ ਸੀਗਾ, ਮੈਂ ਥੋੜ੍ਹਾ ਜਿੰਮ ਜਾਣ ਲੱਗ ਗਿਆ। ਅਤੇ ਮੇਰਾ ਹੁਣ ਮੈਂ ਉਹਨਾਂ ਦਾ ਨਾਂ ਲੈਣਾ ਚਾਹੂੰਗਾ ਵੀ ਬਾਈ ਦੀਪ ਹੈ ਮੇਰਾ ਫਰੀਦਕੋਟ ਜਿੰਮ ਵਾਲਾ, ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਕੋਈ ਗੱਲ ਨਹੀਂ ਸੁਖਬੀਰ ਤੇਰਾ ਆਪਦਾ ਜਿੰਮ ਹੈ ਲਾਇਆ ਕਰ, ਕੋਈ ਚੱਕਰ ਨਹੀਂ ਹੈ ਨਾ ਜੀ। ਅਤੇ ਮੈਨੂੰ ਵੀ ਇੱਕ ਤਰ੍ਹਾਂ ਦੇ ਜਦੋਂ ਮੈਂ ਛੱਡਿਆ ਨਾ ਵੀ ਇੱਜ਼ਤ ਹੀ ਇੰਨੀ ਮਿਲਣ ਲੱਗ ਗਈ ਜੀ ਹੈ ਨਾ। ਮੈਂ ਮਾਣ ਜਾਪਦੇ ਆਪ 'ਤੇ ਵੀ ਯਾਰ ਆਪਾਂ ਚੰਗੇ ਕੰਮ ਪਏ ਆ ਤਾਂ ਹੀ ਆਪਾਂ ਨੂੰ ਸਲਾਮ ਅਗਲਾ ਕਰਦਾ, ਨਹੀਂ ਮੈਨੂੰ ਪੁੱਛਦਾ ਕੌਣ ਸੀ। ਇੱਕ ਨਸ਼ੇੜੀ ਦਾ ਮੇਰੇ ਧੱਬਾ ਲੱਗਿਆ ਹੋਇਆ ਸੀਗਾ ਜੀ ਦਿਮਾਗ। ਮਤਲਬ ਜਿਹੜਾ ਕਦੇ ਮੁੰਡਿਆਂ ਨੂੰ ਟੀਕੇ ਲਾਉਣੇ ਸਿਖਾਉਂਦਾ ਹੁੰਦਾ ਸੀ, ਅੱਜ ਮੇਰੇ ਨਾਲ ਉਹ ਅੱਜ ਮੁੰਡਿਆਂ ਨੂੰ ਜਿੰਮ ਲਾਉਣੀ ਸਿਖਾ ਅੱਗੇ ਨਾ ਜੀ। ਜੇ ਕੋਈ ਮੁੰਡਾ ਮੇਰੇ ਨਾਲ ਵੀ ਬਹਿ ਜਾਂਦਾ, ਉਹ ਮੇਰੇ ਚਾਚਾ ਜੀ ਦਾ ਬੇਟੇ ਬੈਠੇ ਨੇਗੇ, ਉਹਨਾਂ ਨੇ ਮੇਰਾ ਪੂਰਾ ਵੀ ਹੁਣ ਮੇਰੇ ਐਂ ਹੱਥ ਧਰਤਾ ਹੈ ਤਾਂ ਮੈਥੋਂ ਉਮਰ 'ਚ ਬਹੁਤ ਛੋਟੇ ਵੀ ਵੀਰੇ ਮੈਂ ਤੇਰੇ ਨਾਲ ਆ, ਡੋਲੀ ਨਾ ਕਿਸੇ ਪਾਸੇ, ਮੈਂ ਤੇਰੇ ਨਾਲ ਖੜਾ ਵੀ। ਇਹਨਾਂ ਦੇ ਘਰੇ ਵੀ ਮੇਰੇ ਚਾਚਾ ਜੀ ਦੇ ਘਰੇ ਐਂ
ਹੋ ਜਾਂਦਾ ਸੀ ਵੀ ਜੇ ਯਾਰ ਸੁਖਬੀਰ ਦੇ ਨਾਲ ਤੁਰਤਾ ਵੀ ਕਿਤੇ ਗਲਤ ਹੁੰਦਾ ਹੀ ਹੈ ਜੀ। ਮੈਂ ਬਹੁਤ ਜ਼ਿਆਦਾ ਗਲਤ ਸੀ, ਮੈਂ ਉਹਨਾਂ ਨੂੰ ਕੋਈ ਇਹ ਗਲਤ ਨਹੀਂ ਕਹਿੰਦਾ ਵੀ ਹਨਾ, ਉਹਨਾਂ ਮਾਂ ਪਿਓ ਨੂੰ ਵੀ ਹੁੰਦਾ ਵੀ ਯਾਰ ਕਿਤੇ ਸਾਡਾ ਪੁੱਤ ਨਾ, ਕਿਉਂ ਮੇਰਾ ਬਾਈ ਆ ਇਹ ਵੀ, ਇਹ ਮੈਂ ਕਹਿੰਦਾ ਵੀ ਟੱਚ ਵੀ ਨਹੀਂ ਕਾਸੇ ਨੂੰ ਕਰਕੇ ਦੇਖਿਆ ਹੋਣਾ ਇਹਨੇ, ਠੀਕ ਹੈ ਨਾ, ਵੀ ਚੰਗਾ ਘਰੋਂ ਬਹੁਤ ਵਧੀਆ ਸਰਦਾਰ ਹਨਾ, ਸਭ ਕੁਛ ਹੈ। ਤੇ ਵੀ ਮੈਂ ਇੱਥੋਂ ਟਲਦੇ ਹੁੰਦੇ ਸੀ ਯਾਰ ਵੀ ਇਹਦੇ ਨਾਲ ਕੋਈ ਰਲ ਨਾ ਜਾਵੇ। ਤੇ ਹੁਣ ਮੈਨੂੰ ਐਡਾ ਐ ਜੀ, ਅਗਲੇ ਕਹਿੰਦੇ ਆ ਫੋਨ ਮੇਰੇ ਕੋਲ ਰਿਕਾਰਡਿੰਗਾਂ ਵੀ, ਮੈਂ ਹਰੇਕ ਦੀ ਰਿਕਾਰਡਿੰਗ ਕਰਦਾ ਜੀ ਹੁਣ ਵੀ, ਮੈਨੂੰ ਆਪਦੇ ਯਾਰ ਚੰਗੇ ਕੰਮ ਨੂੰ ਪਿਆ ਹਨਾ, ਵੀ ਯਾਰ ਕਹਿੰਦੇ ਵੀ ਯਾਰ ਸਾਡੇ ਮੁੰਡੇ ਨੂੰ ਲੈ ਕੇ ਜਾ ਤੂੰ, ਯਾਰ ਸਾਡੇ ਮੁੰਡੇ ਨੂੰ ਨਾਲ ਲੈ ਕੇ ਜਾ ਹਨਾ। ਮੈਨੂੰ ਐ ਹੁੰਦਾ ਵੀ ਯਾਰ ਮੇਰੇ ਰਾਮਪੁਰੇ ਪਿੰਡ ਦੇ ਵਿੱਚੋਂ ਮੇਰਾ ਇਹ ਸੁਪਨਾ ਬਣ ਗਿਆ, ਮੈਂ ਰਾਮਪੁਰੇ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ। ਫਿਲਹਾਲ ਜਿਹੜੇ ਆ ਚੱਲਦੇ ਆ ਭੁੱਕੀ ਫੀਮ, ਮੈਂ ਇਹਨਾਂ ਦੀ ਤਾਂ ਨਹੀਂ ਮੈਂ ਕਹਿ ਸਕਦਾ ਵੀ ਜਿਹੜਾ ਚਿੱਟਾ ਚੁੱਟਾ ਹੋਰ ਹੈ ਵੀ ਅਸੀਂ ਜਿੰਮ ਬਾਈ ਖੋਲ ਰਹੇ ਆ ਹਨਾ, ਵੀ ਅਸੀਂ ਉੱਥੇ ਉਹਨਾਂ ਨੂੰ ਸਮਝਾਵਾਂਗੇ, ਪਿਆਰ ਨਾਲ ਲੈ ਕੇ ਵੀ ਜਾਵਾਂਗੇ ਹਨਾ, ਵੀ ਜਿੰਨਾ ਹੋ ਸਕਿਆ ਅਸੀਂ ਉਹਨਾਂ ਦਾ ਕਰਾਂਗੇ। ਇੱਕ ਵਾਰੀ ਮੇਰਾ ਵੀਰ ਇਹ ਮੁੜ ਕੇ ਤਾਂ ਦੇਖੋ ਨਾ, ਬਹੁਤ ਹੀ ਜ਼ਿਆਦਾ ਤੁਸੀਂ ਆਪ ਹੀ ਹੁਣ ਮੈਨੂੰ ਫੋਨ ਕਰਕੇ ਉਹ ਮੁੰਡੇ ਕਹਿੰਦੇ ਹੁੰਦੇ ਆ ਵੀ ਬਾਈ ਅਸੀਂ, ਪਰ ਤੁਸੀਂ ਆਓ ਬਾਈ ਇੱਕ ਵਾਰੀ ਹਨਾ, ਮਨ ਸਟਰੋਂਗ ਕਰੋ, ਕੋਈ ਕਿਧਰੇ ਤੋੜ ਨਹੀਂ ਲੱਗਦੀ ਜੀ, ਕਿਧਰੇ ਅੱਖਾਂ 'ਚੋਂ ਪਾਣੀ ਨਹੀਂ ਆਉਂਦਾ, 5-4 ਦਿਨ ਆਊਗਾ। ਚੰਗੀਆਂ ਕਿਤਾਬਾਂ ਪੜ੍ਹੋ ਬਾਈ ਹਨਾ, ਚੰਗੀਆਂ ਕਿਤਾਬਾਂ ਪੜ੍ਹ ਕੇ, ਜਿਵੇਂ ਬੈਂਟੂ ਬਾਈ ਗੁਰਸਰੀ ਹੈਗਾ, ਉਹੋ ਜਿਹੇ ਬੰਦਿਆਂ ਨੇ ਛੱਡਿਆ ਹੈਗਾ, ਉਹਨਾਂ ਦੀਆਂ ਕਿਤਾਬਾਂ ਪੜ੍ਹੋ। ਫਿਰ ਬਾਈ ਜੀ ਹੁਣ ਧਰਮ ਦੇ ਪਾਸੇ ਨਾਲ ਲੈ ਜਾਣ, ਇਹ ਗੱਲ ਦੇਖਣ ਵਾਲੇ ਵੀ ਮੈਂ ਬਾਬਾ ਜੀ ਢੱਡਰਾਂ ਵਾਲੇ ਭਾਈ ਸਾਹਿਬ ਉਹਨਾਂ ਦੇ ਦੀਵਾਨ ਮੈਂ ਵੱਧਦਾ, ਜਦੋਂ ਵੀ ਮੈਂ ਸੌਣਾ ਕਰਨਾ ਹਨਾ, ਮੈਂ ਉਹਨਾਂ ਦੇ ਇਹੋ ਜਿਹਾ ਕੱਢ ਲਾਂਦਾ ਵੀ ਆਪਾਂ ਇਹ ਕਿਵੇਂ, ਉਹ ਸਰੀਰ ਬਾਰੇ ਵੀ ਦੱਸਦੇ ਆ ਵੀ ਤੁਸੀਂ ਸਰੀਰ ਕਿਵੇਂ ਸਾਂਭਣਾ ਹੈ, ਤੇ ਸਿੱਖੀ ਦੇ ਨਾਲ ਨਾਲ ਉਹ ਆਪਦੇ ਘਰ ਦਾ ਵੀ ਦੱਸਦੇ ਆ ਵੀ ਆਪਾਂ ਘਰ ਨੂੰ ਕਿਵੇਂ ਬਚਾਉਣਾ ਆਪਦੇ ਨੂੰ, ਵੀ ਉਹਨਾਂ ਦੇ ਮੈਂ ਜ਼ਿਆਦਾ ਦੀਵਾਨਾਂ ਦਾ ਸੁਣੀ ਜਾਂਦਾ ਰਹਿੰਦਾ ਜੀ। ਫਿਰ ਮੈਂ ਚੰਗੀਆਂ ਆਪਦੀਆਂ ਕਿਤਾਬਾਂ ਪੜ੍ਹੀ ਜਾਂਦਾ ਰਹਿੰਦਾ ਜੀ, ਤੇ ਉਹ ਚੰਗੀਆਂ ਕਿਤਾਬਾਂ ਪੜ੍ਹਨ ਕਰਕੇ ਮੇਰਾ ਮਨ ਥੋੜਾ ਬਦਲਦਾ। ਮੈਂ ਦਿਨੇ ਤਾਂ ਜੀ ਜਮਾਂ ਨਿਕਲਣਾ ਘਰੋਂ ਬੰਦ ਹੀ ਕਰਤਾ ਸੀ। ਲੋਕ ਤਾਂ ਉੱਠਿਆ ਕਰਨ ਸਵੇਰੇ ਨਿਤਨੇਮ ਦੇ ਟਾਈਮ, ਤੇ ਮੈਂ ਉਦੋਂ ਮੇਰੇ ਘਰ ਵਾਲੇ ਨੂੰ ਕਹਿ ਕਰਾਂ ਵੀ ਲੈ ਹੁਣ ਮੈਨੂੰ ਉਠਾਇਓ ਨਾ, ਮੈਂ ਸੌਂਦਾ ਹੈਗਾ, ਕਿਉਂ ਸੌਂਦਾ ਮੈਂ ਸੀ ਵੀ ਜੇ ਬਾਹਰ ਨਿਕਲੂੰਗਾ ਉੱਥੇ ਨਸ਼ੇ 'ਚ ਹੀ ਜਾਊਂਗਾ ਜੀ। ਤੇ ਉਹ ਸਾਰੇ ਸੌਂਇਆ ਕਰਨ ਤੇ ਮੈਂ ਆਪਦਾ ਕਿਤਾਬ ਲੈ ਕੇ ਬੈਠਿਆ ਕਰਾਂ, ਜਾਂ ਭਾਈ ਸਾਹਿਬ ਦਾ ਕੋਈ ਦਮਾਨ ਲਾ ਲਿਆ ਕਰਾਂ ਉਹਦੇ ਤੇ ਮੈਂ ਰਾਤ ਨੂੰ ਆਪਦਾ ਜਾਗਦਾ ਰਿਹਾ ਕਰਾਂ ਤੇ ਦਿਨੇ ਸੌਂ ਜਾਇਆ ਕਰਾਂ ਜੀ ਮੈਂ। ਅੱਛਾ, ਜੀਵਨ ਸਾਥਣ ਵੱਲੋਂ ਸਾਥ ਮਿਲਿਆ, ਕੋਈ ਗੱਲ ਨਹੀਂ ਉਹਨਾਂ, ਕਿਉਂਕਿ ਜੇ ਕੋਈ ਸਾਥ ਮਿਲਦਾ, ਤੁਸੀਂ ਬਾਈ ਜੀ ਦਾ ਦੱਸਿਆ, ਬਾਈ ਜੀ ਹੋਰਾਂ ਤੁਹਾਨੂੰ ਅੱਜ ਸਾਥ ਮਿਲਿਆ ਹਨਾ, ਤਾਂ ਤੁਸੀਂ ਜਿਹੜਾ ਇਸ ਦਲਦਲ ਦੇ ਵਿੱਚੋਂ ਬਾਹਰ ਆ ਪਾਏ ਹੋ। ਮਾਂ ਨੇ ਵੀ ਇੱਕ ਵਾਰ ਵੇਲੇ ਇਹ ਕਹਿਤਾ ਸੀ, ਜੀਵਨ ਸਾਥਣ ਦੇ ਮੂੰਹੋਂ ਵੀ ਕਦੇ ਇਹ ਚੀਜ਼ ਨਿਕਲੀ ਕਿ ਮੈਂ ਗਲਤੀ ਕਰ ਲਈ ਸੁਖਬੀਰ, ਤੇਰੇ ਨਾਲ ਜਿਹੜਾ ਵਿਆਹ ਕਰਵਾ ਲਿਆ ਮੈਂ, ਕਿਉਂਕਿ ਹੰਝੂ ਜ਼ਰੂਰ ਆਉਂਦੇ ਹੋਣੇ, ਅਥਰੂ ਆਉਂਦੇ ਹੋਣੇ, ਤੁਹਾਨੂੰ ਰੋ ਕੇ ਵੀ ਸਮਝਾਇਆ ਹੋਣਾ? ਨਹੀਂ ਉਹ ਨਾ ਬਾਈ ਜੀ ਥੋੜਾ ਜਿਹਾ ਅਗਲਾ ਹੁਣ ਐ ਨਾ, ਮੇਰੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਆਏ ਨਾ ਕਹਿਣ ਹਨਾ, ਵੀ ਉਹ ਨਾ ਜਦੋਂ ਸਾਡੇ ਪਿੰਡ ਦੇ 1-2 ਵਾਰੀ ਸਰਪੰਚ ਨੇ ਵੀ ਕਿਹਾ ਵੀ ਇਹਨੂੰ ਸੈਂਟਰ 'ਚ ਛੱਡਦੇ ਆ, ਉਹ ਸੈਂਟਰ ਵਾਲੇ ਗੱਡੀ ਲੈ ਕੇ ਆ ਗਏ, ਉਹਨਾਂ ਨੇ ਮੈਨੂੰ ਹੌਲੀ ਕਦੇ ਨੇ ਪਏ ਦੇ ਕਹਿੰਦੇ ਤੁਸੀਂ ਸੈਂਟਰ ਵਾਲੇ ਆ ਗਏ, ਦੇਖ ਲਓ ਵੀ ਤੁਹਾਨੂੰ ਬੰਨ੍ਹ ਕੇ ਲੈ ਕੇ ਜਾਣਗੇ, ਵੀ ਜਾਓ ਤੁਸੀਂ ਨਿਕਲ ਜਾਓ, ਕੋਈ ਗੱਲ ਨਹੀਂ, ਜਿਹੜਾ ਹੋਊਗਾ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਖੜੀਆਂ, ਕੋਈ ਗੱਲ ਨਹੀਂ ਹਨਾ। ਵੀ ਉਹਨਾਂ ਨੇ ਜੀ ਮੈਨੂੰ ਵੀ ਇੱਕ ਤਰ੍ਹਾਂ ਮੇਰੀ ਮਸਾਜ ਕਰਨੀਆਂ, ਹੋਰ ਕਰਨੀਆਂ, ਵੀ ਪਤਾ ਨਹੀਂ ਪਿਆਰ ਹੀ ਇੰਨਾ ਲਾ ਲਓ ਹਨਾ, ਵੀ ਕਿਵੇਂ ਸੀ, ਮੈਨੂੰ ਦੂਰ ਵੀ ਨਹੀਂ ਹੋਣ ਦਿੱਤਾ, ਤੇ ਮੈਨੂੰ ਸਮਝਾਉਂਦੇ ਬੁਝਾਉਂਦੇ ਬਹੁਤ ਜ਼ਿਆਦਾ। ਨਹੀਂ ਮੈਨੂੰ ਉਹਨਾਂ ਨੇ ਨਹੀਂ ਕਿਤੇ ਅੱਜ ਤੱਕ ਐਂ ਕਿਹਾ ਸੀ ਵੀ ਤੁਸੀਂ ਜੀ ਮੈਂ ਤੁਹਾਨੂੰ ਛੱਡ ਜੂੰਗੀ ਜਾਂ ਐਂ ਕਰ ਜੂੰਗੀ, ਉਹ ਤਾਂ ਬਸ ਵੀ ਜਦੋਂ ਤੁਸੀਂ ਐਂਡ ਹੋਇਆ ਤਾਂ ਨਾਲ ਮੇਰਾ ਵੀ ਐਂਡ ਹੋਊਗਾ, ਠੀਕ ਹੈ ਨਾ। ਹੁਣ ਅੱਜ ਦੀ ਘੜੀ ਜੇ ਅਸੀਂ 5 ਮਿੰਟ ਵੀ ਇੱਕ ਦੂਜੇ ਦੇ ਅੱਖੋਂ ਤੋਂ ਉਹਲੇ ਹੋ ਜਾਈਏ ਤਾਂ ਐਂ ਹੋ ਜਾਂਦਾ ਵੀ ਯਾਰ ਉਹ ਜਾਣ ਸਾਰ ਕਿੱਧਰ, ਉਹਨਾਂ ਨੂੰ ਐਂ ਹੁੰਦਾ ਵੀ ਜਦੋਂ ਜਿੰਮ 'ਚੋਂ ਮੈਂ 5 ਮਿੰਟ ਵੀ ਲੇਟ ਹੋ ਜਾ, ਉਹਦੀ ਮੈਨੂੰ ਫੋਨ ਆਉਣਾ ਕਿੱਥੇ ਜੇ ਰਹਿ ਗਏ ਤੁਸੀਂ। ਹਾਂ ਜ਼ਰੂਰੀ ਵੀ ਹੈ ਜੀ ਹੈ ਨਾ, ਜ਼ਰੂਰੀ ਵੀ ਹੈ, ਮੈਂ ਦੌਰ 'ਚੋਂ ਇਹੋ ਜਿਹੇ 'ਚੋਂ ਲੰਘਿਆ ਵੀ ਜ਼ਰੂਰੀ ਵੀ, ਮੈਂ ਕਿਹਾ ਵੀ ਹੋਇਆ ਵੀ ਮੈਂ ਜਿਹਦੇ ਨਾਲ ਜਾਣਾ ਹੈ ਜੀ, ਉਹਨਾਂ ਨੂੰ ਪਤਾ ਹੁੰਦਾ ਘਰੇ ਮੇਰੀ ਮੰਮੀ ਨੂੰ, ਮੇਰੀ ਮਿਸੇਜ ਨੂੰ, ਬੇਟੀਆਂ ਤਾਂ ਚਲੋ ਛੋਟੀਆਂ ਨੇ, ਵੀ ਮੈਂ ਕਿਹਦੇ ਨਾਲ ਗਿਆ ਤੇ ਕਿਹਦੇ ਨਾਲ ਮੈਂ ਆ ਰਿਹਾ, ਕਿਹਦੇ ਕੋਲੇ ਮੈਂ ਜਾਣਾ, ਕਿਹਦੇ ਘਰ ਕਰਦਾ, ਠੀਕ ਹੈ ਨਾ। ਉਸ ਸਮੇਂ ਜਦੋਂ ਬੇਟੀ ਵੱਡੀ ਹੁੰਦੀ ਹੋਣੀ ਆ, ਬੇਟੀ ਦੇ ਮੂੰਹੋਂ ਵੀ ਕਦੇ ਨਿਕਲਿਆ ਕਿ ਪਾਪਾ ਤੁਸੀਂ ਗਲਤ ਪਾਸੇ ਹੋ, ਤੁਸੀਂ ਪਾਪਾ ਛੱਡੋ? ਹਾਂਜੀ, ਮੇਰੀ ਬੇਟੀ ਨਾ, ਮੈਂ ਸਕੂਲ ਦੇ ਵਿੱਚ ਜਦੋਂ ਜਾਂਦਾ ਜੀ, ਇੱਕ ਤਾਂ ਬੱਚਿਆਂ ਨੂੰ ਚਾਅ ਚੜ੍ਹ ਜਾਂਦਾ ਵੀ ਮੇਰੇ ਪਾਪਾ ਆਉਣਗੇ, ਸਕੂਲ ਆਉਣਗੇ, ਉਹ ਮੈਂ ਬਾਈ ਜੀ ਟੀਕੇ ਟੂਕੇ ਲਾਉਂਦਾ ਸੀ, ਜਮਾ ਖਤਮ ਹੀ ਹੋਈ ਪਈ ਸੀ ਕਹਾਣੀ, ਮੇਰਾ ਮੂੰਹ ਆਇਆ ਜਮਾ ਹੋਰ ਹੀ ਜੇ ਹੋ ਕੇ ਜੀ ਐਂ ਬਣ ਗਿਆ ਸੀਗਾ। ਉਹ ਮੇਰੀ ਬੇਟੀ ਨੂੰ ਜਦੋਂ ਪਤਾ ਲੱਗਿਆ ਪੇਰੈਂਟਸ ਮੀਟਿੰਗ ਆ, ਉਹਦੀ ਮੰਮੀ ਦੇ ਆਲੇ ਦੁਆਲੇ ਹੋਣ ਲੱਗ ਜਾ ਕਰੇ ਵੀ ਮੰਮਾ ਤੁਸੀਂ ਇਕੱਲੇ ਆ ਜਾਓ, ਤੁਸੀਂ ਮੰਮਾ ਫੋਨ ਕਰਕੇ ਸਾਰ ਲਓ, ਤੁਸੀਂ ਮੰਮਾ ਦਾਦੀ ਮਾਂ ਨੂੰ ਲੈ ਆਓ। ਉਹ ਮੇਰੇ ਨਾ ਫਾਦਰ ਥੋੜ੍ਹੇ ਜਿਹੇ ਦਿਮਾਗੀ ਅਪਸੈਟ ਜਿਹੇ ਹੈਗੇ ਨੇ ਜੀ, ਆਪਾਂ ਕੋਈ ਪੜਦਾ ਨਹੀਂ, ਮੈਂ ਦਿਲੋਂ ਜਿਹੜੀ ਕਹੂੰਗਾ ਸੱਚੀ ਦਾ ਗੱਲ ਹੋਊਗੀ, ਕੋਈ ਆਪਾਂ ਨੂੰ ਉਹ ਨਹੀਂ ਹੈਗਾ। ਉਹ ਦਿਮਾਗੀ ਅਪਸੈਟ ਉਹ ਸਿਰਫ ਮੰਮੀ ਦੇ ਉੱਤੇ ਸਾਡੀ ਕਬੀਲਦਾਰੀ ਦਾ ਸੀਗਾ ਉਦੋਂ, ਠੀਕ ਹੈ ਨਾ, ਘਰ ਦੀ ਕਬੀਲਦਾਰੀਆਂ ਹੁੰਦੀਆਂ ਜੀ। ਤੇ ਉਹ ਬੱਚੀ ਨੂੰ ਐਂ ਹੋਇਆ ਕਰੇ ਵੀ ਫਿਰ ਮੈਂ ਜੀ ਇੱਕ ਦਿਨ ਵਗ ਗਿਆ, ਧੱਕੇ ਜਿਹੇ ਨਾਲ ਵਗ ਗਿਆ, ਤੇ ਉੱਥੇ ਜਾ ਕੇ ਬਾਈ ਜੀ ਮੇਰੇ ਦੌਰਾ ਪੈ ਗਿਆ। ਅੱਛਾ ਜੀ, ਦੌਰਾ ਪੈ ਕੇ ਸਕੂਲ ਦੇ ਵਿੱਚ ਜੀ, ਸਕੂਲ ਦੇ ਵਿੱਚ ਜਦੋਂ ਜਾ ਕੇ ਦੌਰਾ ਪੈ ਗਿਆ, ਮੇਰੀ ਬੇਟੀ ਇੰਨਾ ਜ਼ਿਆਦਾ ਰੋਈ ਵੀ ਛੱਡ ਹੀ ਗੱਲਾਂ ਦੇ, ਵੀ ਪਾਪਾ ਮੇਰੀ ਬਹੁਤ ਬੱਚਿਆਂ ਦੇ ਵਿੱਚ ਬੇਇੱਜ਼ਤੀ, ਅਗਲਾ ਕਹਿੰਦਾ ਵੀ ਤੇਰਾ ਪਾਪਾ ਐਂ ਕਰਦਾ, ਕਿ ਉਹਨੂੰ ਪਤਾ ਸੀ ਵੀ ਨਸ਼ਾ ਕਰਦੇ ਨੇ ਪਾਪਾ, ਕਿਉਂ ਬੱਚੇ ਨੂੰ 12 ਸਾਲ ਦੇ ਨੂੰ ਸੁਰਤ ਹੁੰਦੀ ਆ ਹੀ ਜਾਂਦੀ ਆ, 11 ਸਾਲ ਦੇ ਨੂੰ ਪਤਾ ਹੀ ਲੱਗ ਜਾਂਦਾ ਵੀ ਪਾਪਾ ਨਸ਼ਾ ਕਰਦਾ। ਉਹ ਮੈਨੂੰ ਕਹਿ ਕਹਿੰਦਾ ਪਾਪਾ ਵੀ ਜਿਵੇਂ ਲੋਕਾਂ ਦੇ ਪੇਰੈਂਟਸ ਆ ਨਾ, ਬੱਚਿਆਂ ਦੇ ਪੇਰੈਂਟਸ ਐਂ ਬਣ ਕੇ ਆਉਂਦੇ ਆ, ਮੇਰੇ ਕਿਧਰੇ ਪੱਗ ਵੀ ਬਣਾਇਆ ਕਰਨ, ਪੱਗ ਉਦੋਂ ਤਾਂ ਬੰਨ੍ਹ ਕੇ ਵਗ ਜਾ ਕਰਾਂ ਜੀ, ਮੈਂ ਸਭ ਕੁਛ ਬਣ ਕੇ, ਪਰ ਅੱਧੇ ਘੰਟੇ ਬਾਅਦ ਉਹੀ ਕਿੱਥੇ ਪੱਗ ਹੋਣੀ ਹੈ ਜੀ ਸਿਰ 'ਤੇ, ਕਿੱਥੇ ਮੇਰਾ ਹੈ ਨਾ ਉਹੀ ਆਪਦਾ ਦੌਰ ਹੁੰਦਾ ਸੀਗਾ।
ਸੀਗਾ ਵੀ ਬੇਟੀ ਨੇ ਮੈਨੂੰ ਬਹੁਤ ਵਾਰੀ ਪਾਪਾ ਹੁਣ ਮੇਰੀਆਂ ਬੇਟੀਆਂ ਜਦੋਂ ਮੈਂ ਜਿਮ ਦੇ ਵਿੱਚ ਆਉਣਾ ਹੈ ਜੀ ਹੈ ਨਾ, ਪਹਿਲਾਂ ਤਾਂ ਸਾਰਾ ਮੇਰਾ ਪ੍ਰੋਟੀਨ ਵਗੈਰਾ ਪਾਉਣਾ ਹੈਗਾ, ਸਾਰੀ ਮੇਰੀ ਕਿੱਟ ਦੇਖਣੀ ਹੈ, ਫਿਰ ਜਾਂਦਿਆਂ ਨੂੰ ਮੈਥੋਂ ਬਾਹਰ ਚੋਂ ਕਿੱਟ ਫੜਨੀ ਆ ਪਾਪਾ ਵੀ ਹੁਣ ਇੰਨਾ ਜ਼ਿਆਦਾ ਵੀ ਮੈਨੂੰ ਬੱਚਿਆਂ ਤੋਂ ਬਿਨਾਂ ਹੈ ਨਾ, ਹੁਣ ਮੇਰਾ ਘਰ ਹੀ ਇੱਕ ਤਰ੍ਹਾਂ ਦਾ ਸਵਰਗ ਬਣ ਗਿਆ ਬਾਈ ਜੀ ਹੈ ਨਾ। ਜਦੋਂ ਇਹ ਗੱਲਾਂ ਹੁੰਦੀਆਂ ਸੀ ਬਾਈ ਫਿਰ ਉਦੋਂ ਦਿਲ ਨਹੀਂ ਬਲੂੰਦਰਿਆ ਗਿਆ, ਇਨਸਾਨੀਅਤ ਦੇ ਤੌਰ ਤੇ ਅੰਦਰੋਂ ਆਵਾਜ਼ ਨਹੀਂ ਆਈ ਕਿ ਯਾਰ ਤੂੰ ਕਿਹੜੇ ਪਾਸੇ ਚੱਲ ਪਿਆ, ਯਾਰ ਤੈਨੂੰ ਕੁਝ ਸੋਚਣਾ ਚਾਹੀਦਾ। ਜਦੋਂ ਇੱਕ ਧੀ, ਇੱਕ ਮਾਂ ਨੇ ਵੀ ਵਿਰਲਾਪ ਕੀਤਾ, ਇੱਕ ਤੁਹਾਡੀ ਜੀਵਨ ਸਾਥਣ ਨੇ ਵਿਰਲਾਪ ਕੀਤਾ, ਤੁਹਾਡੀ ਬੇਟੀ ਨੇ ਵਿਰਲਾਪ ਕੀਤਾ, ਕਿਸੇ ਵੇਲੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਹੋਣੀ ਹੈ ਕਿ ਯਾਰ ਹੁਣ ਕਿਹੜੇ ਪਾਸੇ ਆ ਸਿੱਧੂ, ਹੁਣ ਛੱਡਣਾ ਪਊ। ਹਾਂ, ਦਿਮਾਗ ਦੇ ਵਿੱਚ ਮੇਰੇ ਹੋਇਆ ਬਾਈ ਜੀ, ਜਦੋਂ ਵੀ ਮੈਨੂੰ ਐ ਤੁਰਿਆ ਆਉਂਦੇ ਦੇਖ ਲਾਂਦੇ ਪਿੰਡ ਦੇ ਵਿੱਚ, ਮੈਥੋਂ ਜਾਂ ਤਾਂ ਅਗਲਾ ਰਾਹ ਬਦਲ ਲਾਂਦਾ ਸੀਗਾ ਵੀ ਯਾਰ ਲੜਾਈ ਪੜਾਈ ਵਾਲੇ ਮੁੰਡਿਆਂ ਨਾਲ ਰਹਿੰਦਾ ਹੈਗਾ, ਇਹ ਐਵੇਂ ਕਿਸੇ ਨਾਲ ਲੜੂਗਾ, ਗਾਲਾਂ ਕੱਟਾਂ ਕਰੂਗਾ ਆਸੇ ਪਾਸੇ ਰਾਹ, ਵੀ ਮੈਨੂੰ ਐ ਵੀ ਯਾਰ ਸੁਖਵੀਰ ਤੂੰ ਤਾਂ ਭੈਣ ਚੋਂ ਸਾਰਿਆਂ ਤੋਂ ਹੀ ਸੌਰੀ ਵੀ ਤੂੰ ਸਾਰਿਆਂ ਤੋਂ ਹੀ ਕੱਟਿਆ ਗਿਆ ਆਸੇ ਪਾਸੋਂ, ਵੀ ਬਹੁਤ ਮਨ ਨੂੰ ਆਇਆ ਕਰੇ। ਫਿਰ ਮੈਂ ਛੱਡਣ ਦੀ ਬਥੇਰੀ ਕੋਸ਼ਿਸ਼ ਕਰਿਆ ਕਰਾਂ ਬਾਈ ਜੀ, ਸਰੀਰ ਨਾ ਜਾਇਜ਼ ਕਿਉਂ ਕਮਜ਼ੋਰੀ ਪੜ ਗਈ ਸੀ ਜੀ, ਜਮਾਂ ਕਮਜ਼ੋਰ ਮੇਰਾ ਸਰੀਰ ਹੋ ਗਿਆ, ਹੱਡੀ ਪਿੰਜਰ ਬਣ ਗਿਆ ਸੀਗਾ ਮੇਰਾ, ਤੇ ਵੀ ਮੈਥੋਂ ਛੱਡਣ ਮੈਂ ਕੰਮਣ ਆਇਆ ਕਰਾਂ ਬਥੇਰਾ, ਰਾਤ ਨੂੰ ਵੀ ਤੜਕੇ ਨੂੰ ਨਹੀਂ ਮਨਾ ਕਰਨਾ, ਕੁਛ ਮਰਜ਼ੀ ਹੋ ਜਾਏ ਤੜਕੇ ਨੂੰ ਨਹੀਂ ਕਰਨਾ, ਜਦੋਂ ਕਰਦੇ ਕਰਾਉਂਦੇ ਬਾਈ ਜੀ ਨਹੀਂ ਫਿਰ ਤੜਕੇ ਉੱਥੇ ਜਾ ਵੜਿਆ ਕਰਾਂ। ਫਿਰ ਜਦੋਂ ਜਾ ਕੇ ਐਂਡ ਦੇ ਵਿੱਚ ਸਾਨੂੰ ਥੋੜਾ ਪਤਾ ਲੱਗਦਾ ਜੀ ਬਰਨਾਲੇ ਹਸਪਤਾਲ ਹੈ, ਮੈਂ ਉਹਨਾਂ ਦਾ ਨਾਂ ਲੈਣਾ ਚਾਹੂੰ ਜਿੱਥੋਂ ਮੇਰੀ ਜ਼ਿੰਦਗੀ ਬਣੀ ਹੈ। ਥੋੜ੍ਹਾ ਜਿਹਾ ਦਵਾਈ ਦਾ ਤਾਂ ਨਾਲ ਸਹਾਰਾ ਲੈਣਾ ਪੈਂਦਾ, ਦਿਮਾਗ ਦੇ ਨਾਲ ਥੋੜ੍ਹਾ ਜਿਹਾ ਦਵਾਈ ਦਾ ਵੀ ਸਹਾਰਾ ਲਓ ਜੀ ਹੈ ਨਾ, ਵੀ ਮੈਂ ਇੱਕ ਤਾਂ ਹਸਪਤਾਲ ਦੇ ਵਿੱਚੋਂ ਦਵਾਈ ਲੈਤੀ 2.5-3 ਮਹੀਨੇ ਮੈਂ, ਉਹ ਨਾਲ ਇੱਕ ਗੋਲੀ ਹੁੰਦੀ ਹੈ ਜੀ ਉਹ ਲੈਤੀ, ਵੀ ਕੁਛ ਮੇਰਾ ਮਨ ਹੀ ਇੰਨਾ ਜ਼ਿਆਦਾ ਕਿਤਾਬਾਂ ਪੜ੍ਹਨ ਕਰਕੇ ਹੈ ਨਾ, ਵੀ ਭਾਈ ਸਾਹਿਬ ਨੂੰ ਸੁਣਨ ਕਰਕੇ ਦਿਮਾਗ ਹੀ ਮੈਂ ਕਰ ਲਿਆ ਵੀ ਯਾਰ ਹੁਣ ਭਾਵੇਂ ਇੱਧਰ ਦੀ ਇੱਧਰ ਹੋ ਜੇ, ਜਿੰਨਾ ਆਪਾਂ ਨਸ਼ੇ ਦੇ ਵਿੱਚ ਬਦਨਾਮ ਹੋਏ ਆ ਤੇ ਉਹਨਾਂ ਜਿੰਨਾ ਚਿਰ ਬਾਈ ਜੀ ਹੁਣ ਮੈਂ ਕੰਪੀਟੀਸ਼ਨ ਨਹੀਂ ਖੇਡਦਾ ਬਾਡੀ ਬਿਲਡਿੰਗ ਦਾ, ਉਹਨਾਂ ਚਿਰ ਮੈਂ ਰੋਕਣ ਵਾਲਿਆਂ 'ਚ ਮੇਰਾ ਸਰੀਰ ਸਾਥ ਦੇਵੇ, ਪਰਮਾਤਮਾ ਮੇਰੇ ਹੱਡ ਪੈਰ ਸਲਾਮਤ ਰੱਖੇ, ਉਹਨਾਂ ਚਿਰ ਮੈਂ ਨਹੀਂ। ਹੁਣ ਬਾਕੀ ਜਿਵੇਂ ਮੇਰੇ ਕੋਚ ਸਾਹਿਬ ਬੈਠੇ ਨੇ ਹੈ ਨਾ, ਬਾਈ ਮਨਵਰ ਹੈ ਨਾ, ਜਿੱਦੇ ਦੇ ਮੇਰੀ ਜ਼ਿੰਦਗੀ ਦੇ ਵਿੱਚ ਆਏ ਆ ਪਰਮਾਤਮਾ ਨੇ ਮੇਰੀ ਹੈ ਨਾ, ਪੌੜੀ ਤੋਂ ਪੌੜੀ ਮੈਂ ਦਿਨੋਂ ਦਿਨ ਚੜ੍ਹਦਾ ਤੁਰਿਆ ਜਾਂਦਾ, ਨਹੀਂ ਤੁਸੀਂ ਮੈਨੂੰ ਕਿੱਥੇ ਜਾਣਦੇ ਸੀਗੇ ਠੀਕ ਹੈ ਨਾ। ਬਾਕੀ ਇਹਨਾਂ ਨੇ ਪਹਿਲਾਂ ਮੈਨੂੰ ਥੋੜ੍ਹੇ ਜਿਹੇ ਇੱਕ ਦੋ ਲਫ਼ਜ਼ ਹੋਇਆ ਵੀ ਚਲੋ ਆਪਾਂ ਕੋਈ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਹੈ ਨਾ ਆਪਦੇ ਚੇਂਜ ਲਿਆਵੇ ਹੁੰਦਾ ਹੈ ਜੀ ਹੈ ਨਾ, ਜਿੱਦੇ ਦੇ ਮੇਰੀ ਜ਼ਿੰਦਗੀ ਦੇ ਵਿੱਚ ਆਏ ਆ ਵੀ ਮੈਨੂੰ ਬਹੁਤ ਹੀ ਜ਼ਿਆਦਾ ਆਪਦੀ ਜ਼ਿੰਦਗੀ ਦੇ ਵਿੱਚ ਪਤਾ ਲੱਗਦਾ ਵੀ ਹਾਂ ਠੀਕ ਹੈ ਸੁਖਵੀਰ ਹੁਣ ਤੂੰ ਹੈਗਾ ਜ਼ਿੰਦਗੀ 'ਚ। ਹੁਣ ਕਿੰਨਾ ਸਮਾਂ ਹੋ ਗਿਆ ਬਾਈ ਜੇਕਰ ਗੱਲ ਕਰੀਏ ਜਦੋਂ ਤੁਸੀਂ ਇਸ ਦਲਦਲ ਦੇ ਵਿੱਚੋਂ ਬਾਹਰ ਆ ਚੁੱਕੇ ਹੋ, ਕਿੰਨਾ ਸਮਾਂ ਹੋ ਚੁੱਕਿਆ ਟੋਟਲ? ਬਾਈ ਜੀ ਮੈਨੂੰ 1.25 ਸਾਲ ਦੇ ਏੜ ਹੋ ਗਿਆ ਵੀ ਆਹ ਜਿਹੜਾ ਇੱਕ ਤਾਂ ਹੁਣ ਦੁਸਹਿਰਾ ਲੰਘ ਕੇ ਗਿਆ ਜੀ, ਇੱਕ ਉਦੋਂ ਪਹਿਲਾਂ ਵਾਲਾ ਦੁਸਹਿਰਾ ਜਦੋਂ ਪਰਾਰ ਕਹਿੰਦਾ ਨਾ ਪੰਜਾਬੀ ਦੇ ਵਿੱਚ ਪਰਾਰ ਦੀ ਉਦੋਂ ਮੈਂ ਪਹਿਲੇ ਦਿਨ ਦੁਸਹਿਰੇ ਵਾਲੇ ਦਿਨ ਦਵਾਈ ਲਿਆਂਦੀ ਸੀਗੀ ਜੀ, ਇੱਕ ਤਾਂ ਜਿੱਦੇ ਅੱਜ ਇੰਟਰਵਿਊ ਲਈ ਜਾਂਦੇ ਆ ਦੁਸਹਿਰਾ ਲੰਘ ਚੁੱਕਾ ਜੀ ਮੈਨੂੰ 3-4 ਮਹੀਨੇ ਹੋ ਗਏ, ਇੱਕ ਉਦੋਂ ਪਹਿਲਾਂ ਵਾਲਾ ਜਿਹੜਾ ਦੁਸਹਿਰਾ ਸੀਗਾ ਜੀ 1.25 ਸਾਲ ਵਾਂਗੂ ਹੋ ਗਿਆ ਮੈਨੂੰ ਦਵਾਈ ਲੈਤੇ ਜੀ, ਵੀ 3-4 ਮਹੀਨੇ ਤਾਂ ਬਾਈ ਜੀ ਮੈਂ ਘਰੇ ਰਿਹਾ, ਉਦੋਂ ਬਾਅਦ ਥੋੜ੍ਹਾ ਮੈਂ ਜਿਮ ਦੇ ਵਿੱਚ ਜਾਣ ਲੱਗ ਗਿਆ, ਫਿਰ ਲੋਕਡਾਊਨ ਜਾ ਗਿਆ, ਲੋਕਡਾਊਨ ਦੇ ਵਿੱਚ ਬੰਦ ਹੋ ਗਿਆ ਜੀ ਸਭ ਕੁਛ। ਫਿਰ ਜਦੋਂ ਉਹਨੂੰ ਮੁੰਡੇ ਨੂੰ ਦੀਪ ਨੂੰ ਬਾਈ ਨੂੰ ਪਤਾ ਲੱਗਿਆ, ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਕਹਿੰਦੇ ਸੁਖਵੀਰ ਕੋਈ ਗੱਲ ਨਹੀਂ ਲੋਕਡਾਊਨ ਹੋ ਗਿਆ, ਉਦੋਂ ਖਤਮ ਹੋਣ ਵਾਲਾ ਸੀ ਲੋਕਡਾਊਨ ਜੀ, 10 ਕੁ ਦਿਨ ਰਹਿੰਦੇ ਸੀ, ਕਹਿੰਦੇ ਚਲ ਤੂੰ ਕੋਈ ਗੱਲ ਨਹੀਂ ਜੇ ਤੈਨੂੰ ਸ਼ੌਂਕ ਆ ਤਾਂ ਤੂੰ ਆਇਆ ਕਰ, ਚਲੋ ਉੱਥੇ ਜਾਣ ਲੱਗ ਗਏ ਜੀ। ਉਹਨਾਂ ਦੇ ਕਰਦੇ ਕਰਾਉਂਦੇ ਬਾਈ ਕਰਕੇ ਮੈਨੂੰ ਇਹ ਬਾਈ ਮਿਲੇ, ਕਿਉਂ ਇਹ ਉੱਥੇ ਕੋਚਿੰਗ ਜਿਮ ਦੇ ਵਿੱਚ ਕੋਚਿੰਗ ਦਿੰਦੇ ਸੀਗੇ ਠੀਕ ਹੈ ਨਾ, ਬਾਕੀ ਇਹ ਆਪ ਬੋਡੀ ਬਿਲਡਰ ਨੇਗੇ, ਤੇ ਉਹਨਾਂ ਨਾਲ ਜਦੋਂ ਇਹਨਾਂ ਨਾਲ ਫਿਰ ਪੈ ਗਿਆ ਜੀ, ਫਿਰ ਤਾਂ ਮੇਰਾ ਬਾਈ ਜਿਵੇਂ ਇੱਕ ਤਰ੍ਹਾਂ ਦੀ ਸਾਡੀ ਰਾਸ਼ੀ ਮਿਲ ਗਈ ਮੇਰੀ ਬਾਈ ਨਾਲ ਹੈ ਨਾ, ਜਦੋਂ ਦੀ ਮੇਰੀ ਰਾਸ਼ੀ ਮਿਲੀ ਆ ਬਾਈ ਮੈਂ ਕਹਿੰਦਾ ਵੀ ਹੁਣ ਇਹਨਾਂ ਨੂੰ ਮੈਂ ਕਹਿਤਾ ਵੀ ਬਾਈ ਜੀ ਮਿਹਨਤ ਮੇਰੀ ਹੈ ਨਾ, ਦੱਸਣ ਵਾਲੇ ਪ੍ਰੈਕਟਿਸ ਮੈਨੂੰ ਨੌਲੇਜ ਨਹੀਂ ਹੈਗੀ ਜੀ ਇਹ ਚੀਜ਼ ਦੀ ਵੀ ਮੈਂ ਕਿਵੇਂ ਲਾਉਣਾ ਕਿਵੇਂ ਨਹੀਂ ਲਾਉਣਾ ਕਿਵੇਂ ਨਹੀਂ ਕਰਨਾ, ਵੀ ਤੁਸੀਂ ਮੈਨੂੰ ਦੱਸੀ ਜਾਓ, ਤੇ ਮਿਹਨਤ ਮੈਂ ਕਸਰ ਨਹੀਂ ਛੱਡਦਾ ਮਿਹਨਤ ਕਰੀ ਵੀ ਜਦੋਂ ਮੇਰਾ ਜਿਮ ਦਾ ਟਾਈਮ ਹੋਗਾ ਜੀ ਸੁਬਾਹ ਤਾਂ ਮੈਂ ਜਾਂਦਾ ਹੈਗਾ ਆਪਦੇ ਪੇਟ ਪੂਟ ਵਾਲੀਆਂ ਲਾਉਣਾ, ਤੇ ਸ਼ਾਮ ਨੂੰ ਮੈਂ ਜਦੋਂ ਬਾਈ ਨੇ 6 ਵਜੇ ਨੂੰ ਬਾਈ ਜੀ ਦੇ ਕੋਲੇ ਹੁੰਨਾ ਵਾਰਮ ਅਪ ਹੋ ਕੇ ਵੀ ਦੱਸੋ ਜੀ ਬਾਈ ਜੀ ਵੀ ਮੈਂ ਖੜਾ ਰੈਡੀ ਹੋਇਆ, ਹੁਣੇ ਡਿਊਟੀ ਨੂੰ ਸਾਂਭੀ ਹੋਈ ਹੈ ਇਹ ਹਾਂ ਜੀ ਮੈਂ ਇਹ ਡਿਊਟੀ ਸਮਝਿਆ, ਤੇ ਇਹਨਾਂ ਨੇ ਵੀ ਇਹਨਾਂ ਦਾ ਕੋਈ ਕੰਮ ਹੋਵੇ ਇਹ ਮੈਨੂੰ ਐਂ ਲੱਗਦਾ ਦਿਲੋਂ ਵੀ ਮੇਰੇ ਤੇ ਸਪੈਸ਼ਲ ਅੱਡ ਧਿਆਨ ਦਿੰਦੇ ਨੇ, ਕਿਉਂ ਇਹਨਾਂ ਨੂੰ ਪੰਜਾਬ ਦੀ ਜਵਾਨੀ ਲਾ ਲਓ ਹੈ ਨਾ, ਵੀ ਇਹਨਾਂ ਨੂੰ ਦਰਬ ਆਇਆ ਵੀ ਯਾਰ ਇੱਕ ਬੰਦਾ ਨਸ਼ੇੜੀ ਹੈ ਜਿਹੜਾ ਉਹਨੂੰ ਨਸ਼ੇ 'ਚੋਂ ਕੱਢਤਾ ਮੈਂ, ਤੇ ਇਹਨੂੰ ਦੇਖ ਕੇ ਸ਼ਾਇਦ ਮੇਰਾ ਵੀਰ ਭਾਈ ਇੱਕਣ ਦਾ ਹੋਰ ਆ ਜੇ ਹੈ ਨਾ, ਉਹ ਸਾਰਾ ਫਿਰ ਮੈਂ ਬਾਈ ਜੀ ਦਾ ਵੀ ਕਹਿਣਾ ਵੀ ਇਹਨਾਂ ਦਾ ਹੀ ਧੰਨਵਾਦ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸੁਖਵੀਰ ਵੱਡੀ ਗੱਲ ਇਹ ਹੁੰਦੀ ਹੈ ਯਾਰ ਚਲੋ ਨਸ਼ਾ ਅਸੀਂ ਛੱਡਤਾ, ਹਾਂਜੀ ਸਾਡਾ ਆਲਾ ਦੁਆਲਾ ਸਾਡੀ ਸੁਸਾਇਟੀ ਆ ਸਾਨੂੰ ਐਕਸੈਪਟ ਨਹੀਂ ਕਰਦੀ, ਜਿੰਨੇ ਹਾਲੇ ਤੱਕ ਸਾਡੇ ਕੋਲੇ ਸਾਹਮਣੇ ਆਏ ਨੇ ਸਾਡੇ ਨਾਲ ਨੌਜਵਾਨਾਂ ਨੇ ਗੱਲਬਾਤ ਕੀਤੀ ਆ, ਉਹ ਇਹੀ ਕਹਿੰਦੇ ਕਿ ਯਾਰ ਸਾਨੂੰ ਸੁਸਾਇਟੀ ਹਾਲੇ ਵੀ ਐਕਸੈਪਟ ਨਹੀਂ ਕਰ ਰਹੀ, ਤੁਹਾਨੂੰ ਤਾਂ ਹਜੇ 1.25 ਸਾਲ ਹੋਇਆ, ਸੁਸਾਇਟੀ ਨੇ ਐਕਸੈਪਟ ਕਰ ਲਿਆ ਜਾਂ ਨਹੀਂ, ਕਿ ਰਿਸ਼ਤੇਦਾਰਾਂ ਚੋਂ ਇਹੀ ਸੁਣਨ ਹੁੰਦਾ ਕਿ ਇਹ ਜਾਂ ਤਾਂ ਅੱਗੇ 20 ਵਾਰੀ ਛੱਡਿਆ ਇਹਨੇ ਆ 4 ਦੇਣਾ ਹੁਣ ਫੇਰ ਲੱਗ ਜਾਣਾ, ਹੁਣ ਫੇਰ ਕਰਨ ਲੱਗ ਜੂ, ਡਿਫੌਂਡ ਕਰਦਾਗਾ ਬਹਾਨੇ ਮਾਰਦਾਗਾ, ਇਦਾਂ ਦਾ ਸੁਣਨ ਨੂੰ ਹੁਣ ਵੀ ਆਉਂਦਾ ਨਹੀਂ, ਹੁਣ ਵੀ ਮੈਂ ਪਿੰਡ ਘਨੌਣੀ ਜੀ ਐਵੇਂ ਕਹਿ ਦਿਓ ਮੇਰੇ ਪਿੰਡ ਦਾ ਮੇਰਾ ਭਾਈਚਾਰਾ ਫੂਲਕਾ ਭਾਈਚਾਰਾ ਹੈ ਨਾ, ਸਿੱਧੂ ਫੂਲਕਾ ਭਾਈਚਾਰਾ ਵੀ ਮੇਰੇ ਪਿੰਡ ਦੇ ਜਿੰਨੇ ਵੀ
ਪਿਆਰ ਕਰਨ ਵਾਲਿਆ ਜਿੱਥੇ ਮੈਨੂੰ ਮਿਲਦੇ ਆ ਬਾਅਦ ਸ਼ਾਦੀ 'ਚ ਜਾਂਦਾ ਮੈਨੂੰ ਜੱਫੀ ਪਾ ਕੇ ਵੀ ਯਾਰ ਸੁਖਬੀਰ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਤੇਰੇ ਤੇ ਵੀ ਤੇਰੇ ਤੇ ਉਮੀਦ ਹੀ ਨਹੀਂ ਸੀ। ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਉਹ ਕੀਤਾ। ਪਰ ਜਿਹੜੇ ਇੱਕ ਦੋ ਰਿਸ਼ਤੇਦਾਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੈ ਨਾ ਜੀ, ਉਹ ਮੇਰਾ ਕੱਲ੍ਹ ਪਰਸੋਂ ਹੀ ਘਟਨਾ ਹੋ ਕੇ ਹਟੀ ਆ ਵੀ ਮੈਂ ਵੀਡੀਓ ਵੀ ਆਪਦੀ ਮੈਂ ਫੇਸਬੁੱਕ ਤੇ ਪਾਈ ਆ ਹੈ ਨਾ ਵੀ ਉਹ ਹਜੇ ਵੀ ਕਹਿੰਦੇ ਵੀ ਆਪਾਂ ਯਾਰ ਲੈਣਾ ਕੀ ਹੈ ਇਹ ਬੰਦੇ ਤੋਂ, ਆਪਾਂ ਇਹ ਤਾਂ ਵੱਧ ਤੋਂ ਵੱਧ 2 ਮਹੀਨੇ 3 ਮਹੀਨੇ ਉੱਥੇ ਹੀ ਦੇਖਿਓ ਤਾਂ ਉੱਥੇ ਹੀ ਆ ਜਾਊਗਾ। ਪਰ ਮੈਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਕੁਛ ਮਰਜ਼ੀ ਕਰ ਲਓ, ਤੁਹਾਨੂੰ ਆਪਦੇ ਆਪ ਕਹੋਗੇ ਵੀ ਨਹੀਂ ਸੁਖਬੀਰ ਅਸੀਂ ਗਲਤ ਸੀਗੇ ਯਾਰ, ਹੁਣ ਤੂੰ ਸਹੀ ਸੀਗਾ, ਠੀਕ ਹੈ ਨਾ। ਕੋਈ ਖਾਸ ਹੀ ਇਹੋ ਜਿਹੇ ਰਿਸ਼ਤੇਦਾਰ ਆ ਵੀ ਉਹਨਾਂ ਨੇ ਮੈਨੂੰ ਮੂੰਹ ਵੀ ਬਣਾ ਲਏ। ਸਾਡੇ ਥੋੜਾ ਜਿਹਾ ਮੇਰੇ ਤਾਏ ਚਾਚਾ ਨਾਲ ਜ਼ਮੀਨਾਂ ਦੇ ਕੇ ਚਲੋ ਹੁੰਦੀ ਹੈ ਜੀ ਘਰਾਂ ਦੇ, ਪਰ ਮੇਰਾ ਮਨ ਦਾ ਸੁਪਨਾ ਇੱਕ ਤਰ੍ਹਾਂ ਦਾ ਐ ਵੀ ਜਿਵੇਂ ਮੇਰੀਆਂ ਜ਼ਮੀਨਾਂ ਦੇ ਕੇਸ ਚੱਲਦੇ ਨੇ ਮੇਰੇ ਚਾਚੇ ਤਾਏ ਨਾਲ, ਮੈਂ ਪਰਿਵਾਰ ਨੂੰ ਇੱਕ ਤਰ੍ਹਾਂ ਇਕੱਠਾ ਕਰਨਾ ਹੀ ਕਰਨਾ। ਭਾਵੇਂ ਦੀ ਮੈਨੂੰ ਝੁਕਣਾ ਪਏ ਜੀ, ਭਾਵੇਂ ਦੀ ਮੇਰੇ ਤਾਂ ਬੇਟੀਆਂ ਨੇ ਜੀ, ਮੈਂ ਤਾਂ ਬੇਟੇ ਨੂੰ ਜ਼ਮੀਨ ਦੇਣੀ, ਭਾਵੇਂ ਦੀ ਮੈਨੂੰ ਅੱਧੀ ਕਨਾਲ ਉਹਨਾਂ ਨੂੰ ਕਨਾਲ 2 ਕਨਾਲਾਂ ਹੋਰ ਮੈਂ ਸਮਝ ਲਓ ਮੇਰਾ ਅੱਧਾ ਕਿੱਲਾ ਹੋਰ ਵਿਕ ਗਿਆ, ਭਾਵੇਂ ਦੀ ਮੈਨੂੰ ਉਹ ਵੀ ਉਹਨਾਂ ਨੂੰ ਦੇਣਾ ਪਏ ਜੀ, ਵੀ ਮੈਂ ਇੱਕ ਤਰ੍ਹਾਂ ਦਾ ਆਪਦੇ ਪਰਿਵਾਰ ਨੂੰ ਇਕੱਠਾ ਕਰੂੰਗਾ। ਉਹ ਗ੍ਰੰਥ ਸਾਹਿਬ ਤੱਕ ਦੀਆਂ ਸੌਹਾਂ ਪਾਈ ਬੈਠੇ ਨੇ ਵੀ ਇਹ ਬੰਦੇ ਨੂੰ ਅਸੀਂ ਮੂੰਹ ਨਹੀਂ ਲਾਉਣਾ, ਕਿਉਂ ਮੈਨੂੰ ਮੂੰਹ ਲਾਉਣ ਦੇ ਲਾਇਕ ਵੀ ਇਹ ਨਹੀਂ ਸੀਗਾ ਬਾਈ ਜੀ, ਉਹਨਾਂ ਦੇ ਬੱਚਿਆਂ ਤੇ ਅਸਰ ਪੈਂਦਾ ਸੀਗਾ। ਕਿਉਂ ਅਗਲੇ ਨੂੰ ਆਖਦਾ ਵੀ ਯਾਰ ਚਾਚਾ ਇਹ ਜਿਹਾ ਕੁਛ ਕਰਦਾ ਹੈ, ਆਪਾਂ ਨੂੰ ਕਿਹੜਾ ਚਾਚੇ ਨੂੰ ਕਿਹੜਾ ਕਿਸੇ ਨੇ ਰੋਕ ਲਿਆ ਕਰ ਲਿਆ, ਵੀ ਉਹ ਵੀ ਆਪਦੀ ਜਗ੍ਹਾ ਸਹੀ ਨੇ ਹੈ ਨਾ। ਪਰ ਹੁਣ ਥੋੜ੍ਹਾ ਜਿਹਾ ਤਾਂ ਦੇਖੋ ਨਾ, ਮੈਂ ਨਹੀਂ ਕਹਿੰਦਾ ਵੀ ਮੈਂ ਨੀਵਾਂ ਹੁੰਨਾ, ਮੈਂ ਨੀਵਾਂ ਹੈ ਨਾ, ਵੀ ਮੈਂ ਹੁਣ ਸਹੀ ਹਾਂ, ਮੈਂ ਸਹੀ ਹੋ ਕੇ ਤੁਸੀਂ ਕੋਈ ਨਾ ਕਾਨੂੰਨੀ ਤੌਰ ਤੇ ਆਪਣੇ ਚੱਲਦਾ ਸਭ ਕੁਝ ਚੱਲਦਾ ਹੋਊਗਾ, ਚਲੋ ਉਹ ਆਪਣੇ ਘਰੇਲੂ ਮਸਲੇ ਰਹਿ ਗਏ ਹੈ ਨਾ ਜੀ, ਆਪਾਂ ਉਹਦੇ ਬਾਰੇ ਤਾਂ ਕੀ ਕਰਨਾ। ਹੁਣ ਗੱਲਬਾਤ ਉਸ ਜੌਹਰੀ ਦੇ ਨਾਲ ਕਰਾਂਗੇ। ਕਹਿੰਦੇ ਜਿਹੜਾ ਹੀਰਾ ਹੁੰਦਾ ਨਾ, ਹੀਰੇ ਦੀ ਪਰਖ ਜਿਹੜੀ ਆ ਜੌਹਰੀ ਨੂੰ ਹੀ ਹੁੰਦੀ ਆ ਕਿ ਕਿਹੜਾ ਸਹੀ ਹੀਰਾ ਆ, ਕਿਉਂਕਿ ਰੂੜੀ 'ਚ ਬੈਠਿਆਂ ਨੂੰ ਵੀ ਮੇਰੇ ਵਰਗੇ ਨੂੰ ਲੱਭ ਜੇ ਤਾਂ ਮੇਰੇ ਵਰਗਾ ਉਹਨੂੰ ਕੱਚ ਹੀ ਸਮਝੀ ਜਾਂਦਾ ਹੁੰਦਾ, ਪਰ ਜੌਹਰੀ ਨੂੰ ਜੇਕਰ ਜੌਹਰੀ ਕੋਲੇ ਜਾਇਆ ਜਾਵੇ ਤਾਂ ਜੌਹਰੀ ਨੂੰ ਪਤਾ ਲੱਗਦਾ ਕਿ ਹੀਰਾ ਯਾਰ ਇਹਨੂੰ ਤਰਾਸ਼ਾਂਗੇ। ਸੋ ਕੋਚ ਸਾਹਿਬ ਮੇਰੇ ਨਾਲ ਨੇ। ਕੋਚ ਸਾਹਿਬ ਬਾਈ ਨੂੰ ਸਲਾਮ ਕਰਤਾ, ਉਸ ਤੋਂ ਬਾਅਦ ਸਲਾਮ ਤੁਹਾਨੂੰ ਬਣਦਾ, ਕਿਉਂਕਿ ਇੱਕ ਮੁੰਡਾ ਨਸ਼ੇ ਕਰਦਾ ਆ, ਜਿਹੜੇ ਜਿਮ ਵਾਲੇ ਹੁੰਦੇ ਆ ਤਾਂ ਉਹ ਤਾਂ ਨੇੜੇ ਤੇੜੇ ਨਹੀਂ ਫਰਕਣ ਦਿੰਦੇ ਇਹੋ ਜਿਹੇ ਬੰਦੇ ਨੂੰ, ਕਹੇ ਯਾਰ ਇਹ ਤੋਂ ਕੀ ਲੈਣਾ, ਸਾਡੇ 4 ਬੰਦੇ ਮੇਰੇ 4 ਕਲਾਇੰਟ ਆ ਉਹਨਾਂ ਨੂੰ ਵਿਗਾੜ ਕੇ ਇੱਧਰਲੇ ਪਾਸੇ ਲਾਊਗਾ। ਤਾਂ ਫਿਰ ਤੁਹਾਡੀ ਸੋਚ ਕੇ ਮੈਂ ਹੀ ਕਿ ਯਾਰ ਨਹੀਂ ਯਾਰ ਇਸ ਮੁੰਡੇ ਨੂੰ ਮੈਂ ਸੁਧਾਰਨਾਗਾ, ਇਸ ਮੁੰਡੇ ਨੂੰ ਮੈਂ ਉਸ ਸਟੇਜ ਤੇ ਦੇਖਣਾ ਚਾਹਣਾਗਾ ਜਿੱਥੇ ਜਾ ਕੇ ਇਹ ਆਪਦੀ ਕਰਤੱਵ ਆਪਦੀ ਸਰੀਰ ਨੂੰ ਦਿਖਾਵੇ ਕਿ ਯਾਰ ਮੈਂ ਇਸ ਦਲਦਲ ਚੋਂ ਨਿਕਲ ਕੇ ਇਹ ਕੁਝ ਵੀ ਕਰ ਸਕਦਾ। ਸਾਰਿਆਂ ਤੋਂ ਪਹਿਲਾਂ ਤਾਂ ਜੀ RMB TV ਦੇਖ ਰਹੇ ਦਰਸ਼ਕਾਂ ਦਾ ਜਿਹੜਾ ਉਹਨਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਤੇ ਬਾਕੀ ਜਿਹੜੀ ਗੱਲ ਹੈ ਜੀ ਬਾਈ ਦੀ ਡੈਡੀਕੇਸ਼ਨ ਸੀ ਜਿਹੜੀ ਫਿਟਨੈਸ ਨੂੰ ਲੈ ਕੇ, ਉਹਦੇ ਤੋਂ ਮੈਨੂੰ ਲੱਗਿਆ ਕਿ ਬਾਈ ਦੇ ਵਿੱਚ ਇੱਕ ਜਿਹੜੇ ਆਪਾਂ ਕਹਿ ਦਈਏ ਵੀ ਦੇਸੀ ਭਾਸ਼ਾ 'ਚ ਕਹਿ ਦਈਏ ਵੀ ਕੀੜਾ ਜਿਹੜਾ ਹੁੰਦਾ ਉਹ ਕੀੜਾ ਬਹੁਤ ਵਧੀਆ ਹੈ। ਤੇ ਦੂਜੀ ਗੱਲ ਇੱਕ ਜੈਨੇਟਿਕਸ ਹੁੰਦੇ ਆ ਸਾਡੇ ਵੀ ਬਾਡੀ ਦੀ ਸ਼ੇਪ ਉਹ ਵੀ ਬਹੁਤ ਸੋਹਣੀ ਹੈ, ਮਿਹਨਤ ਵੀ ਬਹੁਤ ਕਰਦੇ ਆ, ਬਟ ਥੋੜ੍ਹਾ ਜਿਹਾ ਇਹ ਸੀਗਾ ਦੇਖਿਆ ਮੈਂ ਕਿ ਓਵਰ ਟ੍ਰੇਨਿੰਗ ਕਰ ਰਹੇ ਸੀ ਬਾਈ। ਅੱਛਾ। ਵੀ ਜ਼ਿਆਦਾ ਜਿਵੇਂ ਕਿਹਾ ਨਹੀਂ ਜਾਂਦਾ ਆਪਣੇ ਬਾਡੀ ਬਿਲਡਰ ਜਾਂ ਕੋਈ ਹੋਰ ਵੀ ਮਸ਼ਹੂਰ ਸ਼ਖਸੀਅਤ ਹੁੰਦੀ ਆ, ਥੋੜਾ ਜਿਹਾ ਮਸਾਲਾ ਲਾ ਕੇ ਪੇਸ਼ ਕਰਦੇ ਹੁੰਦੇ ਆ ਨਾ ਵੀ 3 ਘੰਟੇ ਅਸੀਂ ਜਿਮ 'ਚ ਜਾਂਦੇ ਆ ਮੱਥਾ ਮਾਰਦੇ ਆ, ਉਹ ਚੀਜ਼ ਜੀ ਸੀਗੀ ਬਾਈ 'ਚ ਥੋੜ੍ਹੀ ਜਿਹੀਆਂ ਕਮੀਆਂ ਜਿਹੀਆਂ ਸੀਗੀਆਂ। ਤੇ ਬਾਕੀ ਇੱਧਰ ਉੱਧਰੋਂ ਇਹਨਾਂ ਨੇ ਸੁਣ ਕੇ ਮੇਰੇ ਤੱਕ ਅਪਰੋਚ ਵੀ ਕੀਤਾ, ਮੈਨੂੰ ਵੀ ਵਧੀਆ ਲੱਗਿਆ ਜਦੋਂ ਆਏ ਕਿ ਮੈਂ ਵੀ ਬਣ ਜੂਗੀ ਗੱਲ, ਬਟ ਉਹ ਨਹੀਂ ਆਪਾਂ ਕਰਨਾ ਜਿਹੜਾ ਸਮਾਜ 'ਚ ਚੱਲੀ ਜਾਂਦਾ ਵੀ ਕੋਈ ਬੰਦਾ ਕਹਿੰਦਾ ਵੀ 2 ਮਹੀਨਿਆਂ 'ਚ ਗਰੰਟੀ ਜਿਹੜਾ ਦੇ ਕੇ ਤੁਹਾਡੀ ਬਾਡੀ ਇਹੋ ਜਿਹੀ ਬਣ ਜੂ, ਬਟ ਹਾਂ ਮਿਸਟਰ ਓਲੰਪੀਆ ਤੇ ਉਸ ਤਰ੍ਹਾਂ ਦੇ ਹਿਸਾਬ ਨਾਲ। ਤੇ ਜਦੋਂ ਮੇਰੇ ਕੋਲੇ ਆਏ ਸੀ ਤੇ ਮੈਂ ਜਿਵੇਂ ਪਹਿਲਾਂ ਵੀ ਕਹਿਣਾ ਹੁੰਦਾ ਸਾਰੇ ਇਹਨਾਂ ਦੇ ਬਾਡੀ ਦੇ ਟੈਸਟ ਕਰਵਾਉਣੇ, ਜਿਵੇਂ ਕੋਲੇਸਟਰੋਲ ਵਗੈਰਾ, ਲਿਪਿਡ ਪ੍ਰੋਫਾਈਲ, ਖੂਨ ਦੇ ਵਿੱਚ ਕਿੰਨੀ ਕੁ ਚਰਬੀ ਆ, ਸਾਡੀ ਕਿਡਨੀ ਦੀ ਕੀ ਕੰਡੀਸ਼ਨ ਹੈ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਕਰਵਾਈਆਂ। ਫਿਰ ਅੱਗੇ ਜਾ ਕੇ ਅਗਲਾ ਸਟੈਪ ਕੀਤਾ, ਥੋੜੀ ਜਿਹੀ ਗੜਬੜੀ ਸੀ, ਹੌਲੀ ਹੌਲੀ ਉਹ ਸੁਧਾਰੀ। ਦੇਖੋ ਮੈਂ ਡਾਕਟਰ ਤਾਂ ਨਹੀਂ ਹੈਗਾ ਬਟ ਤਜਰਬੇ 'ਚੋਂ ਪਤਾ ਲੱਗ ਜਾਂਦਾ ਜੀ ਵੱਡੇ ਕੋਚਾਂ ਤੋਂ। ਤੇ ਬਸ ਹੌਲੀ ਹੌਲੀ ਕਰਕੇ ਜਿਹੜਾ ਸਾਰੇ ਟੈਸਟ ਨੋਰਮਲ ਲਿਆਂਦੇ ਆ, ਹੁਣ ਓਕੇ ਚੱਲ ਰਿਹਾ ਤੇ ਹੋਪਫੁਲੀ ਆਉਂਦੇ ਸੀਜ਼ਨ ਤੱਕ ਅਸੀਂ ਸਟੇਜ ਤੇ ਚੜਾ ਦੇਣਾਗਾ ਸੁਖਬੀਰ ਨੂੰ। ਨੇੜੇ ਤੇੜੇ ਵਾਲੇ ਜਾਂ ਨਾਲ ਦੇ ਕਿਸੇ ਨਾ ਕਿਸੇ ਨੇ ਇਹ ਨਹੀਂ ਸੁਣਨ ਤੋਂ ਮਿਲਿਆ ਕਿ ਯਾਰ ਇਹਦੇ ਤੇ ਕਿੱਥੇ ਮੱਥਾ ਮਾਰੀ ਜਾਂਦਾ ਤੂੰ, ਇਹ ਕਿਹੜਾ ਮੁੰਡਾ, ਇਹ ਤਾਂ ਯਾਰ ਨਸ਼ੇ ਦਾ ਹੈਗਾ, ਨਸ਼ੇੜੀ ਹੈਗਾ, ਨਸ਼ੇੜੀ ਦਾ ਟੈਗ ਕਿ ਨਸ਼ੇੜੀ ਹੈਗਾ ਯਾਰ, ਇਹ ਤੇ ਕਿੱਥੇ ਤੂੰ ਉਹ ਟਾਈਟਲ ਦੂਜਾ ਬੋਡੀ ਬਿਲਡਰ ਦਾ ਟਾਈਟਲ ਇਹਦੇ ਸੂਟ ਨਹੀਂ ਕਰਨਾ, ਇਹ ਤਾਂ ਨਸ਼ੇ ਦਾ ਟਾਈਟਲ ਨਸ਼ੇੜੀ ਦਾ ਲੱਗਿਆ ਵਾ, ਉਹੀ ਸਹੀ ਆ। ਹਾਂਜੀ ਨਹੀਂ ਬਿਲਕੁਲ ਜੀ, ਬਹੁਤ ਕੀਤਾ। ਕਿਉਂਕਿ ਨਾ ਜਦੋਂ ਮੇਰੇ ਕੋਲੇ ਬਾਈ ਲਾਉਣ ਲੱਗ ਗਏ ਸੀ ਐਕਸਰਸਾਈਜ਼, ਰਾਮਪੁਰੇ ਪਿੰਡ ਤੋਂ ਨੇ ਬੇਸਿਕਲੀ ਬਾਈ, ਤੇ ਰਾਮਪੁਰੇ ਪਿੰਡ ਦੇ ਮੁੰਡੇ ਆਉਂਦੇ ਹੁੰਦੇ ਦੇਖ ਕੇ ਨਾ ਵੀ ਪਾਸੇ ਆ ਸੁਖਬੀਰ ਹੁਣ ਬਈ ਇਹ ਤਾਂ ਡੋਜੀ ਆ ਯਾਰ, ਇਹਨੂੰ ਦੇਖ ਕੇ ਐਂ ਹੋ ਜਾਂਦਾ, ਪਾਸੇ ਹੋ ਜਾਂਦਾ। ਮੈਂ ਕਿਹਾ ਵੀ ਡੋਜੀ ਹੋ ਕੁਛ ਵੀ ਹੋਵੇ ਯਾਰ, ਬੰਦਾ ਵੀ ਜਿਹੜੀ ਚੀਜ਼ ਮੈਂ ਕਹਿਣਾ ਉਹ ਫੋਲੋ ਕਰ ਰਿਹਾ ਹੈ ਇਹ ਬੰਦਾ, ਤੇ ਇਹਨੂੰ ਰਿਜ਼ਲਟ ਵੀ ਆ ਰਹੇ ਨੇ। ਮੈਂ ਦੇਖੋ ਹਰੇਕ ਬੰਦੇ ਨੂੰ ਇਹ ਕਹਿਣਾ ਹੁੰਦਾ ਵੀ ਤੁਸੀਂ ਆਹ ਚੀਜ਼ ਕਰਨੀ ਹੈ, ਫੋਲੋ ਕਰਨੀ, ਅਗਲੇ ਦਿਨ ਪੁੱਛ ਦਾਂਗਾ, 3 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ ਵੀ ਪੁੱਛ ਲਈਦਾ, ਜੇ ਫੋਲੋ ਕਰ ਰਿਹਾ ਉਹਦੇ ਯਾਦ ਹੋਊ, ਨਹੀਂ ਮੋਸਟਲੀ ਫੋਲੋ ਨਹੀਂ ਕਰਦੇ। ਮੈਂ ਬੰਦੇ 'ਚ ਡੈਡੀਕੇਸ਼ਨ ਆ ਯਾਰ, ਆਪਾਂ ਇਹਨੂੰ ਲੈ ਕੇ ਜਾਣਾ, ਅੱਗੇ ਲੈ ਕੇ ਚੱਲਾਂਗੇ, ਕੋਈ ਦਿੱਕਤ ਨਹੀਂ। ਤੇ ਉਹ ਬੰਦੇ ਹੁਣ ਵੀ ਕਰਦੇ ਆ ਰਹੇ ਸੀ ਇਹ ਗੱਲਾਂ, ਕਿਉਂਕਿ ਇਹ ਡੋਜੀ ਆ, ਉਹ ਇਹਨੂੰ ਦੇਖ ਕੇ ਰਾਹ ਬਦਲ ਲੈਂਦੇ ਆ ਸਾਰੇ ਪਿੰਡ ਦੇ, ਇਹ ਐਂ ਕਰਦਾ, ਇਹ ਐਂ ਕਰਦਾ। ਤੇ
ਚਲੋ ਉਸ ਤੋਂ ਬਾਅਦ ਮੈਂ ਇੱਕ ਛੋਟਾ ਜਿਹਾ, ਮੈਨੂੰ ਨਹੀਂ ਜੇ ਕੋਈ ਨਹੀਂ ਇਤਰਾਜ਼ ਹੈਗਾ ਤਾਂ ਮੇਰਾ ਵੀ ਇੱਕ YouTube ਚੈਨਲ ਹੈਗਾ ਤੇ ਮੇਰੇ ਨਾਮ ਤੇ ਮਨਵਰ ਫਿਟਨੈਸ ਤੇ ਮੈਂ ਉਹਦੇ ਤੇ ਸੋਚਿਆ, ਮੈਂ ਬਾਈ ਯਾਰ ਵੀ 2-3 ਮੈਂ ਮਸ਼ਹੂਰ ਕਬੱਡੀ ਵਾਲਿਆਂ ਦੀਆਂ ਜਾਂ ਹੋਰ ਦੀਆਂ ਇੰਟਰਵਿਊਜ਼ ਪਾਤੀਆਂ ਉਹ ਚੈਨਲ ਤੇ। ਮੈਂ ਬਾਈ ਮੈਨੂੰ ਐਂ ਜੇ ਲੱਗਦਾ ਵੀ ਤੁਸੀਂ ਯਾਰ ਇੱਕ ਯੂਥ ਲਈ ਇੰਸਪੀਰੇਸ਼ਨ ਹੋਗੇ, ਕਿਉਂਕਿ ਜਿਹੜੇ ਬੰਦੇ ਦਲਦਲ 'ਚ ਫਸ ਚੁੱਕੇ ਆ ਉਹਨਾਂ ਨੂੰ ਕੋਈ ਥੋੜਾ ਜਿਹਾ ਸਪੋਰਟ ਚਾਹੀਦੀ ਹੈ ਤੇ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਜਿਵੇਂ। ਤੇ ਮੈਂ ਕਿਹਾ ਵੀ ਆਪਾਂ ਇੰਟਰਵਿਊ ਕਰੀਏ ਤੁਹਾਡੀ, ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਵੀ ਓਪਨਲੀ ਤੁਸੀਂ ਦੱਸ ਦਿਓ ਵੀ ਮੈਂ ਭਾਈ ਆਹ ਕੁਛ ਕੀਤਾ ਸੀ ਬਟ ਹੁਣ ਇਸ ਤਰ੍ਹਾਂਗਾ, ਕਿਸੇ ਨੂੰ ਖਬਰਾਂ ਸਿੱਧ ਮਿਲ ਜੇ। ਤੇ ਬਾਈ ਕਹਿੰਦੇ ਵੀ ਮੈਨੂੰ ਤਾਂ ਵਧੀਆ ਲੱਗਦਾ ਬਟ ਬੋਲਣ ਦੀ ਥੋੜੀ ਜਿਹੀ ਯੱਕ ਜੀ ਆ, ਔਖਾ ਜਿਹਾ ਲੱਗਦਾ। ਉਹ ਮੈਂ ਕਿਹਾ ਕੁਛ ਨਹੀਂ, ਵੀ ਮੈਂ ਵੀ ਕੋਈ ਪਰਫੈਕਟ ਨਹੀਂ ਹੈਗਾ, ਐਂ ਜੀ ਚੱਲੀ ਜਾਂਦਾ, ਆਪਾਂ ਘਰੇ ਬੈਠ ਜਾਾਂਗੇ ਤੇ ਬੋਲ ਕੇ ਉਹ ਕਰ ਦਿਆਂਗੇ। ਤੇ ਉਦੋਂ ਬਾਅਦ ਮਤਲਬ ਕਾਫੀ ਬੰਦਿਆਂ ਨੇ ਅਪਰੋਚ ਵੀ ਕੀਤਾ ਬਾਈ ਨੂੰ ਤੇ ਇਹਨਾਂ ਨੂੰ ਵੀ ਕਾਫੀ ਜ਼ਿਆਦਾ ਜਿਹੜਾ ਪਿਆਰ ਮਿਲਿਆ ਉਸ ਵੀਡੀਓ ਦੇ ਮਤਲਬ ਰਿਲੀਜ਼ ਹੋਣ ਤੋਂ ਬਾਅਦ। ਤੇ ਇਹ ਵੀ ਕਹਿੰਦੇ ਵੀ ਜਿਹੜਾ ਉਹ ਧੱਬਾ ਜਿਹਾ ਨਹੀਂ ਲੱਗਿਆ ਵਾ ਸੀ ਨਸ਼ੇੜੀ ਵਾਲਾ ਇੱਕ, ਤੇ ਕਹਿੰਦੇ ਵੀ ਉਹ ਹੁਣ ਯਾਰ ਬਾਈ ਆਪਣੇ ਤੋਂ ਬਿਲਕੁਲ ਸਾਫ਼ ਹੋ ਚੁੱਕਿਆ, ਵੀ ਸਾਰੇ ਇੱਜ਼ਤ ਜੀ ਨਾਲ ਦੇਖਣ ਲੱਗ ਗਏ ਹੁਣ ਆਪਾਂ ਨੂੰ। ਚਲੋ ਮੈਨੂੰ ਵੀ ਖੁਸ਼ੀ ਹੋਈ ਬਸ ਇਹ ਮਤਲਬ ਜੇਕਰ ਚਾਹੇ ਇੱਕ ਚਲੋ ਨਸ਼ੇੜੀ ਦੀ ਗੱਲ ਕਰੀਏ, ਚਾਹੇ ਤਾਂ ਉਹ ਕੁਝ ਕਰ ਸਕਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਬਾਈ ਕਹਿੰਦਾ ਵੀ ਅੱਗੇ ਆ ਸਕਦਾ। ਇੱਕ ਹੋਰ ਦੱਸਿਓ, ਜਿਵੇਂ ਕਹਿੰਦੇ ਨਸ਼ੇੜੀ ਦੇ ਵੀ ਕਦੇ ਕਦੇ ਹਾਂ ਬਾਈ ਹੁਣ ਨਸ਼ਾ ਛੱਡ ਤੇ ਹੱਥ ਕੰਮਦੇ, ਇਦਾਂ ਦੀਆਂ ਪ੍ਰੋਬਲਮਸ ਇਹਨੂੰ ਜਿਹੜੀਆਂ ਨੇ ਸੁਖਵੀਰ ਨੂੰ ਆਉਂਦੀਆਂ ਨੇ, ਤਾਂ ਉਹਨੂੰ ਹੈਂਡਲ ਕਿਵੇਂ ਕਰਦੇ ਹੋ? ਦੇਖੋ ਜੀ, ਸਾਰਿਆਂ ਤੋਂ ਵੱਡੀ ਤਾਂ ਜਿਵੇਂ ਗੁਰਬਾਣੀ ਦੀ ਲਾਈਨ ਆ, ਮਨ ਜੀਤੇ ਜਗ ਜੀਤ। ਜਿਹੜੀਆਂ ਪ੍ਰੋਬਲਮਸ ਆਉਂਦੀਆਂ, ਦੇਖੋ ਮੈਨੂੰ ਪਹਿਲਾਂ ਵੀ ਇਹ ਪਿਛਲੇ ਮਹੀਨੇ ਕਹਿੰਦੇ ਸੀ ਕਿ ਬਾਈ ਜੀ ਰਾਤ ਨੂੰ ਜਦੋਂ ਮੈਂ ਮਤਲਬ ਕਈ ਵਾਰੀ ਜਾਗ ਆ ਜਾਂਦੀ ਆ ਤੇ ਮੋਢਿਆਂ ਦੇ ਵਿੱਚ ਦਰਦ ਹੁੰਦਾ ਜਾਂ ਪੇਨ ਹੁੰਦੀ ਆ, ਮੈਂ ਵੀ ਪੁਰਾਣੀਆਂ ਜਿਹੜੀਆਂ ਚੀਜ਼ਾਂ ਉਹ ਦੇਖੋ ਕਲੀਅਰ ਕੱਟ ਤਾਂ ਨਹੀਂ ਉਵੇਂ ਠੀਕ ਹੁੰਦੀਆਂ ਗੀਆਂ, ਕਿਉਂਕਿ 20 ਸਾਲ ਤੁਸੀਂ ਬਿਲਕੁਲ ਨਜਾਇਜ਼ ਹੀ ਜਿਹੜਾ ਹੈ ਗਲਤ ਪਾਸੇ ਫਸੇ ਰਹੇ ਹੋ। ਤਾਂ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਉਹ 20 ਸਾਲ ਵਾਲਾ ਜਿਹੜਾ ਨੁਕਸਾਨ ਆਪਾਂ ਸਾਲ 2 ਸਾਲਾਂ ਦੇ ਵਿੱਚ ਉਹਦੀ ਖਾਨਾ ਪੂਰਤੀ ਕਰ ਦਈਏ। ਤੇ ਬਟ ਇਹ ਆ ਵੀ ਚੰਗੀ ਖੁਰਾਕ, ਚੰਗੀ ਪ੍ਰੋਟੀਨ ਦੀ ਇਨਟੇਕ ਨਾਲ, ਚੰਗੇ ਫੈਟਸ ਜਿਵੇਂ ਨਟਸ ਵਗੈਰਾ ਖਾਣੇ ਆ, ਬਦਾਮ ਵਗੈਰਾ, ਇਹਨਾਂ ਚੀਜ਼ਾਂ ਦੀ ਫਰੂਟ ਖਾਓ ਤੇ ਚੰਗੀ ਡਾਈਟ ਨਾਲ ਸੁਧਾਰਿਆ ਜਾ ਸਕਦਾ। ਬਟ ਫਿਰ ਵੀ ਇਹ ਨਹੀਂ ਹੈ ਵੀ ਉਹ ਤੁਸੀਂ ਨੋਰਮਲ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਜਿਉਂ ਲਓਗੇ, ਥੋੜੀ ਬਹੁਤੀ ਤਾਂ ਦੇਖੋ ਪਰੇਸ਼ਾਨੀ ਆਊਗੀ, ਕਿਉਂਕਿ ਅੰਦਰ ਇੰਨੇ ਨਾਜ਼ੁਕ ਅੰਗ ਨੇ ਸਾਡੇ, ਸਾਡਾ ਲਿਵਰ ਵੀ ਵੀਕ ਹੋ ਚੁੱਕਿਆ ਨਸ਼ਿਆਂ ਨਾਲ, ਸਾਡਾ ਹਾਰਟ ਵੀ ਘੱਟ ਕੰਮ ਕਰਦਾ, ਉਵੇਂ ਪ੍ਰੋਪਰਲੀ ਨਹੀਂ ਹੁੰਦਾ ਨਾ, ਕਿਡਨੀਜ਼ ਤੇ ਵੀ ਅਸਰ ਪਿਆ ਹੁੰਦਾ ਤੇ ਜੋੜਾਂ ਤੇ ਵੀ ਪੈਣਾ ਹੀ ਹੈ। ਤੇ ਉਹਦੇ ਨਾਲ ਕੀ ਹੈ ਮਤਲਬ ਵੀ ਪ੍ਰੋਪਰਲੀ ਨਹੀਂ, ਆਪਾਂ 70 ਤੋਂ ਲੈ ਕੇ 80% ਤੱਕ ਬੰਦਾ ਜਿਹੜਾ ਨੋਰਮਲ ਜ਼ਿੰਦਗੀ ਜਿਉਂ ਸਕਦਾ ਗਾ। ਹਾਂ, ਬਾਕੀ ਬੋਡੀ ਬਿਲਡਿੰਗ ਦੀ ਗੱਲ ਕਰੀਏ ਤਾਂ ਉਹ ਤਾਂ ਕਰ ਹੀ ਸਕਦਾ, ਸਾਹਮਣੇ ਆ ਤੁਹਾਡੇ ਐਗਜ਼ਾਮਪਲ ਬਾਈ ਬਹੁਤ ਵਧੀਆ ਚੱਲ ਰਹੇ ਨੇ ਹੁਣ। ਅੱਛਾ ਸੁਖਵੀਰ ਬਾਈ, ਜਿੱਦਾਂ ਦੱਸਿਆਗਾ ਕੋਚ ਸਾਹਿਬ ਨੇ, ਹੁਣ ਇਦਾਂ ਦੀਆਂ ਪ੍ਰੋਬਲਮਸ ਹੁਣ ਵੀ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ, ਕਦੇ ਕਦੇ ਦਿੱਕਤ ਆਉਂਦੀ ਹੈ, ਜਿੱਦਾਂ ਦੱਸਿਆ ਕਿ ਰਾਤ ਨੂੰ ਸੌਂਦੇ ਹੋ ਜਾਂ ਸਵੇਰੇ ਉੱਠਣ ਵੇਲੇ ਆਉਂਦਾ ਕੁਛ ਇਦਾਂ? ਨਹੀਂ, ਹਾਂ ਬਾਈ ਜੀ, ਮੇਰੇ ਨਾ ਥੋੜਾ ਜਿਹਾ ਮੋਢਿਆਂ ਦੇ ਵਿੱਚ ਆ ਜਿਵੇਂ ਮੇਰੀ ਬਾਂਹ ਟੁੱਟੀ ਹੋਈ ਹੈ, ਆ ਮੇਰੀ ਲੱਤ ਟੁੱਟੀ ਹੈ, ਕਿਉਂ ਵਜਨ ਕਰਕੇ ਹੁੰਦਾ ਹੀ ਹੈ ਜੀ। ਤੇ ਵੀ ਮੈਨੂੰ ਥੋੜੀ ਦਿੱਕਤ ਆਉਂਦੀ ਹੈ ਜੀ, ਵੀ ਉਹ ਕਿਉਂ ਮੇਰੇ ਪੁਰਾਣੀਆਂ ਸੱਟਾਂ ਵੱਜੀਆਂ ਹੋਈਆਂ। ਜਿਹੜਾ ਕੋਈ ਨਸ਼ੇ ਦੇ ਵਿੱਚ ਉਹ ਮੈਨੂੰ ਕੋਈ ਦਿੱਕਤ ਨਹੀਂ ਹੈਗੀ, ਵੀ ਹੁਣ ਮੈਂ ਜਿਵੇਂ ਖੁਰਾਕ ਖਾਈ ਜਾਂਦਾ ਮੈਨੂੰ ਉਵੇਂ ਵੀ ਮੇਰੇ ਸਰੀਰ ਦੇ ਵਿੱਚ ਜਾਨ ਪਈ ਜਾਂਦੀ ਹੈ ਜੀ, ਹੈ ਨਾ, ਦਿਨੋਂ ਦਿਨ ਮੇਰੇ ਸਰੀਰ 'ਚ ਜਾਨ ਪਈ ਜਾਂਦੀ ਹੈ। ਤੇ ਬਾਕੀ ਪਰਮਾਤਮਾ ਦਾ ਹੱਥ ਉੱਤੇ ਹੋਣਾ ਚਾਹੀਦਾ ਜੀ, ਹੈ ਨਾ। ਤੇ ਜਿਹੜੇ ਫਿਰ ਉਦੋਂ ਨਸ਼ੇ ਵਾਲੇ ਸੀ, ਤੁਹਾਨੂੰ ਜਦੋਂ ਮੂਰ ਦੀ ਲੰਘਦੇ ਸੀ ਐਂ ਦਿਖਾ ਕੇ ਵੀ ਅਸੀਂ ਚੱਲੇ ਆ, ਉਹਨਾਂ ਨੇ ਕਦੇ ਹੁਣ ਪਹੁੰਚ ਕੀਤੀ ਆ, ਕਦੇ ਕਰਦੇ ਆ ਕਿ ਯਾਰ ਲਾਲ ਗਏ ਇਹਨੂੰ ਵੀ ਨਾਲ ਹੁਣ ਫਿਰ ਦੁਬਾਰਾ? ਨਹੀਂ, ਹੁਣ ਐਵੇਂ ਤੁਹਾਨੂੰ ਕਹਿ ਦਈਏ ਵੀ ਉਹ ਵੀ ਥੋੜੇ ਜਿਹੇ ਸੈੱਟ ਹੋਏ ਆ, ਐਂ ਲਾ ਲਓ ਵੀ ਚਲੋ ਆਪਦਾ ਭੁੱਕੀ ਫੀਮ ਥੋੜੀ ਆਪਾਂ ਨੂੰ ਨਹੀਂ ਪਤਾ ਉਹ ਬਾਰੇ, ਹੈ ਨਾ, ਕਰਦੇ ਹੁਣ ਨਹੀਂ ਕਰਦੇ ਹੁਣ। ਪਰ ਮੈਂ ਬਾਈ ਜੀ ਪਹਿਲਾਂ ਤਾਂ ਜਿੰਮ ਦੇ ਵਿੱਚ, ਹੈ ਨਾ, ਦੋਵੇਂ ਟਾਈਮ, ਮੁੜ ਕੇ ਮੈਂ ਆ ਕੇ ਆਪਦੇ ਪਰਿਵਾਰ ਦੇ ਵਿੱਚ ਕੋਈ ਖੇਤ ਦਾ ਕੰਮ ਥੋੜਾ, ਜਿਵੇਂ ਪਸ਼ੂ ਰੱਖੇ ਹੋਏ ਆ ਮੇਰੇ ਕੋਲ 1-2 ਮੱਝਾਂ ਗਾਈਆਂ, ਮੈਂ ਆਪਦਾ ਛੋਟੇ ਗੰਮਾਂ ਦੇ ਵਿੱਚ ਮੈਂ ਆਪਦੇ ਆਪ ਨੂੰ ਬਿਜੀ ਰੱਖਦਾ ਜੀ, ਠੀਕ ਹੈ ਨਾ। ਉਸ ਤੋਂ ਬਾਅਦ ਮੇਰੇ ਮੈਸੇਜ ਕਿਤਾਬ ਲਿਖੀ ਜਾਂਦੇ ਨੇ, ਮੈਂ ਉਹਨਾਂ ਨੂੰ ਦੱਸੀ ਜਾਂਦਾ ਰਹਿਣਾ ਵੀ ਐਂ ਕਰਕੇ ਵੀ ਮੈਂ ਬਾਹਰ ਜਾਣ ਦਾ ਇੱਕ ਤਾਂ ਉਹ ਨਹੀਂ ਕਰਦਾ। ਜਦੋਂ ਮੈਂ ਜਾਂਦਾ 10-15 ਮਿੰਟ ਮੈਨੂੰ ਬਹੁਤ ਹੀ ਵਧੀਆ ਪਿਆਰ ਮਿਲਦਾ ਜੀ, ਉਹ ਬੰਦਿਆਂ ਤੋਂ ਵੀ ਸਾਰਿਆਂ ਤੋਂ। ਪਰ ਮੈਨੂੰ ਕਿਸੇ ਨੇ ਨਹੀਂ ਹੁਣ ਕਿਹਾ, ਅਗਲੇ ਨੂੰ ਪਤਾ ਹੈ ਵੀ ਯਾਰ ਆਪਾਂ ਇਹਦੇ ਮੂਹਰੇ, ਮੈਂ ਕਿਹਾ ਵੀ ਮੇਰੇ ਮੂਹਰੇ ਕੋਈ ਪੈਗ ਵੀ ਨਾ ਕਰ ਦਿਓ, ਵੀ ਮੈਂ ਯਾਰ ਹੁਣ ਉਹ ਵੀ ਆਪਦੇ ਆਪ ਨੂੰ ਵੀ ਯਾਰ ਆਪਾਂ ਕੋਈ ਨਾ ਜਿਹੜੀਆਂ ਹੁੰਦੀਆਂ ਆਪਣੇ ਪੇਨ ਕਿਲਰ ਗੋਲੀਆਂ, ਮੈਂ ਵੀਰ ਜੀ ਉਹ ਵੀ ਨਹੀਂ ਲੈਣੀ ਛੱਡਤੀ, ਵੀ ਯਾਰ ਆਪੀ ਕੋਈ ਚੱਕਰ ਨਹੀਂ, ਆਪੇ ਹਟ ਜੂਗਾ। ਹੁਣ ਆ ਮੇਰੀ ਬਾਂਹ ਥੋੜੀ ਜਿਹੀ ਦਰਦ ਕਰਦੀ ਹੈ, ਬਾਈ ਜੀ ਕਈ ਵਾਰ ਕਿਹਾ, ਕਹਿੰਦੇ ਐਕਸਰਾ ਕਰਾ ਲਓ। ਮਾਂ ਜੀ ਜੇ ਮੈਂ ਐਕਸਰਾ ਕਰਾ ਲਿਆ ਡਾਕਟਰ ਮੈਨੂੰ ਰੈਸਟ ਨਾ ਦੱਸ ਦੇ, ਮੇਰਾ ਜਿੰਮ ਛੁੱਟ ਜੂਗਾ, ਕੋਈ ਗੱਲ ਨਹੀਂ, ਮੈਂ ਆਪੀ ਦੇਖਦੇ ਹਾਂ ਆਪਾਂ ਹੁੰਦਾ ਕਿਵੇਂ ਹੁੰਦਾ। ਜਦੋਂ ਇਹ ਦੌਰ 19-20 ਸਾਲ ਦੇ ਦੌਰ ਦੇ ਵਿੱਚ ਇਦਾਂ ਦੇ ਆਪਦੇ ਯਾਰ ਬੇਲੀ ਵੀ ਬੜੇ ਹੋਣਗੇ ਜਿਹੜੇ ਬਾਈ ਸਾਥ ਛੱਡ ਗਏ ਹੋਣਗੇ ਇਸ ਜਹਾਨ ਤੋਂ, ਜਿਹੜੇ ਚਲੇ ਗਏ ਹੋਣਗੇ। ਮੈਂ ਕਹਿੰਦਾ ਜੀ ਅਸੀਂ ਰਹੀ 5-4 ਜਣੇ ਗਏ, ਵੀ ਜਦੋਂ ਪਤਾ ਲੱਗਦਾ ਅਸੀਂ ਵੀ ਵੀਰ ਜੀ ਹਰੇਕ ਪਿੰਡਾਂ 'ਚ ਹੀ ਹੁੰਦਾ, ਨਸ਼ੇ ਵਾਲੇ ਦਾ ਤਾਂ
ਕਿਹੜੇ ਯਾਰ ਹੁੰਦੇ ਜੀ, ਉਹ ਯਾਰ ਨਹੀਂ ਹੁੰਦੇ ਇੱਕ ਤਰ੍ਹਾਂ ਦੇ, ਸਾਰਾ ਬਸ ਪੰਜਾਬ ਵੀ ਹੀ ਸਾਰਾ cover ਪੰਜਾਬ ਹੀ ਹਨਾ, ਜਿੱਥੇ ਮਿਲ ਗਿਆ ਨਸ਼ਾ ਉਹ ਇੱਕ 5 ਮਿੰਟ ਬਹਿ ਕੇ ਉਹੀ ਯਾਰ ਬਣ ਗਿਆ, ਨੰਬਰ ਲੈ ਲਿਓ, ਕਿਉਂ ਵੀ ਆ ਯਾਰ ਕੱਲ ਨੂੰ ਤੇਰੇ ਪਿੰਡ ਆਏ ਜਾਂ ਤੂੰ ਮੇਰੇ ਕੋਲੇ ਆਏਗਾ, ਬਸ ਆਪਾਂ ਨੂੰ ਇੱਕ ਦੂਜੇ ਤੱਕ ਵੀ ਨਸ਼ੇ ਤੱਕ ਦਾ ਹੁੰਦਾ, ਮਤਲਬ ਕੋਈ ਯਾਰੀਆਂ ਦੋਸਤੀਆਂ ਨਹੀਂ ਹੁੰਦੀਆਂ ਜੀ। ਉਹ ਇੱਕ ਤਰ੍ਹਾਂ ਦਾ ਢਕਵੰਜ ਲਾ ਲਓ ਹਨਾ, ਵੀ ਉਹ ਤਾਂ ਇੱਕ ਤਰ੍ਹਾਂ ਦੇ ਕੋਈ ਯਾਰ ਦੋਸਤ ਨਹੀਂ ਹੁੰਦੇ। ਉਹ ਐਂ ਪਤਾ ਲੱਗਦਾ ਵੀ ਉਹ ਯਾਰ ਅੱਜ ਫਲਾਨਾ ਸਰੰਜ ਵਿੱਚ ਹੀ ਰਹੇਗੀ, ਉਹ ਤਾਂ ਮਰ ਗਿਆ। ਮੇਰੇ ਨਾਲ ਵੀ ਬਾਈ ਜੀ ਹੋਈ ਆ ਖੇਤ, 1-2 ਵਾਰੀ ਮੇਰੇ ਨਾਲ ਵੀ ਹੋਈ ਆ ਵੀ ਲਾਈ ਤੋ ਜਿਹੜੇ ਮੇਰੇ ਨਾਲ ਕੋਲੇ ਬੈਠੇ ਹੁੰਦੇ, ਜਦੋਂ ਮੈਂ ਬੇਹੋਸ਼ ਹੋ ਜਾਂਦਾ ਹੋਰ ਹੋ ਜਾਂਦਾ, ਵੀ ਮੈਂ ਜਦੋਂ ਮਾੜੀ ਘਣੀ ਸੁਰਤ ਘਰੋਂ ਮੈਨੂੰ ਖੁਰਾਕ ਦਿੰਦੇ ਰਹਿੰਦੇ ਮੰਮੀ ਵਰਗੇ, ਤੇ ਉਹ ਜਦੋਂ ਮੈਨੂੰ ਹੋਸ਼ ਜੀ ਆਉਂਦੀ ਮੈਂ ਦੇਖਦਾ ਤਾਂ ਮੇਰੇ ਕੋਲੇ ਕੋਈ ਵੀ ਨਾ ਹੁੰਦਾ, ਫਿਰ ਕੱਢ ਕੇ ਸਰੰਜ ਐਂ ਕਰਦਾ ਵੀ ਯਾਰ ਕੱਲ ਨੂੰ ਨਹੀਂ ਆਪਾਂ ਯਾਰ ਇਹ ਭੈਣ ਜੋ ਸੌਰੀ, ਤੇ ਵੀ ਫੇਰ ਮਨ ਚ ਐ ਹੁੰਦਾ ਵੀ ਯਾਰ ਹੁਣ ਨਹੀਂ ਆਪਾਂ ਇਹ ਗੱਲਾਂ ਕਰਦੇ। ਉਹ ਫੇਰ ਜਦੋਂ ਸਰੀਰ ਨੂੰ ਮਾੜੀ ਤੋੜ ਲੱਗਦੀ ਫੇਰ ਉੱਥੇ ਹੀ ਜਾ ਵੜਦੀ। ਪਰ ਜਦੋਂ ਉਹ ਮੌਤ ਦੇਖਦੀ, ਡੈਥ ਦੇਖਦੀ, ਉਹਨਾਂ ਦੇ ਘਰਾਂ ਦੇ ਵਿੱਚ ਵਿਸ਼ੇ 70 ਦੇਖਦੇ ਸੀ, ਫਿਰ ਵੀ ਨਹੀਂ ਕਦੇ ਹੋਇਆ ਬਾਈ ਜੀ। ਐ ਹੁੰਦਾ ਸੀ ਨਾ ਵੀ ਯਾਰ ਹੁਣ ਨਸ਼ੇ ਨਾਲ ਖਤਮ ਤਾਂ ਹੋ ਹੀ ਪਏ ਆਂਗੇ, ਚੱਲ ਮਨਾ ਤੂੰ ਵੱਧ ਲਾ, ਅੱਜ ਆਪਾਂ ਜ਼ਿੰਦਗੀ ਖਤਮ ਕਰ ਦਈਏ ਰੋਜ਼ ਦੇ ਝੰਜਟਾਂ ਨਾਲ, ਵੀ ਬਾਅਦ ਚ ਦੇਖੀ ਜੋ ਪਰਿਵਾਰ ਕੀ ਹੋਊਗਾ। ਓਵਰਡੋਜ਼ ਵੀ ਬਾਈ ਜੀ, ਮੈਨੂੰ ਨਾ ਪਿੰਡ ਦੇ ਵਿੱਚ ਮੈਨੂੰ ਆਹ ਪੀਟਰ ਜਿਹੜੇ ਹੁੰਦੇ ਆ, ਕੋਈ ਉਹ ਤੇ ਛੱਡ ਕੇ ਜਾਂਦਾ, ਕੋਈ ਕਾਸੇ ਤੇ ਛੱਡ ਕੇ ਜਾਂਦਾ, ਇੱਕ ਤਰ੍ਹਾਂ ਦਾ ਤਾਂ ਉਹਨਾਂ ਨੂੰ ਐਂ ਹੁੰਦਾ ਵੀ ਯਾਰ ਚੱਲ ਕੋਈ ਨਾ ਪਰਿਵਾਰ ਚੰਗਾ, ਚੱਲ ਇਹਨਾਂ ਦਾ ਮੁੰਡਾ ਘਰੇ ਪਹੁੰਚਾ ਦਈਏ। ਮੈਨੂੰ ਐਵੇਂ ਕਹਿ ਦਈਏ ਨਸ਼ੇ ਦੇ ਵਿੱਚ ਵੀ ਪਿੰਡ ਵਾਲੇ ਘਰ ਤੱਕ ਪਹੁੰਚਾਉਂਦੇ ਰਹੇ ਸੀਗੇ, ਵੀ ਆਸੇ ਪਾਸੇ ਆਂਢ ਗੁਆਂਢ ਕਈ ਵਾਰ ਕਹਿ ਦਿੰਦੇ ਤੁਸੀਂ ਗਲ ਪੈ ਜਾ ਕਰੋ, ਨਹੀਂ ਮੰਮੀ ਕਹਿੰਦੇ ਗਲ ਕਿਉਂ ਪੈ ਜੇ, ਚੱਲ ਸਾਡੇ ਪੁੱਤ ਨੂੰ ਘਰੇ ਤਾਂ ਲਾ ਗਏ ਨਾ, ਚੱਲ ਇੰਨੇ ਹੀ ਧੰਨਵਾਦ ਆ ਵੀ ਭਾਈ ਸਾਡੇ ਨੂੰ ਘਰੇ ਲਾ ਗਏ। ਹੁਣ ਇਹਨੂੰ ਸਮਝਾਉਣ ਇਹਨੂੰ ਆਪ ਨੂੰ ਹੀ ਚਾਹੀਦਾ। ਛੱਡਣ ਵੇਲੇ ਬਾਈ ਜਦੋਂ ਛੱਡਦੇ ਹੋ ਉਦੋਂ ਤਕਲੀਫ, ਕਿੰਨੀ ਕੁ ਤਕਲੀਫ ਦਾ ਸਾਹਮਣਾ ਕਰਨਾ ਪਿਆ? ਜਿੱਦਾਂ ਕਿਹਾ ਜਾਂਦਾ ਕਿ ਯਾਰ ਸਾਨੂੰ ਬੰਨ੍ਹ ਕੇ ਰੱਖਿਆ ਗਿਆ, ਜਾਂ ਬਹੁਤ ਅਲੱਗ-ਅਲੱਗ ਹੁੰਦੀਆਂ ਨੇ ਸਿਚੁਏਸ਼ਨਸ, ਅਲੱਗ-ਅਲੱਗ ਇਨਸਾਨ ਤੇ ਅਲੱਗ-ਅਲੱਗ ਬੋਡੀ ਤੇ ਹੈ ਨਾ, ਅਲੱਗ-ਅਲੱਗ ਹੁੰਦੀਆਂ। ਸੋ ਉਦੋਂ ਕਿੰਨੀ ਕੁ ਮੁਸ਼ਕਲ ਦੌਰ ਸੀਗਾ ਉਹ ਸਮਾਂ ਜਦੋਂ ਜਮਾਂ ਪੂਰਨ ਰੂਪ ਦੇ ਵਿੱਚ ਤੁਸੀਂ ਛੱਡਿਆ ਜਾਂ ਛੱਡ ਰਹੇ ਸੀ? ਨਹੀਂ ਬਾਈ ਜੀ, ਇਹ ਨਾ ਐਵੇਂ ਤਾਂ ਇੱਕ ਤਰ੍ਹਾਂ ਦਾ ਕਹਿ ਦਿੰਦੇ ਵੀ ਡਰ ਬਣਾਇਆ ਹੋਇਆ, ਡਰ ਬਣਿਆ ਹੋਇਆ ਵੀ ਆਪਾਂ ਯਾਰ ਛੱਡਾਂਗੇ ਆਪਾਂ ਨੂੰ ਤੋੜ ਲੱਗੂ, ਐਂ ਹੋਊ। ਪਹਿਲਾਂ ਤਾਂ ਤੁਸੀਂ ਮਨ ਰੱਖੋ, ਫਿਰ ਨਾਲ ਥੋੜੀ ਕੋਈ ਪੇਨ ਕਿਲਰ ਦਵਾਈ ਦਾ ਥੋੜਾ ਜਿਹਾ ਸਹਾਰਾ ਲੈ ਲਓ ਹਨਾ, ਸਹਾਰਾ ਲੈ ਕੇ ਬਈ ਮੈਂ ਬਿੰਦੇ ਨਹਾਈ ਜਾਂਦਾ ਰਹਿੰਦਾ। ਮੇਰੇ ਮੈਸੇਜ ਜਾਂ ਮੇਰੇ ਮੰਮੀ ਕਿਤੇ ਮਸਾਜ ਕਰਤੀ, ਹੋਰ ਕਰਤਾ, ਇਹੋ ਜਿਹਾ ਕੁਛ ਕਰੀ ਜਾਂਦੇ। ਮੈਨੂੰ ਬਾਈ ਜੀ ਵੀ ਐਂ ਲਾ ਲਓ 100 ਦੇ ਵਿੱਚੋਂ 10-15% ਤਕਲੀਫ ਆਉਂਦੀ ਸੀਗੀ। ਉਹ ਬੰਦੇ ਨੂੰ ਆਪ ਝੱਲਣੀ ਵੀ ਚਾਹੀਦੀ ਆ। ਜਦੋਂ ਇੰਨਾ ਸਾਲ ਆਪਾਂ ਨਸ਼ਾ ਕਰਦੇ ਹਾਂ, ਜੇ ਥੋੜੀ ਤਕਲੀਫ ਆ ਜੂਗੀ ਹਨਾ, ਤੇ ਮੂਹਰੇ ਫਿਰ ਆਪਾਂ ਨੂੰ ਇੱਜ਼ਤ ਵੀ ਕਿੱਡੀ ਹਨਾ ਦਿੰਦੀ ਆ ਜੀ, ਵੀ ਯਾਰ ਆਪਾਂ ਛੱਡਾਂਗੇ ਤਾਂ ਆਪਾਂ ਨੂੰ ਇੱਜ਼ਤ ਵੀ ਮਿਲੂਗੀ। ਤੇ ਹੁਣ ਹਾਂਜੀ ਬਾਈ, ਖਾਸ ਯੋਗਦਾਨ ਦੀ ਮੈਂ ਗੱਲ ਕਰੂੰਗਾ। ਖਾਸ ਯੋਗਦਾਨ ਮਾਪਿਆਂ ਦਾ ਰਿਹਾ ਆ, ਤੁਹਾਡੀ ਮਿਸਿਸ ਦਾ ਰਿਹਾ, ਤੁਹਾਡੀ ਬੇਟੀ ਦਾ ਰਿਹਾ ਆ ਹਨਾ, ਤੁਹਾਡੇ ਫਾਦਰ ਸਾਹਿਬ ਦਾ ਰਿਹਾ, ਤੁਹਾਡੀ ਮਦਰ ਦਾ ਰਿਹਾ। ਉਹਨਾਂ ਤੋਂ ਬਿਨਾਂ ਖਾਸ ਯੋਗਦਾਨ ਕਿੰਨਾ ਬੰਦਿਆਂ ਦਾ ਹੈ, ਜਿਨ੍ਹਾਂ ਬੰਦਿਆਂ ਦੀ ਬਦੌਲਤ ਅੱਜ ਜਿਹੜਾ ਸੁਖਬੀਰ ਆ ਕਿਸੇ ਮਾਧਿਅਮ ਦੇ ਜ਼ਰੀਏ ਲੋਕਾਂ ਦੇ ਰੂਬਰੂ ਹੋ ਰਿਹਾ ਆ। ਉਹਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਦੇਖਣਗੇ, ਉਹਨੂੰ ਅੱਜ ਫੋਨ ਕਾਲਸ ਆ ਰਹੀਆਂ ਨੇ ਕਿ ਬਾਈ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਉਹ ਤੋਂ ਇੰਸਪਾਇਰ ਹੋ ਕੇ ਹੋਰ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤਾਂ ਨੇ ਜਿਹੜਾ ਛੱਡਣਾ ਹੈ, ਕਿੰਨੇ ਘਰ ਜਿਹੜੇ ਆ ਸੁਧਰ ਜਾਣੇ ਆ। ਸੋ ਉਹ ਇਨਸਾਨ ਕਿਹੜੇ ਨੇ, ਉਹਨਾਂ ਦਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਹੈ ਬਾਈ ਜੀ, ਜ਼ਰੂਰ ਹੋਣਾ ਚਾਹੀਦਾ। ਵੀ ਮੈਂ ਨਾ ਛੋਟੀ ਜੀ ਅਸੀਂ ਬਾਈ ਨਾਲ ਇੰਟਰਵਿਊ ਬਣਾਈ ਸੀ, ਚਲੋ ਉਦੋਂ ਐਂ ਹੁੰਦਾ ਵੀ ਯਾਰ ਆਪਾਂ ਉਹਨਾਂ ਨੂੰ ਸਮਝਾਈਏ ਵੀ ਜਿਹੜਾ ਨਸ਼ਾ ਕਰਨ ਨੂੰ ਹਟ ਜਾਣਾ ਹਨਾ। ਉਦੋਂ ਕਿਹਾ ਨਹੀਂ ਜਾਂਦਾ। ਮੇਰੇ ਘਰਾਂ ਦੇ 1-2 ਮੁੰਡੇ ਹੈਗੇ ਨੇ ਜੀ ਹਨਾ। ਸਭ ਤੋਂ ਪਹਿਲਾਂ ਤਾਂ ਜਦੋਂ ਵੀ ਮੇਰੇ ਮੰਮੀ ਨੇ ਆਪਣੇ ਗੋਪਾਲਜੀਤ ਮੁੰਡਾ ਜੀ, ਉਹਨੂੰ ਗੋਪਾਲਜੀਤ ਨੂੰ ਅੱਧੀ ਰਾਤ ਨੂੰ ਫੋਨ ਕਰ ਦੇਣਾ ਵੀ ਗੋਪਾਲਜੀਤ ਇਹਨੂੰ ਤੂੰ ਕਿਵੇਂ ਨਾ ਕਿਵੇਂ ਕਰ, ਇਹਨੂੰ ਹਸਪਤਾਲ 'ਚ ਲੈ ਕੇ ਜਾ, ਕਿਤੇ ਮਰਜ਼ੀ ਲੈ ਕੇ ਜਾ। ਉਹਨੇ ਵੀ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ। ਇੱਕ ਮੁੰਡਾ ਮੇਰਾ ਘਰਾਂ 'ਚੋਂ ਹੀ ਹੈ ਹਨਾ, ਉਹ ਤਵਿੰਦਰ ਹੈ, ਉਹ ਆਪਦੀ ਨਾਲ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ। ਉਹ ਜੇ ਮੇਰੀ ਮੰਮੀ ਨੇ ਫੋਨ ਕਰ ਦੇਣਾ ਵੀ ਤਵਿੰਦਰ ਆਇਆ ਨੀਗਾ, ਉਹਨੇ ਨਾਲ ਦੇ ਨਾਲ ਗੱਡੀ ਚੱਕਣਾ, ਰਾਤ ਨੂੰ 11 12 ਵਜੇ ਤੱਕ ਉਹਦੀ ਮੰਮੀ ਨਾਲ ਲੈ ਕੇ ਮੈਨੂੰ ਪਿੰਡਾਂ 'ਚ ਭਾਲਦਾ ਫਿਰਦਾ ਰਹਿੰਦਾ ਜੀ। ਵੀ 1-2 ਮੁੰਡੇ ਹੋਰ ਵੀ ਹੈਗੇ ਹੁਣ ਵੀ ਬਾਈ ਜੀ, ਮੈਂ ਜੇ ਇਹ ਮੇਰੀ ਜ਼ਿੰਦਗੀ ਦੇ ਖਾਸ ਨੇ ਹਨਾ, ਵੀ ਜੇ ਮੈਂ ਹੋਰ ਨਾ ਲਊਂ ਫਿਰ ਦੂਜੇ ਕਹਿਣਗੇ ਯਾਰ ਤੂੰ ਸਾਡੋਂ ਤਾਂ ਐਂ ਕੀਤਾ ਨਹੀਂ। ਪਰ ਬਾਈ ਮਾਫ ਕਰਿਓ ਹਨਾ, ਜਿਹਨੇ ਵੀ ਮੇਰਾ ਕੀਤਾ ਤਾਂ ਮੈਂ ਉਹਦਾ ਦਿਲੋਂ ਕਰਕੇ ਹਨਾ, ਵੀ ਪਰਮਾਤਮਾ ਦੀ ਕਿਰਪਾ ਨਾਲ ਵੀ ਮੈਂ ਉਹਨਾਂ ਕੋਲੇ ਖੜਾ ਹੈਗਾ। ਜੇ ਮੈਨੂੰ ਕਿਸੇ ਵੀ ਖੜਾ ਕਰ ਜਾਣਾ ਤਾਂ ਮੈਂ ਉਹਨਾਂ ਨੂੰ ਬਾਣ ਨਾਲ ਹੀ ਰੱਖੂੰ ਵੀ ਬਾਈ ਯਾਰ ਤੁਹਾਡੇ ਕਰਕੇ ਮੈਂ ਤਾਂ ਪਹੁੰਚਿਆ। ਅੱਛਾ, ਖਾਸ ਸੁਨੇਹਾ ਉਹਨਾਂ ਦੋਸਤਾਂ ਦੇ ਲਈ, ਉਹਨਾਂ ਮਿੱਤਰਾਂ ਦੇ ਲਈ। ਦੋਸਤ ਅਸੀਂ ਇਸ ਲਈ ਕਿਹਾ ਕਿ ਜਿਹੜੇ ਨਸ਼ੇੜੀ ਦਾ ਧੱਬਾ, ਜਿਵੇਂ ਤੁਸੀਂ ਕਿਹਾ ਬਾਈ ਜੀ ਨੂੰ ਕਿ ਨਸ਼ੇੜੀ ਦਾ ਧੱਬਾ, ਪਹਿਲਾਂ ਤਾਂ ਇਹ ਦੱਸੋ ਹੁਣ ਦੇ ਸਮੇਂ ਦੇ ਵਿੱਚ ਨਸ਼ੇੜੀ ਦਾ ਧੱਬਾ ਜਿਹੜਾ ਇੱਥੋਂ ਮਿਟ ਚੁੱਕਿਆ ਕਿ ਹਾਲੇ ਵੀ ਉਹ ਰਿਸ਼ਤੇਦਾਰ 2-4 ਹੈਗੇ ਆ? ਬਾਈ ਐਂ ਤਾਂ ਹੁਣ ਦੇਖੋ ਪਿੰਡ 'ਚ ਵੀ ਹੁੰਦੇ ਆ ਹਨਾ, ਪਿੰਡ 'ਚ ਵੀ ਹੈਗੇ ਆ 2-4 ਬੰਦੇ ਹੁੰਦੇ ਆ, ਇਹ ਲਾਜ਼ਮੀ ਇਹ ਤਾਂ ਰਹਿਣਗੇ ਜੀ। ਉਹ ਚੱਲ ਆਪਣੀ ਹੈ ਨਾ ਇੱਕ ਤਰ੍ਹਾਂ ਦੀ ਨਜ਼ਰ ਜੀ ਉਤਰ ਜਾਂਦੀ ਹੈ ਇੰਨੇ ਨਾਲ। ਹਾਂ ਰਿਸ਼ਤੇਦਾਰ ਆ ਉਹ ਜਿਹੜੇ ਹੈਗੇ ਮੈਨੂੰ ਉਹਨਾਂ ਨੂੰ ਪਤਾ ਲੱਗ ਹੀ ਜਾਊਗਾ ਹਨਾ, ਵੀ ਇਹ ਲੋਟ ਚਲੋ ਕੋਈ ਨਾ ਮਾਣ ਹੁੰਦਾ ਕਰੀ ਜਾਣ ਦੋ ਹਨਾ। ਪਰ ਆਪਾਂ ਜਿੱਦੇ ਬਾਈ ਜੀ ਇਹਨਾਂ ਨੇ ਆਪਾਂ ਨੂੰ ਕਰਤਾ, ਆਪਾਂ ਪਹੁੰਚ ਗਏ ਆਪਦੇ ਜਿੱਥੇ ਆਪਣਾ
ਸੁਪਨਾ ਹਨਾ ਪਹੁੰਚ ਗਿਆ, ਆਪੇ ਕਹਿਣੋਂ ਹਟ ਜਾਣਗੇ। ਆਪਾਂ ਪਰ ਹਟਾਂਗੇ ਉਹਨਾਂ ਨੂੰ, ਹਟਾਵਾਂਗੇ ਉਹਨਾਂ ਨੂੰ, ਉਹਨਾਂ ਦੇ ਮੂੰਹ ਬੰਦ ਕਰਾਂਗੇ ਹਨਾ। ਨਹੀਂ ਬਾਈ ਜੀ ਆਪਣਾ ਐਵੇਂ ਕਹਿ ਦਈਏ ਪਿੰਡ ਨੇ ਬਹੁਤ ਸਾਥ ਦਿੱਤਾ ਹੈ ਮੈਨੂੰ। NRI ਵਧੀਆ ਮੇਰੇ ਘਰਾਂ ਦੇ ਜਿਹੜੇ ਮੁੰਡੇ ਗਏ ਹੋਏ ਨੇਗੇ ਉਹਨਾਂ ਦੇ ਫੋਨ ਆਉਂਦੇ ਆ। ਬਾਕੀ ਜੇ ਮੈਂ ਕੋਈ ਵੀਡੀਓ ਪਾਦਾ ਮੈਨੂੰ ਉਹਨਾਂ ਦੇ ਕਮੈਂਟ ਵਧੀਆ ਆਉਂਦੇ ਨੇ ਹਨਾ। ਬਾਕੀ ਜਿਹੜੇ ਮੇਰੇ ਉਹ ਬਾਈ ਮੇਰੇ ਚਾਚਾ ਜੀ ਦੇ ਬੇਟੇ ਬੈਠੇ ਨੇ ਕਾਰਨ ਬੈਠੇ ਆ, ਉਹ ਹੁਣ ਮੈਨੂੰ ਜਿੰਮ 'ਚ ਲੈ ਕੇ ਵੀ ਜਾਂਦੇ ਆ, ਜਿੰਮ 'ਚੋਂ ਛੱਡ ਕੇ ਵੀ ਜਾਂਦੇ ਆ। ਹੁਣ ਬਸ ਇਹੀ ਸੁਪਨਾ ਮੈਂ ਬਣਾਇਆ ਵੀ ਜਿਵੇਂ ਸਾਡੇ ਪਰਿਵਾਰ ਦਾ ਪਹਿਲਾਂ ਨਾਂ ਸੀਗਾ ਜੀ, ਵੀ ਮੈਂ ਇੱਕ ਤਰ੍ਹਾਂ ਦਾ ਉਹ ਮੇਰੇ ਦਾਦੇ ਪੜਦਾਦਿਆਂ ਦਾ ਕਹਿ ਦਈਏ ਵੀ ਉਹਨਾਂ ਦੇ ਪੋਤੇ ਚੰਗੇ ਕੰਮ 'ਚ ਵੜ ਕੇ। ਕੀ ਬਾਤ ਹੈ। ਅੱਛਾ ਫਿਰ ਆਖਰੀ ਸੁਨੇਹਾ ਉਹਨਾਂ ਭਰਾਵਾਂ ਦੇ ਲਈ ਜਿਹੜੇ ਇਹ ਧੱਬਾ ਮਿਟਾਉਣਾ ਚਾਹੁੰਦੇ ਆ, ਤਾਂ ਇਹ ਸੋਚ ਕੇ ਛੱਡ ਦਿੰਦੇ ਆ ਕਿ ਯਾਰ ਸਾਡਾ ਆਲਾ ਦੁਆਲਾ ਕੀਕੂ, ਮੇਰੇ ਚਾਚੇ ਨੇ ਮੇਰੇ ਤਾਏ ਨੇ ਮੈਨੂੰ ਨਸ਼ੇੜੀ ਕਹਿਤਾ, ਮੇਰੇ ਮਾਸੜ ਨੇ ਮੇਰੇ ਫੁੱਫੜ ਨੇ ਜਾਂ ਮੇਰੇ ਯਾਰਾਂ ਨੇ ਮੈਨੂੰ ਨਸ਼ੇੜੀ ਕਹਿਤਾ, ਜਿਵੇਂ ਤੁਸੀਂ ਦੱਸਿਆ ਕਿ ਪਾਸਾ ਵੱਟਣ ਲੱਗ ਜਾਂਦੇ ਹਨ। ਤਾਂ ਉਹਨਾਂ ਦੇ ਲਈ ਸੁਨੇਹਾ ਕੀ ਆ ਜਿਹੜਾ ਛੱਡਣਾ ਚਾਹੁੰਦੇ ਆ ਪਰ ਛੱਡ ਨਹੀਂ ਸਕਦੇ ਜਾਂ ਮੈਂਟਲੀ ਤੌਰ ਤੇ ਇੰਨੇ ਪ੍ਰਪੇਅਰ ਨਹੀਂ ਆ ਜਾਂ ਸਟਰੋਂਗ ਨਹੀਂ ਆ? ਪਹਿਲਾਂ ਤਾਂ ਬਾਈ ਜੀ ਮੇਰਾ ਇਹੀ ਸੁਨੇਹਾ, ਪਹਿਲਾਂ ਤਾਂ ਤੁਸੀਂ ਆਪਦੇ ਆਪ ਨੂੰ ਪਿਆਰ ਕਰੋ, ਆਪਦੀ ਜ਼ਿੰਦਗੀ ਨੂੰ ਪਿਆਰ ਕਰੋ ਹਨਾ। ਕੋਈ ਗੱਲ ਨਹੀਂ 5-4 ਮਹੀਨੇ ਤਾਂ ਕਹਿੰਦੇ ਆ ਜੀ, 5-6 ਮਹੀਨੇ ਕਹਿੰਦੇ ਕੋਈ ਚੰਗਾ ਕੰਮ, ਜਿਵੇਂ ਤੁਹਾਨੂੰ ਕੋਈ ਸ਼ੌਂਕ ਹੈ, ਜਿਵੇਂ ਮੈਨੂੰ ਜਿੰਮ ਦਾ ਸ਼ੌਂਕ ਸੀ, ਅੱਡੋ ਅੱਡੀ ਸ਼ੌਂਕ ਹੁੰਦੇ ਆ ਹਨਾ। ਹਰੇਕ ਗੱਲ ਦੇ ਆਪਦਾ ਕੰਮਾਂ ਦਾ ਕੋਈ ਸ਼ੌਂਕ ਹੈ, ਕੋਈ ਆਪਦਾ ਕਿਤਾਬ ਲਿਖਣ ਦਾ, ਕੋਈ ਹੋਰ ਕੋਈ ਸ਼ੌਂਕ ਹੈ, ਉਹ ਆਪਦੇ ਸ਼ੌਂਕ ਨੂੰ ਬਣਾਓ, ਆਪਦੇ ਰੋਜ਼ਾਨਾ ਦੇ ਵਿੱਚ ਜ਼ਿੰਦਗੀ ਦੇ ਵਿੱਚ ਉਹਨੂੰ ਅਪਣਾਓ ਹਨਾ। ਕੋਈ ਗੱਲ ਨਹੀਂ ਹੌਲੀ ਹੌਲੀ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਯਾਰ ਕੋਈ ਨਾ ਲਾਓ, ਜਿੰਨਾ ਲੱਗਦਾ ਤੁਸੀਂ ਹੋਰ ਵੀ ਕਰੋ, ਵੀ ਉਹਨਾਂ ਨੂੰ ਜਮਾ ਹੀ ਐਂ ਕਹੋ ਵੀ ਯਾਰ ਕਰੋ ਜਿਹੜਾ ਕੁਛ ਕਰਦੇ ਹੋ ਹਨਾ। ਆਪਦਾ ਮਨ ਸਟਰੋਂਗ ਬਣਾਓ ਜੀ ਹਨਾ। ਚੰਗੀਆਂ ਕਿਤਾਬਾਂ ਪੜ੍ਹੋ ਤੁਸੀਂ, ਮੈਂ ਤਾਂ ਇਹੀ ਬਿੰਦੇ ਕਹੂੰਗਾ ਵੀ ਚੰਗੀਆਂ ਕਿਤਾਬਾਂ ਪੜ੍ਹੋ, ਚੰਗੇ ਚੈਨਲ ਦੇਖੋ। ਇਹ ਨਾ ਹੈਗਾ ਵੀ ਫੋਨ ਕੱਢਿਆ ਜੀ ਉਹ ਅੱਜ ਕੱਲ੍ਹ ਇੰਸਟਾਗ੍ਰਾਮ ਤੇ ਫਰੋਲਣ ਲੱਗ ਗਏ, ਕੋਈ ਉਹਦੇ ਵਿੱਚੋਂ ਫੋਨ ਦੇ ਵਿੱਚੋਂ ਕੋਈ ਚੰਗੀ ਚੀਜ਼ ਦੇਖੋ ਆਪਾਂ ਹਨਾ। ਚੰਗੀ ਚੀਜ਼ ਦੇਖ ਕੇ ਜਿੱਥੋਂ ਆਪਾਂ ਨੂੰ ਆਪਣੀ ਜ਼ਿੰਦਗੀ ਬਚਦੀ ਹੋਵੇ ਤਾਂ ਆਪਾਂ ਉੱਪਰ ਤੱਕ ਪਹੁੰਚਣਾ ਹਨਾ, ਉਹ ਚੀਜ਼ਾਂ ਕਰੋ। ਤੇ ਨਾਲ ਥੋੜ੍ਹਾ ਘਣਾ ਜੇ ਤੁਹਾਨੂੰ ਦਰਦ ਆਉਂਦਾ ਹਨਾ, ਹੋਰ ਹੁੰਦਾ ਥੋੜ੍ਹੀ ਘਣੀ ਦਵਾਈ ਲੈ ਲਓ, ਉਹ ਆਪਦਾ ਕੋਰਸ ਪੂਰਾ ਕਰ ਲਓ, ਦਵਾਈ ਦਾ ਕਰ ਲਓ ਵੀ ਬਾਈ ਜੀ ਕੋਈ ਦਿੱਕਤ ਨਹੀਂ ਹੁੰਦੀ। ਇੱਕ ਵਾਰੀ ਤੁਸੀਂ ਵਾਪਸ ਆ ਕੇ ਦੇਖੋ ਹਨਾ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਰਾਮਪੁਰੇ ਤੋਂ ਮੈਂ ਲਿਆਉਣ ਦੀ ਕੋਸ਼ਿਸ਼ ਕਰੂੰਗਾ, ਵੀ ਕੋਸ਼ਿਸ਼ ਕਿ ਮੈਂ ਕਰੂੰਗਾ ਹੀ ਲਾਜ਼ਮੀ ਹਨਾ, ਵੀ ਖਤਮ ਕਰਨਾ ਚਿੱਟਾ। ਜਿਹੜੇ ਸਾਡੇ ਬਾਹਲੇ ਨਹੀਂ ਹੈਗੇ ਆ 7-8 ਮੁੰਡੇ 10 ਹੈਗੇ ਆ, ਵੀ ਮੇਰੀ ਉਹਨਾਂ ਮੂਹਰੇ ਹੱਥ ਬੰਨ੍ਹ ਕੇ ਮੇਰੇ ਸਾਰੇ ਪੰਜਾਬ ਮੂਹਰੇ ਵੀ ਬਾਈ ਇੱਕ ਵਾਰੀ ਤੁਸੀਂ ਵਾਪਸ ਆ ਕੇ ਦੇਖੋ, ਤੁਹਾਡਾ ਘਰ ਵੀ ਸਵਰਗ ਬਣ ਜੂ ਤੇ ਤੁਹਾਨੂੰ ਪਿੰਡ ਐਂ ਲੱਗ ਜੂਗਾ ਵੀ ਯਾਰ ਜਿਵੇਂ ਕੋਈ ਸੈਲੀਬ੍ਰਿਟੀ ਹੁੰਦਾ ਇੱਕ ਤਰ੍ਹਾਂ ਦਾ ਹਨਾ। ਤੁਹਾਨੂੰ ਇੱਜ਼ਤ ਹੀ ਇੰਨੀ ਜ਼ਿਆਦਾ ਮਿਲ ਜੂਗੀ। ਹੁਣ ਜਦੋਂ ਲੰਘਦੇ ਆ ਨਾ ਬਾਈ ਜੀ ਫਖਰ ਹੁੰਦਾ ਵੀ ਯਾਰ ਆਪਾਂ ਚੰਗੇ ਕੰਮ 'ਚ ਆਏ ਆ ਹਨਾ, ਚੰਗਾ ਕੰਮ। ਜੇ ਇਹੀ ਮੈਂ ਨਸ਼ਾ ਨਾ ਪੈਂਦੇ ਤਾਂ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੇ ਮੇਰੇ ਭਾਈ ਕਰਦੇ ਵੀ ਨੇ, ਵੀ ਤੁਸੀਂ ਆਪਦੇ ਬਾਰੇ ਵੀ ਸੋਚ ਕੇ ਦੇਖੋ ਵੀ ਤੁਸੀਂ ਵੀ ਕਿੱਥੇ ਹੁੰਦੇ। ਬਿਲਕੁਲ ਠੀਕ ਹੈ ਨਾ। ਤੇ ਮੈਂ ਵੀ ਹੁਣ ਸੋਚਦਾ ਵੀ ਜੇ ਮੇਰਾ ਜਿਵੇਂ ਸ਼ੌਂਕ ਸੀਗਾ ਤੇ ਮੈਂ ਤਾਂ ਕਿੱਥੇ ਹੋਣਾ ਹੀ ਸੀਗਾ ਜੀ। ਕੋਚ ਸਾਹਿਬ ਤੁਹਾਡੇ ਵੱਲੋਂ ਸੁਨੇਹਾ ਕੀ ਰਹੇਗਾ ਉਹਨਾਂ ਨੌਜਵਾਨਾਂ ਦੇ ਲਈ, ਖਾਸ ਕਰ ਸੁਨੇਹਾ ਕੀ ਰਹੇਗਾ ਜਿਹੜੇ ਚਾਹੁੰਦੇ ਆ ਛੱਡਣਾ, ਜਾਂ ਉਹਨਾਂ ਮਾਪਿਆਂ ਨੂੰ ਕੀ ਕਹੋਗੇ? ਜਿੱਦਾਂ ਬਾਈ ਨੇ ਕਿਹਾ ਕਿ ਕਿਤੇ ਨਾ ਕਿਤੇ ਮੇਰੇ ਬਾਪੂ ਦਾ ਵੀ ਇਹ ਸਹਿਯੋਗ ਰਿਹਾ ਕਿ ਮੈਨੂੰ ਜੇਕਰ ਉਹ ਉਹਦੀ ਹਟਾਉਂਦਾ, ਮੈਨੂੰ ਉਹਦੀ ਗਰਾਊਂਡ ਵਾਲੇ ਪਾਸੇ ਲਾਉਂਦਾ, ਉਹਦੀ ਖੇਡਾਂ ਵਾਲੇ ਪਾਸੇ ਲਾਉਂਦਾ, ਜਾਂ ਮੈਨੂੰ ਉਹਦੀ ਵਰਜਦਾ, ਤਾਂ ਸ਼ਾਇਦ ਮੈਂ ਅੱਜ ਇਸ ਦਲਦਲ ਦੇ ਵਿੱਚ ਨਾ ਹੁੰਦਾ। ਦੇਖੋ ਜੀ ਪਹਿਲਾਂ ਤਾਂ ਇੱਕ ਸਪਸ਼ਟ ਜੀ ਗੱਲ ਹੈ, ਘਰਦਿਆਂ ਦਾ ਆਪਣੇ ਬੱਚਿਆਂ ਤੇ ਵੀ ਪਹਿਲਾਂ ਤਾਂ ਧਿਆਨ ਹੋਣਾ ਚਾਹੀਦਾ। ਕਿਹੜੀ ਕੰਪਨੀ ਦੇ ਵਿੱਚ ਜਾ ਰਿਹਾ ਉਹ, ਕਿੱਥੇ ਜਾ ਰਿਹਾ, ਕਿਵੇਂ ਰਾਤ ਨੂੰ ਲੇਟ ਆਉਂਦਾ ਤਾਂ ਕਾਰਨ ਵੀ ਉਹਦਾ ਜਾਣਨਾ ਚਾਹੀਦਾ। ਤੇ ਜੇ ਕਿਤੇ ਰਾਤ ਗੁਜ਼ਾਰ ਰਿਹਾ ਭਾਵੇਂ ਮੁੰਡਾ ਭਾਵੇਂ ਕੁੜੀ ਹੈ, ਪਤਾ ਹੋਣਾ ਚਾਹੀਦਾ ਮਾਪਿਆਂ ਨੂੰ ਵੀ ਕਿੱਥੇ ਹੈ, ਕਿਹੜੀ ਜਗ੍ਹਾ ਤੇ ਹੈ, ਕਿਹੜੇ ਬੰਦੇ ਦੇ ਕੋਲੇ ਹੈ। ਸਵਾਲ ਜਵਾਬ, ਇਨਕੁਆਇਰੀ, ਫੋਨ ਕਰਨਾ ਇਹ ਲਾਜ਼ਮੀ ਹੁੰਦਾ। ਤੇ ਬਾਕੀ ਜਿਹੜਾ ਇਹ ਕਹਿ ਦਿੰਦੇ ਆ ਬਹੁਤੀਆਂ ਸੌਰੀ ਟੂ ਸੇ ਮਾਵਾਂ ਜਾਂ ਭੈਣਾਂ ਚੰਬਲਾ ਲੈਂਦੀਆਂ ਹੁੰਦੀਆਂ ਭਰਾਵਾਂ ਨੂੰ, ਆਪਦੇ ਪੁੱਤਾਂ ਨੂੰ, ਕਿ ਮੇਰਾ ਵੀਰਾ ਨਹੀਂ ਇਸ ਤਰ੍ਹਾਂ ਦਾ ਹੋ ਸਕਦਾ ਗਾ। ਤੇ ਗੁੱਸਾ ਨਾ ਕਰੇ ਕੋਈ ਮਾਂ ਭੈਣ ਜਿਹੜੀ ਦੇਖ ਰਹੀ ਹੈਗੀ, ਮੈਂ ਦੇਖਿਆ ਇਹ ਮਹਿਸੂਸ ਕੀਤਾ। ਤੇ ਇਸ ਕਰਕੇ ਇਹ ਹੈ ਵੀ ਥੋੜ੍ਹਾ ਬਹੁਤਾ ਜਦੋਂ ਜਵਾਨੀ 'ਚ ਪੈਰ ਰੱਖਦਾ ਤੁਹਾਡਾ ਧੀ ਪੁੱਤ, ਥੋੜ੍ਹਾ ਮਤਲਬ ਇੱਕ ਤਾਂ ਉਹਨੂੰ ਚੰਗੇ ਪਾਸੇ ਜਿਹੜਾ ਹੈ ਸੇਧ ਦੇਣੀ ਹੈ, ਚੰਗੀ ਖੇਡਾਂ ਵੱਲ ਨੂੰ ਕਹਿ ਲਓ, ਕਿਤਾਬਾਂ ਪੜ੍ਹਨ ਨੂੰ, ਪੜ੍ਹਾਈ ਵੱਲ ਨੂੰ ਕਹਿ ਲਓ। ਤੇ ਦੂਜਾ ਜਿਹੜਾ ਇੱਕ ਪ੍ਰੋਪਰ ਨਿਗਾਹ ਜ਼ਰੂਰ ਰੱਖਣੀ ਹੈ ਵੀ ਕਿੱਧਰ ਜਾਂਦਾ ਗਾ, ਹੈ ਕੀ ਹੈ, ਸ਼ੱਕ ਜ਼ਰੂਰ ਕਰਨਾ ਚਾਹੀਦਾ ਗਾ। ਜੇ ਲੇਟ ਆ ਰਿਹਾ ਤਾਂ ਕਿਉਂ ਆ ਰਿਹਾ, ਇਗਨੋਰ ਨਹੀਂ ਕਰਨਾ ਇਹ। ਜੀ ਅੱਛਾ, ਕਰਨ ਬਾਈ ਤੋਂ ਵੀ ਇੱਕ ਸੁਨੇਹਾ ਜ਼ਰੂਰ, ਕਰਨ ਬਾਈ ਨਾਲ ਨੂੰ ਹੋ ਜਾਓ ਮਾੜਾ ਜਿਹਾ, ਕਰਨ ਬਾਈ ਤੋਂ ਵੀ ਇੱਕ ਸੁਨੇਹਾ ਜ਼ਰੂਰ ਲਵਾਂਗੇ ਜਿਹੜਾ ਆਪਣੇ ਭਰਾ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜਾ ਆ। ਬਾਈ ਕੀ ਕਹਿਣਾ ਕੀ ਚਾਹੋਗੇ ਸੁਨੇਹਾ, ਕਿਉਂਕਿ ਤੁਸੀਂ ਉਹ ਦੌਰ ਦੇਖਿਆ ਜਦੋਂ ਬਾਈ ਹੈ ਨਾ ਉਸ ਦਲਦਲ ਦੇ ਵਿੱਚ ਸੀ, ਪਰ ਤੁਸੀਂ ਫਿਰ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ। ਸੁਨੇਹਾ ਕੀ ਦੇਣਾ ਚਾਹੋਗੇ? ਸੁਨੇਹਾ ਤਾਂ ਇਹੀ ਹੈ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਕਿਉਂਕਿ ਜਦੋਂ ਮੈਂ ਸੀ ਬਹੁਤ ਛੋਟਾ, ਉਦੋਂ ਮੇਰੀ ਏਜ ਸੀ 12 ਜਾਂ 11 ਨੀਅਰ ਅਬਾਊਟ ਹੈ ਨਾ। ਅਤੇ ਮੈਂ ਤਾਂ ਸੁਣਦਾ ਹੁੰਦਾ ਸੀਗਾ ਕਿ ਵੀਰਾ ਐਂ ਨਸ਼ਾ ਕਰਦਾ ਗਾ, ਕਿ ਐਂ ਆਉਂਦੇ ਨੇ ਇੰਨਾ ਕਰਦੇ ਨੇ, ਕਿ ਸਾਰਾ ਪਿੰਡ ਐਂ ਕਹਿੰਦਾ ਗਾ ਕਿ
ਨਾਲ ਨਾ ਮੈਨੂੰ ਵੀ ਮੇਰੇ ਦੋਸਤ ਵੀ ਹੋਰ ਪਿੰਡ ਚੋਂ ਕਹਿੰਦੇ ਤੂੰ ਨਾਲ ਨਾ ਜਾਇਆ ਕਰ, ਕਿਉਂਕਿ ਜਿਵੇਂ ਆਪਾਂ ਕਹਿੰਦੇ ਸੰਗਤ ਉਹੋ ਜਿਹਾ ਬੰਦਾ ਹੋ ਜਾਂਦਾ। ਪਰ ਮੇਰੇ ਮਨ 'ਚ ਇਹ ਹੁੰਦਾ ਸੀਗਾ ਕਿ ਜੇ ਨਾਲ ਨਾ ਜਾਵਾਂਗੇ, ਜੇ ਆਪਾਂ ਬਿਨਾਂ ਨਾਲ ਲੱਗੇ ਲੱਗ ਗਏ, ਫਿਰ ਉਹ ਕੀ, ਫਿਰ ਉਹ ਵੀ ਕਹਿਣਗੇ ਕਿ ਤੂੰ ਕੱਲ ਤਾਂ ਮੇਰੇ ਨਾਲ ਆਉਂਦਾ ਨਹੀਂ ਸੀ, ਅੱਜ ਤੂੰ ਵੀ ਲੱਗ ਗਿਆ, ਹੁਣ ਮੇਰੇ ਨਾਲ ਤਾਂ ਨਹੀਂ ਲੱਗ ਕੇ ਲੱਗਿਆ ਤੂੰ ਇਹ। ਫਿਰ ਮੇਰੇ ਮਨ 'ਚ ਕਦੇ ਨਹੀਂ ਆਇਆ ਸੀਗਾ, ਕਿਉਂਕਿ ਮੈਂ ਕਿਹਾ ਮੈਂ ਨਾਲ ਜਾਣਾ ਹੀ ਜਾਣਾ, ਨਾਲ ਲੱਗ ਕੇ ਤਾਂ ਨਹੀਂ ਕੋਈ ਲੱਗਦਾ ਹੈ ਹਰ ਇੱਕ। ਪਰ ਐਂ ਜ਼ਰੂਰ ਸੀਗਾ ਕਿ ਮੈਂ ਚੇਂਜ ਕਰੂੰਗਾ, ਕਿ ਸਮਝਾਊਂ। ਮੇਰੇ ਤੋਂ ਵੱਡੇ ਨੇ, ਕਿਉਂਕਿ ਮੈਂ ਬਹੁਤ ਸਾਲ ਵੱਡੇ ਨੇ, ਮੇਰੇ ਤੋਂ ਏਜ ਹੀ 28 ਹੈ ਤੇ ਮੈਨੂੰ 38-39 ਨੇ। ਪਰ ਫਿਰ ਵੀ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਕੀਤਾ ਇਹਨਾਂ ਨੇ ਜਿਹੜਾ ਛੱਡਿਆ ਹੈਗਾ, ਕਿਉਂਕਿ ਨਸ਼ਾ ਤੁਸੀਂ ਸੈਂਟਰ 'ਚ ਵਗ ਜਾਓ, ਜਿੰਨੀ ਮਰਜ਼ੀ ਦਵਾਈ ਲੈ ਲਓ, ਨਹੀਂ ਛੱਡ ਸਕਦੇ ਜਿੰਨਾ ਚਿਰ ਅੰਦਰੋਂ ਤੁਹਾਡਾ ਮਨ ਸਟਰੋਂਗ ਨਹੀਂ ਹੈਗਾ ਨਾ, ਮਾਈਂਡ ਜਮਾ ਹੀ ਨਹੀਂ ਛੱਡ ਸਕਦੇ। ਬਸ ਇੰਨਾ ਮੇਰਾ ਤਾਂ ਐਂ ਕਿ ਕਿਉਂਕਿ ਮੈਂ ਵੀ ਮੋਟਾ ਬਹੁਤ ਹੋ ਗਿਆ ਸੀਗਾ, ਕਿਉਂਕਿ ਮੈਂ ਡਾਈਟ ਮੇਰੀ ਬਾਹਲੀ ਹੋ ਜਾਂਦੀ ਆ, ਮੈਂ ਸ਼ੌਂਕ ਆ ਖਾਣ ਦਾ। ਹੁਣ ਵੀਰੇ ਨੂੰ ਦੇਖਿਆ ਜਦੋਂ ਕਿ ਇੰਨਾ ਵਧੀਆ ਬੋਡੀ ਬਣਾ ਲਈ ਇਹਨਾਂ ਨੇ, ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ ਜਾਇਆ ਕਰੋ, ਕਿ ਮੈਂ ਤੁਹਾਨੂੰ ਲੈ ਕੇ ਜਾਇਆ ਕਰੂੰ, ਆਪੇ ਪਿਕ ਕਰਿਆ ਕਰੂੰ, ਆਪਾਂ ਚੱਲਿਆ ਕਰਾਂਗੇ ਦੋਨੇ ਟਾਈਮ, ਕਿ ਮੈਨੂੰ ਵੀ ਲਵਾਓ ਜਿਮ ਤੁਸੀਂ। ਫਿਰ ਵੀਰੇ ਨਾਲ ਕੁਝ ਕੁ ਦਿਨ ਮੈਂ ਲਾਇਆ ਜਿਮ, ਫਿਰ ਬਾਈ ਜੀ ਨਾਲ ਮਿਲਿਆ, ਮਨਵਰ ਜੀ ਨਾਲ। ਫਿਰ ਵੀਰਾ ਕਹਿੰਦੇ ਇਹਨਾਂ ਦੇ ਅੰਡਰ ਹੀ ਲਾਉਣਾ ਮੈਂ ਵੀ। ਮੈਂ ਚਲੋ ਫਿਰ ਮੈਂ ਵੀ ਇਹਨਾਂ ਨੂੰ ਹਾਇਰ ਕਰ ਲੈਣਾ, ਫਿਰ ਮੈਂ ਵੀ ਹੁਣ ਇਹਨਾਂ ਦੇ ਅੰਡਰ ਹੀ ਆ ਸੀ ਦੋਨੋਂ। ਤੇ ਮੈਂ ਇਹਨਾਂ ਨੂੰ ਕਿਹਾ ਸੀ ਮੇਰਾ ਜਮੇ ਘਟਾਓ, ਮਰਜ਼ੀ ਘਟਾਓ, ਜਾਂ ਨਿਚੋੜ ਦੋ ਜਮਾ ਕਰਨਾਗਾ। ਸੋ ਇਸ ਕਰਕੇ ਮੈਂ ਕਹਿੰਦਾ ਕਿ ਬਹੁਤ ਵਧੀਆ ਕੀਤਾ ਉਪਰਾਲਾ, ਕਿ ਸਾਰਿਆਂ ਨੂੰ ਇਹ ਗਲਤ ਕੰਮ 'ਚੋਂ ਸੇ ਨੋ ਟੂ ਡਰੱਗਸ ਕਰਨਾ ਚਾਹੀਦਾ ਗਾ ਜੀ। ਫਿਜ਼ੀਕਲ ਕੰਮ 'ਚ ਆਓ ਜਿੰਨਾ ਆ ਸਕਦੇ ਹੋ। ਸੋ ਜੋ ਤਿੰਨ ਇਨਸਾਨ ਮੇਰੇ ਨਾਲ ਬੈਠੇ ਨੇ, ਇਹ ਤਿੰਨੋਂ ਤਾਂ ਸਲਾਮ ਦੇ ਹੱਕਦਾਰ ਨੇ, ਸਲੂਟ ਦੇ ਹੱਕਦਾਰ ਨੇ। ਇਹਨਾਂ ਦੇ ਨਾਲ ਉਹ ਵੀ ਹੱਕਦਾਰ ਨੇ ਸਲਾਮ ਦੇ, ਸਲੂਟ ਦੇ, ਜਿਨ੍ਹਾਂ ਨੇ ਕਿਤੇ ਨਾ ਕਿਤੇ ਬਾਈ ਦਾ ਸਾਥ ਦਿੱਤਾ ਆ ਛੱਡਣ ਦੇ ਲਈ, ਕਿ ਯਾਰ ਤੂੰ ਇਸ ਦਲਦਲ ਦੇ ਵਿੱਚੋਂ ਬਾਹਰ ਆ। ਚਾਹੇ ਬਾਈ ਦੀ ਮਿਸਿਜ਼ ਹੋਣ, ਚਾਹੇ ਬਾਈ ਦੇ ਪਰਿਵਾਰਕ ਮੈਂਬਰ ਹੋਣ, ਚਾਹੇ ਬਾਈ ਦੇ ਯਾਰ ਦੋਸਤ ਹੋਣ। ਤੇ ਮੈਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਦਾ ਬਾਈ ਸਲਾਮ ਕਰਦਾ, ਸਲੂਟ ਕਰਦਾ, ਤੁਹਾਡਾ ਧੰਨਵਾਦ ਵੀ ਕਰਦਾ ਕਿ ਯਾਰ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਦਿੱਤਾ। ਕਿਉਂਕਿ ਬੜੇ ਕੁਝ ਸਭ ਇੱਦਾਂ ਦੇ ਸਾਨੂੰ ਮਿਲਦੇ ਆ ਨੌਜਵਾਨ ਜਿਹੜੇ ਛੱਡ ਤਾਂ ਚੁੱਕੇ ਆ, ਪਰ ਉਹ ਕਹਿ ਦਿੰਦੇ ਆ ਕਿ ਯਾਰ ਅਸੀਂ ਬੋਲਣਾ ਨਹੀਂ ਚਾਹੁੰਦੇ। ਕਿਉਂਕਿ ਯਾਰ ਸੁਸਾਇਟੀ ਸਾਨੂੰ ਹੋਰ ਹੀ ਨਿਗਾਹ ਨਾਲ ਦੇਖਦੀ ਆ। ਤਾਂ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਸਮਾਂ ਦਿੱਤਾ। ਉਹ ਦੌਰ, ਕਾਲਾ ਦੌਰ ਤੁਸੀਂ ਅੱਜ ਸਾਡੇ ਸਾਹਮਣੇ ਫਰੋਲ ਕੇ ਰੱਖਤਾ ਕਿ ਯਾਰ ਕਿੱਦਾਂ ਦਾ ਦੌਰ ਸੀ ਤੇ ਉਹ 'ਚੋਂ ਬਾਹਰ ਅਸੀਂ ਕਿਵੇਂ ਆਏ, ਤੇ ਜੇ ਹੋਰ ਕੋਈ ਆਉਣਾ ਚਾਹੁੰਦਾ ਤਾਂ ਉਹ ਕਿਵੇਂ ਆਵੇ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਸਾਡੇ ਕੋਲੇ ਆਏ, ਤੁਸੀਂ ਅਪਰੋਚ ਕੀਤਾ ਸਾਨੂੰ, ਤੇ ਹੋਪਫੁਲੀ ਮੈਂ ਆਸ ਵੀ ਕਰਦਾ ਬਹੁਤ ਵਿਊਅਰਸ ਤੱਕ ਇਹ ਵੀਡੀਓ ਜਾਣੀ ਹੈ ਨਾ, ਤੇ ਕਿੰਨੇ ਹੀ ਦੇਖੋ ਘਰਾਂ ਦੇ ਵਿੱਚ ਸੁਧਾਰ ਹੋ ਸਕਦਾ, ਕਿੰਨੇ ਹੀ ਜਿਹੜੇ ਉਹ ਨੌਜਵਾਨ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ, ਉਹਨਾਂ ਲਈ ਇੱਕ ਆਸ ਦੀ ਕਿਰਨ ਤਾਂ ਜਾਗਦੀ ਹੈ ਨਾ, ਲਾਈਵ ਐਗਜ਼ਾਮਪਲ ਮਿਲਦੀ ਆ। ਤਾਂ ਮੈਨੂੰ ਵੀ ਮਤਲਬ ਬਹੁਤ ਵਧੀਆ ਲੱਗਿਆ ਇਸ ਵੀਡੀਓ ਦੇ ਵਿੱਚ ਬੈਠ ਕੇ, ਆਪਣੀ ਇੰਟਰਵਿਊ 'ਚ ਬੈਠ ਕੇ। ਤੇ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ, ਬਹੁਤ ਵਧੀਆ ਜਿਹੜੇ ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਮੋਟੀਵੇਸ਼ਨਲ ਜਿਹੜੀਆਂ ਵੀਡੀਓਜ਼ ਲੈ ਕੇ ਆਉਣੇ ਹੋ, ਇੰਟਰਵਿਊਜ਼ ਲੈ ਕੇ ਆਉਣੇ ਹੋ, ਜਿਹਦੇ ਨਾਲ ਪੰਜਾਬ ਦੀ ਜਵਾਨੀ ਦਾ ਜਿਹੜਾ ਭਲਾ ਹੋ ਸਕਦਾ। ਤਾਂ ਤਹਿ ਦਿਲੋਂ ਧੰਨਵਾਦ ਆ ਜੀ ਸਾਡੇ ਤਿੰਨਾਂ ਵੱਲੋਂ। ਜੀ ਸੁਖਵੀਰ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਸਲਾਮ ਇੱਕ ਵਾਰੀ ਫਿਰ ਮੈਂ ਜਦ ਜਿੰਨੇ ਕੁ ਕਰਾਂ ਯਾਰ ਸਲਾਮ ਉਨੇ ਕੁ ਥੋੜੇ ਆ ਕਿ ਇੱਕ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹੂੰਗਾ ਵੀ ਜਿਹੜਾ ਵੀ ਕੋਈ ਮੇਰਾ ਵੀਰ ਇਹ ਦੌਰ ਦੇ ਵਿੱਚੋਂ ਨਿਕਲ ਕੇ ਥੋੜੇ ਸਮੇਂ ਵਾਸਤੇ ਵਾਪਸ ਆਉਂਦਾ ਹੈ, ਸਮਾਜ ਉਹਦਾ ਸਾਥ ਦਿਓ। ਉਹਨੂੰ ਇੱਕ ਤਰ੍ਹਾਂ ਦਾ ਐ ਨਾ ਕਹੋ ਵੀ ਇਹ ਤਾਂ ਯਾਰ ਨਸ਼ੇੜੀ ਹੈ, ਇਹ ਨਹੀਂ ਐ ਛੱਡ ਸਕਦਾ। ਉਹਨੂੰ ਸੌਂਗਾ ਦੀ ਹੱਲਾਸ਼ੇਰੀ ਦਿਓ, ਯਾਰ ਤੂੰ ਛੱਡਤਾ, ਤੂੰ 15 ਦਿਨ ਛੱਡਤਾ, ਹੋਰ ਤੇਰੇ ਨਾਲ ਖੜੇ ਆ। ਉਹਨੂੰ ਹੱਸ ਕੇ ਬਣਾਓ, ਐ ਨਾ ਦੇਖੋ ਵੀ ਯਾਰ ਇਹ ਤਾਂ 10 ਦਿਨਾਂ ਨੂੰ ਫੇਰ ਦੁਬਾਰੇ ਲੱਗ ਜਾਏਗਾ। ਇਹ ਗੱਲ ਨਾ ਵੀਰ ਬਣ ਕੇ ਕਹੋ, ਕੱਲ ਨੂੰ ਤੁਹਾਡੇ ਘਰੇ ਵੀ ਇਹ ਹੋ ਸਕਦਾ, ਠੀਕ ਹੈ ਨਾ। ਜਿਹੜੇ ਹੱਸਦੇ ਆ ਇਹ ਤੁਹਾਡੇ ਘਰੇ ਵੀ ਗੱਲਾਂ ਹੋ ਸਕਦੀਆਂ, ਠੀਕ ਹੈ ਨਾ। ਉੱਥੋਂ ਚੰਗਿਆਰੀ ਉਹਦੇ ਨੂੰ ਧੂਆਂ ਹਰੇਕ ਦੇ ਘਰੇ ਹੋ ਸਕਦਾ। ਵੀਰ ਬਣ ਕੇ ਜੇ ਇਹ ਬਾਈ ਜੀ ਪਿੰਡ ਚਾਹੇ, ਪਿੰਡ ਕੀ ਵੀ ਮੈਂਬਰ ਚਾਹੇ ਵੀ ਆਪਦੇ ਜਿਹੜੇ ਏਰੀਆ ਹੁੰਦਾ ਹੈਗਾ ਵਾਰਡ ਦਾ ਮੈਂਬਰ ਚਾਹੇ ਵੀ ਨਸ਼ਾ ਵੇਚਣਾ ਵੀ ਬੰਦ ਹੋ ਸਕਦਾ, ਠੀਕ ਹੈ ਨਾ। ਇਹ ਸਰਕਾਰਾਂ ਨੂੰ ਮੇਰੀ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿਵੇਂ ਤੁਸੀਂ ਲੋਕਡਾਊਨ ਦੇ ਵਿੱਚ ਬੰਦਾ ਨਹੀਂ ਸੀ ਬਾਹਰ ਨਿਕਲ ਸਕਦਾ, ਹੈ ਨਾ, ਵੀ ਨਸ਼ਾ ਤਾਂ ਫਿਰ ਬਹੁਤ ਵੱਡੀ ਚੀਜ਼ ਹੈ ਨਾ, ਵੀ ਇਹ ਚੀਜ਼ਾਂ ਜਵਾਨੀ ਨੂੰ ਸਾਂਭੋ। ਪੰਜਾਬ ਆਪਣੇ ਕਿੱਡੇ ਕਿੱਡੇ ਸੂਰਮੇ ਹੋਏ ਆ, ਹੈ ਨਾ। ਸੂਰਮੇ ਤਾਂ ਹੁਣ ਵੀ ਪੈਦਾ ਹੋ ਜਾਣ ਜੀ, ਠੀਕ ਹੈ ਨਾ, ਪਰ ਉਹ ਥੋੜ੍ਹਾ ਜਿਹਾ ਸਰਕਾਰਾਂ ਨੂੰ ਚਾਹੀਦਾ ਵੀ ਤੁਸੀਂ ਅੱਜ ਕੱਲ੍ਹ ਦੀ ਨੌਜਵਾਨੀ ਵੱਲ ਧਿਆਨ ਦਿਓ। ਕੁਛ ਨਹੀਂ ਬਾਈ ਜੀ ਇਹ ਚੀਜ਼ਾਂ 'ਚ ਰੱਖਿਆ, ਖਤਮ ਆ ਜ਼ਿੰਦਗੀਆਂ ਨਹੀਂ ਤਾਂ। ਤੇ ਸਾਡੀ ਤਾਂ ਇਹੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਮੇਰੀ ਵੀਡੀਓ ਦੇਖ ਕੇ ਸਾਡੀ ਬਾਈ ਵਰਗਿਆਂ ਦੀ, ਹੈ ਨਾ, ਬਾਈ ਵਾਪਸ ਆਓ। ਜਿੰਨੇ ਵੀ ਤੁਸੀਂ ਕਰਦੇ ਹੋ ਬਹੁਤ ਜ਼ਿਆਦਾ ਇੱਜ਼ਤ ਮਿਲਦੀ ਆ, ਬਹੁਤ ਹੀ ਜ਼ਿਆਦਾ। ਤੁਸੀਂ ਆਪ ਹੀ ਕਹੋਗੇ ਬਾਈ ਠੀਕ ਹੈ ਯਾਰ। ਅੱਛਾ, ਜੇ ਕੋਈ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਸਾਡੇ ਮਾਧਿਅਮ ਦੇ ਜ਼ਰੀਏ, ਅਸੀਂ ਸੰਪਰਕ ਨੰਬਰ ਦੇ ਸਕਦੇ ਹਾਂ। ਸੰਪਰਕ ਨੰਬਰ ਤੁਸੀਂ ਖੁਦ ਹੀ ਬੋਲ ਦਿਓ। ਹਾਂਜੀ, ਮੇਰਾ ਵੀਰ ਜੀ ਹੈਗਾ 70097 05756। ਇੱਕ ਵਾਰੀ ਹੋਰ ਬੋਲ। 70097
05756 ਜੀ। ਮੇਰਾ ਨਾਂ ਸੁਖਵੀਰ ਹੈ ਬਾਈ ਜੀ, ਰਾਮਪੁਰਾ ਪਿੰਡ ਹੈ ਮੇਰਾ, ਠੀਕ ਹੈ ਨਾ। ਤੇ ਸਿੱਧੂ ਫੂਲਕਿਆਂ ਦਾ ਮੈਂ ਮੁੰਡਾ ਹੈਗਾ ਵੀ ਮੈਨੂੰ ਕੋਈ ਮਰਜ਼ੀ ਜਿਹੜਾ ਮੁੰਡਾ ਹੈਗਾ ਨਸ਼ਾ ਨਹੀਂ ਛੱਡਿਆ ਜਾਂਦਾ ਵੀ ਬਾਈ ਮੈਂ ਤੋਂ ਛੱਡਿਆ, ਮੈਂ ਹਾਂ ਛਡਾਉਣ ਛਡੂਣ ਵਾਲਾ ਮੈਂ ਕੋਈ ਨਹੀਂ ਹੈਗਾ ਜੀ। ਮੈਂ ਉਹਨਾਂ ਨੂੰ ਬਾਈ ਸਮਝਾ ਸਕਦਾ ਵੀ ਮੈਂ ਬਾਈ ਐਂ ਛੱਡਿਆ ਹੈ ਨਾ, ਤੁਸੀਂ ਵੀ ਐਂ ਕੋਸ਼ਿਸ਼ ਕਰੋ। ਤਾਂ ਕੋਸ਼ਿਸ਼ ਤਾਂ ਬਾਈ ਜਿਹੜਾ ਬੰਦਾ ਕੋਸ਼ਿਸ਼ ਕਰਦਾ ਨਾ ਉਹ ਹਮੇਸ਼ਾ ਕਾਮਯਾਬ ਹੀ ਹੁੰਦਾ ਠੀਕ ਹੈ ਨਾ। ਇੱਕ ਕਹਿ ਦੇਣਾ ਵੀ ਮੈਂ ਕਰ ਦੂੰਗਾ, ਨਹੀਂ ਐਂ ਨਹੀਂ, ਪਹਿਲਾਂ ਤੁਸੀਂ ਕੋਸ਼ਿਸ਼ ਕਰੋ। ਕੋਸ਼ਿਸ਼ ਕਰਨ ਦੇ ਨਾਲ ਬਾਈ ਜੀ ਕਾਮਯਾਬੀ ਮਿਲਦੀ ਹੈ। ਬਹੁਤ ਬਹੁਤ ਧੰਨਵਾਦ ਬਾਈ ਜੀ। ਸੋ ਅੱਜ ਅਸੀਂ ਹਾਲਾਂਕਿ ਇੰਟਰਵਿਊ ਦੇ ਲਈ ਆਏ ਸੀ, ਪਰ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਇਹ ਇੰਟਰਵਿਊ ਨਹੀਂ, ਇਹ ਇੱਕ ਜ਼ਿੰਦਗੀ ਸੀ, ਜ਼ਿੰਦਗੀ ਦੀ ਕਿਤਾਬ ਸੀ ਜਿਹੜੀ ਖੋਲ ਕੇ ਰੱਖੀ ਆ, ਫਰੋਲ ਕੇ ਰੱਖੀ ਆ। ਮੈਨੂੰ ਲੱਗਦਾ ਨਹੀਂ ਵੀ ਕੋਈ ਪੰਨਾ ਇਸ ਕਿਤਾਬ ਦਾ ਰਹਿ ਗਿਆ ਹੋਣਾ, ਕੋਈ ਇੱਕ ਅੱਧਾ ਪੰਨਾ ਵੀ ਨਹੀਂ ਇਸ ਕਿਤਾਬ ਦਾ ਰਿਹਾ ਹੋਣਾ। ਬਾਈ ਨੇ ਸਾਰੀ ਦੀ ਸਾਰੀ ਕਿਤਾਬ ਜਿਹੜੀ ਆ ਫਰੋਲ ਕੇ ਰੱਖਤੀ। ਵੱਡੀ ਗੱਲ ਕਿ ਤੁਹਾਨੂੰ ਨਸ਼ਾ ਛਡਾਉਣ ਵਾਲੇ ਤੁਹਾਡੇ ਕੋਲੇ ਬੜੇ ਆਉਂਦੇ ਆ, ਤੁਹਾਨੂੰ ਪਰਮਾਤਮਾ ਜਿਹੜਾ ਮੌਕੇ ਬੜੇ ਦਿੰਦਾ ਆ। ਨਸ਼ਾ ਛੱਡਣਾ ਕਿਵੇਂ ਆ ਉਸ ਦੇ ਮੌਕੇ ਪਰਮਾਤਮਾ ਵੱਲੋਂ ਦਿੱਤੇ ਜਾਂਦੇ ਆ, ਪਰ ਛੱਡਣਾ ਕਦੋਂ ਆ ਤੇ ਮੌਕਾ ਤੁਸੀਂ ਕਿਹੜਾ ਸੰਭਾਲਦੇ ਹੋ ਇਹ ਤੁਹਾਡੇ ਸਿਰ ਤੇ ਡਿਪੈਂਡ ਆ। ਜੇਕਰ 18 19 ਸਾਲ 20 ਸਾਲ ਬਾਅਦ ਵੀ ਇੱਕ ਨੌਜਵਾਨ ਨਸ਼ਾ ਛੱਡ ਕੇ ਉਸ ਤੋਂ ਬਾਅਦ ਉਸ ਸਟੇਜ ਤੇ ਜਾ ਸਕਦਾ ਹੈ, ਬੋਡੀ ਬਿਲਡਿੰਗ ਦੀ ਸਟੇਜ ਤੇ ਜਾ ਸਕਦਾ, ਤਾਂ ਕੁਝ ਵੀ ਹੋ ਸਕਦਾ ਹੈ। ਵੱਡੀ ਗੱਲ ਪਰਮਾਤਮਾ ਤੁਹਾਡੇ ਨਾਲ ਆ, ਤੁਹਾਡੇ ਮਾਂ-ਪਿਓ ਤੁਹਾਡੇ ਨਾਲ ਆ, ਬਾਈ ਹੋਰਾਂ ਦੇ ਇਦਾਂ ਦੇ ਕੋਚ ਯਾਰ ਦੋਸਤ ਜੇਕਰ ਤੁਹਾਡੇ ਨਾਲ ਆ ਤਾਂ ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ। ਹਰ ਚੀਜ਼ ਪੋਸੀਬਲ ਆ। ਇਕੱਲੇ ਨਸ਼ਾ ਛਡਾਊ ਕੇਂਦਰ ਵੀ ਨਹੀਂ ਕੁਛ ਕਰ ਸਕਦੇ, ਇਕੱਲੇ ਡਾਕਟਰ ਵੀ ਨਹੀਂ ਕੁਛ ਕਰ ਸਕਦੇ, ਗੋਲੀਆਂ ਵੀ ਨਹੀਂ ਕੁਛ ਕਰ ਸਕਦੀਆਂ ਜਿੰਨਾ ਚਿਰ ਤੁਸੀਂ ਅੰਦਰੋਂ ਆਪਣੇ ਆਪ ਨੂੰ ਇੰਨਾ ਕੁ ਸਟਰੋਂਗ ਨਹੀਂ ਕਰੋਗੇ ਕਿ ਯਾਰ ਮੈਂ ਤਾਂ ਇਸ ਦਲਦਲ ਦੇ ਵਿੱਚੋਂ ਬਾਹਰ ਆਉਣਾ ਆ। ਉਸ ਤੋਂ ਬਾਅਦ ਹਰ ਇੱਕ ਕਿਤਾਬ ਵੀ ਤੁਹਾਡੇ ਲਈ ਸਹਾਈ ਹੁੰਦੀ ਆ, ਹਰ ਇੱਕ ਲਫ਼ਜ਼ ਵੀ ਤੁਹਾਡੇ ਲਈ ਸਹਾਈ ਹੁੰਦਾ ਆ, ਤੁਹਾਡਾ ਯਾਰ ਦੋਸਤ ਜਿਹੜਾ ਵੀ ਆ ਉਹ ਵੀ ਤੁਹਾਡੇ ਲਈ ਜਿਹੜਾ ਸਹਾਈ ਹੁੰਦਾ ਆ। ਜਿਹੜਾ ਜਿੱਦਾਂ ਬਾਈ ਨੇ ਦੱਸਿਆ ਕਿ ਕਦੇ ਜਿਹੜਾ ਨੌਜਵਾਨ ਜਿਹੜਾ ਆ ਮੁੰਡਿਆਂ ਨੂੰ ਟੀਕੇ ਲਾਉਣੇ ਸਿਖਾਉਂਦਾ ਹੁੰਦਾ ਸੀ, ਅੱਜ ਮਾਪੇ ਖੁਦ ਤੋਰਦੇ ਆ ਕਿ ਸਾਡੇ ਪੁੱਤ ਨੂੰ ਵੀ ਬੋਡੀ ਬਿਲਡਿੰਗ ਵਾਲੇ ਪਾਸੇ ਲਾ ਲਾ। ਤਾਂ ਅੱਜ ਪਿੰਡ ਦੇ ਵਿੱਚ ਜ਼ਰੂਰ ਇੱਕ ਸੈਲੀਬ੍ਰਿਟੀ ਬਣ ਕੇ ਉੱਭਰ ਰਿਹਾ ਆ, ਜਿਮ ਕਰ ਰਿਹਾ ਆ। ਸੋ ਸਲਾਮ ਸਲੂਟ ਅਸੀਂ ਇੱਕ ਵਾਰੀ ਫਿਰ ਕਰਦੇ ਹਾਂ। ਤੇ ਜੇਕਰ ਤੁਹਾਡੇ ਆਲੇ ਦੁਆਲੇ ਵੀ ਕੋਈ ਇਦਾਂ ਦੀ ਸਟੋਰੀ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਯਾਰ ਲੋਕਾਂ ਦੇ ਨਾਲ ਸਾਂਝੀ ਹੋਣੀ ਚਾਹੀਦੀ ਆ, ਕਿਉਂਕਿ ਇਹ ਸਟੋਰੀ ਕਰਨ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਨਸ਼ਾ ਕਿਸ ਕਦਰ ਆ ਪੰਜਾਬ ਦੇ ਵਿੱਚ ਜਾਂ ਵਿਕਾ ਕੌਣ ਰਿਹਾ। ਆਪਾਂ ਇਸ 'ਤੇ ਗੱਲਬਾਤ ਲੰਮੀ ਨਹੀਂ ਕਰਨੀ ਚਾਹੁੰਦੇ ਕਿਉਂਕਿ ਹਰ ਇੱਕ ਨੂੰ ਪਤਾ ਆ ਕੌਣ ਵਿਕਾ ਰਿਹਾ ਤੇ ਪੰਜਾਬ ਦੇ ਵਿੱਚ ਕਿੰਨੇ % ਹੈ। ਤਾਂ ਕਿਸੇ ਨਾ ਕਿਸੇ ਮਾਂ ਦਾ ਪੁੱਤ ਜਿਹੜਾ ਇਹ ਸਟੋਰੀ ਨੂੰ ਦੇਖੂਗਾ ਤਾਂ ਉਹਦੇ ਮਨ ਦੇ ਵਿੱਚ ਵੀ ਆਊਗਾ ਕਿ ਯਾਰ ਮੈਂ ਵੀ ਨਸ਼ਾ ਛੱਡਾਂ, ਮੇਰੇ ਕੋਲੇ ਵੀ ਲੋਕ ਆਉਣ, ਮੈਨੂੰ ਵੀ ਲੋਕ ਪੁੱਛਣ, ਮੇਰੀ ਵੀ ਜਿਹੜੀ ਆ ਖਬਰ ਲੋਕਾਂ ਤੱਕ ਪਹੁੰਚੇ, ਮੇਰੀ ਸਟੋਰੀ ਲੋਕਾਂ ਤੱਕ ਪਹੁੰਚੇ। ਤਾਂ ਜੇਕਰ ਤੁਹਾਡੇ ਆਲੇ ਦੁਆਲੇ ਵੀ ਕੋਈ ਇਦਾਂ ਦੀ ਸਟੋਰੀ ਹੈ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਸਾਡੇ ਜਿਹੜੇ ਸੰਪਰਕ ਨੰਬਰ ਆ ਉਹ ਤੁਸੀਂ ਜਿਹੜਾ ਆ 24 ਘੰਟੇ ਸਾਡੇ ਜਿਹੜਾ ਸਕਰੀਨ ਦੇ ਉੱਪਰ ਚੱਲਦੇ ਆ। ਸਾਡੀ ਈਮੇਲ ਆਈਡੀ ਆ ਜਿਹੜੀ rmbtelevisionchannel.com, ਤੁਸੀਂ ਉਸ ਦੇ ਜ਼ਰੀਏ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਇੱਦਾਂ ਦੀਆਂ ਸਟੋਰੀਜ਼ ਲੈ ਕੇ ਅੱਗੇ ਵੀ, ਇੱਦਾਂ ਦੀ ਕਵਰੇਜ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।